पिछले 3 ਦਿਨਾਂ ਤੋਂ ਆਪਾਂ ਆ ਰਹੇ ਹਾਂ, ਚੌਥਾ ਦਿਨ ਹੈ ਅੱਜ। ਗੁਰਮਤਿ ਕੈਂਪ ਤੁਹਾਡੇ ਨਗਰ ਵਿੱਚ ਆਰੰਭ ਹੋਇਆ। ਵੀਰਾਂ ਨੇ ਬੱਚਿਆਂ ਨਾਲ ਜਿੱਥੇ ਗੱਲਬਾਤ ਕੀਤੀ ਉੱਥੇ ਅਸੀਂ ਚਾਹਿਆ ਵੀ ਕਿਉਂ ਨਾ ਨਗਰ ਦੀ ਸੰਗਤ ਨਾਲ ਵੀ ਗੱਲਬਾਤ ਕੀਤੀ ਜਾਵੇ। ਬਹੁਤ ਘੱਟ ਇਸ ਤਰ੍ਹਾਂ ਦੇ ਅਸੀਂ ਪ੍ਰੋਗਰਾਮ ਉਲੀਕਦੇ ਹਾਂ ਜਦੋਂ ਅਸੀਂ ਰਲ ਮਿਲ ਕੇ ਬਹਿ ਕੇ ਕੋਈ ਗੱਲਬਾਤ ਕਰੀਏ। 2 ਤਰ੍ਹਾਂ ਦਾ ਰੂਟੀਨ ਚੱਲਦਾ ਸਾਡੇ। ਧਾਰਮਿਕ ਸਮਾਗਮ ਹੁੰਦੇ ਆ ਜਿਹਦੇ 'ਚ ਅਸੀਂ ਗੁਰਦੁਆਰਾ ਸਾਹਿਬ 'ਚ ਸਮਾਗਮ ਰੱਖਦੇ ਹਾਂ, ਬਾਹਰੋਂ ਬੁਲਾਰਿਆਂ ਨੂੰ ਸੱਦਦੇ ਹਾਂ, ਲੰਗਰ ਪਾਣੀ ਤਿਆਰ ਕਰਦੇ ਹਾਂ। ਬੁਲਾਰੇ ਜੋ ਤਿਆਰੀ ਕਰਕੇ ਆਉਂਦੇ ਆ ਉਹ ਬੋਲ ਜਾਂਦੇ ਆ ਅਤੇ ਆਪਾਂ ਸਾਰੇ ਸੁਣ ਲੈਂਦੇ ਹਾਂ। ਫਿਰ ਪ੍ਰਸ਼ਾਦਾ ਪਾਣੀ ਛਕਦੇ ਹਾਂ ਅਤੇ ਘਰਾਂ ਨੂੰ ਚਲੇ ਜਾਂਦੇ। ਵੇਖਦਿਆਂ ਹਾਲਾਤ ਇਹ ਬਣ ਗਏ ਵੀ ਲੋਕ ਗੁਰਦੁਆਰੇ 'ਤੇ ਆ ਰਹੇ ਆ, ਗੁਰੂ ਸਾਹਿਬ ਜੀ ਦੇ ਪੁਰਬ ਵੀ ਮਨਾਏ ਜਾ ਰਹੇ ਆ, ਪਾਠ ਵੀ ਹੋ ਰਹੇ ਆ, ਕੀਰਤਨ ਵੀ ਹੋ ਰਹੇ ਆ, ਕਿੰਨੇ ਪਾਠ ਹੋ ਰਹੇ ਆ, ਪਰ ਜਿਹੜੇ ਪੰਜਾਬ ਦੇ ਹਾਲਾਤ ਨੇ ਉਹ ਦਿਨੋਂ ਦਿਨ ਸੁਧਰਨ ਦੀ ਬਜਾਏ ਵਿਗੜ ਰਹੇ ਆ। ਇਸ ਗੱਲ ਨਾਲ ਤਾਂ ਤੁਸੀਂ ਸਹਿਮਤ ਹੀ ਹੋ ਸਾਰੇ ਵੀ ਸਾਡੇ ਪੰਜਾਬ ਦੇ ਹਾਲਾਤ ਸੁਧਰਨ ਦੀ ਬਜਾਏ ਵਿਗਾੜ ਵਾਲੇ ਬੰਨੇ ਨੂੰ ਤੁਰ ਰਹੇ ਆ। ਪੰਜਾਬ ਸਾਡੇ ਗੁਰਾਂ ਦਾ ਵਸਾਇਆ ਪੰਜਾਬ ਹੈ। ਇਸ ਪੰਜਾਬ ਨੂੰ ਪੰਜਾਬ ਬਣਾਉਣ ਵਾਸਤੇ ਬਹੁਤ ਘਾਲੀਆਂ ਸਾਡੇ ਗੁਰੂ ਸਾਹਿਬਾਨਾਂ ਨੇ। ਉਹਦੇ 'ਚ ਗੁਰੂ ਸਾਹਿਬ ਜੀ ਦਾ ਸੰਸਾਰ ਭਰ ਵਿੱਚ ਵਿਚਰ ਕੇ ਧਰਮ ਪ੍ਰਚਾਰ ਕਰਨਾ ਹੋਵੇ, ਭਾਵੇਂ ਤਵੀਆਂ 'ਤੇ ਬਹਿ ਕੇ ਸ਼ਹਾਦਤ ਦੇਣਾ ਹੋਵੇ, ਭਾਵੇਂ ਆਪਣਾ ਸਰਬੰਸ ਵਾਰਨਾ ਹੋਵੇ, ਇਹ ਨਿੱਕੀਆਂ ਗੱਲਾਂ ਨਹੀਂ ਹੁੰਦੀਆਂ, ਬਹੁਤ ਵੱਡੀਆਂ ਗੱਲਾਂ ਆ। ਸਾਨੂੰ ਸੁਣਨੀਆਂ ਜਾਂ ਆਪਾਂ ਕਰਨੀਆਂ ਆਪਾਂ ਨੂੰ ਸੌਖੀਆਂ ਜਿਹੀਆਂ ਲੱਗਦੀਆਂ ਕਿਉਂਕਿ ਆਪਾਂ ਸੈਕਿੰਡ ਪਰਸਨ ਸਮਝਦੇ ਹਾਂ ਆਪਣੇ ਆਪ ਨੂੰ, ਅਤੇ ਜਿਹਦੀ ਗੱਲ ਚੱਲਦੀ ਉਹਨੂੰ ਹੀ ਅਸੀਂ ਆਪਣੇ ਤੋਂ ਸੈਕਿੰਡ ਸਮਝਦੇ ਹਾਂ। ਮੈਂ ਬੜੀ ਵਾਰ ਕਹਿੰਦਾ ਹੁੰਦਾ ਵੀ ਦੁੱਖ ਵੀ ਤੁਹਾਨੂੰ ਉਦੋਂ ਹੀ ਦੁਖੀ ਕਰਦਾ ਜਦੋਂ ਦੁੱਖ ਆਪਣਾ ਹੋਵੇ। ਦੂਜੇ ਦੇ ਦੁੱਖ ਨੂੰ ਅਸੀਂ ਮਜ਼ਾਕ 'ਚ ਲੈਂਦੇ ਹੁੰਦੇ ਹਾਂ, ਹਮੇਸ਼ਾ ਸਾਨੂੰ ਇੱਦਾਂ ਫੀਲ ਨਹੀਂ ਹੁੰਦਾ। ਅਤੇ ਖੁਸ਼ੀ ਵੀ ਤੁਹਾਨੂੰ ਉਹੋ ਹੀ ਖੁਸ਼ੀ ਦਿੰਦੀ ਹੈ ਜਿਹੜੀ ਤੁਹਾਡੀ ਆਪਣੀ ਹੋਵੇ। ਦੂਜੇ ਦੀਆਂ ਖੁਸ਼ੀਆਂ ਵੀ ਸਾਨੂੰ ਖੁਸ਼ ਨਹੀਂ ਕਰਦੀਆਂ, ਸਗੋਂ ਅਸੀਂ ਦੂਜੇ ਦੀਆਂ ਖੁਸ਼ੀਆਂ ਨਾਲ ਕਈ ਵਾਰ ਪਰੇਸ਼ਾਨ ਹੋ ਜਾਂਦੇ ਹਾਂ। ਅਤੇ ਇਸੇ ਕਰਕੇ ਸਾਨੂੰ ਬਹੁਤੀਆਂ ਚੀਜ਼ਾਂ ਗੁਰੂ ਸਾਹਿਬ ਦੀਆਂ ਬਾਣੀ ਦੀਆਂ ਜਾਂ ਇਤਿਹਾਸ ਦੀਆਂ ਅੱਜ ਸਵਾਦਲੀਆਂ ਨਹੀਂ ਲੱਗਦੀਆਂ ਜਾਂ ਚੰਗੀਆਂ ਨਹੀਂ ਲੱਗਦੀਆਂ ਜਾਂ ਇੰਟਰਸਟਿੰਗ ਨਹੀਂ ਲੱਗਦੀਆਂ ਕਿਉਂਕਿ ਸਾਨੂੰ ਉਹ ਆਪਣੀਆਂ ਨਹੀਂ ਲੱਗਦੀਆਂ। ਜਿਹੜੀ ਆਪਣੀ ਗੱਲ ਹੁੰਦੀ ਆਪਾਂ ਬਹੁਤ ਧਿਆਨ ਨਾਲ, ਤੁਸੀਂ ਤੁਰੇ ਜਾਂਦੇ ਹੋ ਅਤੇ ਤੁਹਾਨੂੰ ਪਤਾ ਲੱਗੇ ਵੀ ਕੋਈ ਤੁਹਾਡੀ ਗੱਲ ਕਰ ਰਿਹਾ ਤਾਂ ਤੁਸੀਂ ਰੁਕ ਜਾਂਦੇ ਇੱਕ ਵਾਰ ਵੀ ਕੀ ਗੱਲ ਕਰਦਾ ਹੋਊਗਾ ਮੇਰੇ ਬਾਰੇ। ਜੇ ਤੁਹਾਨੂੰ ਨਾ ਸੁਣੇ ਫਿਰ ਤੁਸੀਂ ਪੁੱਛਦੇ ਆ ਕਿਸੇ ਨੂੰ ਵੀ ਉੱਥੇ ਮੈਂ ਨਾ ਸੁਣਿਆ ਸੀ, ਮੇਰੇ ਬਾਰੇ ਕੀ ਗੱਲ ਕਰ ਰਿਹਾ ਸੀ, ਕਿਉਂਕਿ ਤੁਹਾਨੂੰ ਲੱਗਦਾ ਗੱਲ ਮੇਰੀ ਹੈ। ਅਤੇ ਜਦੋਂ ਕਿਸੇ ਦੂਜੇ ਦੀ ਗੱਲ ਹੋਵੇ ਫਿਰ ਆਪਾਂ ਬਹੁਤਾ ਇੰਟਰਸਟ ਨਹੀਂ ਦਿੰਦੇ। ਤਾਂ ਹੌਲੀ ਅਸੀਂ ਧਾਰਮਿਕ ਸਮਾਗਮ ਤਾਂ ਕਰਦੇ ਰਹੇ ਪਰ ਸਾਨੂੰ ਐਂ ਲੱਗਣ ਲੱਗ ਪਿਆ ਵੀ ਇਤਿਹਾਸ ਸਾਡਾ ਨਹੀਂ, ਸ਼ਾਇਦ ਗੁਰੂ ਸਾਹਿਬਾਨਾਂ ਦਾ ਹੈ। ਬਾਣੀ ਸਾਡੀ ਨਹੀਂ, ਸ਼ਾਇਦ ਇਹ ਗੁਰੂ ਸਾਹਿਬ ਜੀ ਦੀ ਬਾਣੀ ਹੈ। ਕੋਈ ਸ਼ੱਕ ਨਹੀਂ, ਬਾਣੀ ਗੁਰੂ ਦੀ ਹੈ। ਪਰ ਮੇਰੇ ਤੋਂ ਪਹਿਲਾਂ ਵੀਰ ਲਖਵਿੰਦਰ ਸਿੰਘ ਤੁਹਾਡੇ ਨਾਲ ਗੱਲ ਕਰ ਰਹੇ ਸੀ ਵੀ ਬਾਣੀ ਤਾਂ ਗੁਰੂ ਸਾਹਿਬ ਦੀ ਹੈ, ਪਰ ਬਾਣੀ ਸੱਚੇ ਪਾਤਸ਼ਾਹ ਸਾਨੂੰ ਦੇ ਕੇ ਕਿਉਂ ਗਏ। ਤਾਂ ਉਹਦੇ 'ਚ ਉਹ ਬੇਸਿਕ ਚੀਜ਼ਾਂ ਜਿਹੜੀਆਂ ਵਾ ਉਹ ਸਾਨੂੰ ਸਮਝਣੀਆਂ ਚਾਹੀਦੀਆਂ ਸੀ ਜਾਂ ਸਾਨੂੰ ਉਹਨਾਂ 'ਤੇ ਗੌਰ ਕਰਨਾ ਚਾਹੀਦਾ ਸੀ। ਪਰ ਕਿਸੇ ਪਲੈਨਿੰਗ ਤਹਿਤ ਜਾਂ ਸਾਡੇ ਅਣਜਾਣ ਪੁਣੇ ਵਿੱਚ ਕਈ ਵਾਰ ਤੁਹਾਡਾ ਕਿਸੇ ਦਾ ਇਰਾਦਾ ਨਹੀਂ ਹੁੰਦਾ ਵੀ ਤੁਹਾਡੇ ਬੱਚੇ ਵਿਗੜ ਜਾਣ। ਕੋਈ ਮਾਂ ਬਾਪ ਨਹੀਂ ਚਾਹੁੰਦਾ ਹੁੰਦਾ ਵੀ ਉਹਨਾਂ ਦੇ ਬੱਚੇ ਵਿਗੜਨ, ਪਰ ਫਿਰ ਵੀ ਵਿਗੜ ਜਾਂਦੇ ਆ। ਉਹ ਕਿਉਂ ਵਿਗੜਦੇ ਆ? ਕਿਉਂਕਿ ਮਾਂ ਬਾਪ ਪੂਰਨ ਰੂਪ ਵਿੱਚ ਆਪਣਾ ਰੋਲ ਪਲੇ ਨਹੀਂ ਕਰ ਸਕਦੇ ਹੁੰਦੇ, ਜਾਂ ਮਾਂ ਬਾਪ ਆਪਣੇ ਆਪ ਨੂੰ ਉੱਥੋਂ ਤੱਕ ਪਹੁੰਚਾ ਨਹੀਂ ਸਕਦੇ। ਪਹੁੰਚਾ ਸਕਣ ਦਾ ਮਤਲਬ ਤੁਸੀਂ ਸਮਝਦੇ ਆ। ਮਾਂ ਬਾਪ ਨੂੰ ਲੱਗਦਾ ਜਨਮ ਦੇ ਦਿੱਤਾ, ਸਾਡੀ ਡਿਊਟੀ ਹੈ ਵੀ ਇਹਨਾਂ ਨੂੰ ਚੰਗੇ ਸਕੂਲ 'ਚ ਪਾਈਏ। ਸਾਨੂੰ ਇੱਦਾਂ ਲੱਗਦਾ ਵੀ ਚੰਗੇ ਸਕੂਲ 'ਚ ਪਾ ਦੇਣ ਨਾਲ ਇਹ ਚੰਗੇ ਹੋ ਜਾਣਗੇ। ਨਹੀਂ, ਇਹ ਮੈਨੂੰ ਲੱਗਦਾ ਆਪਾਂ ਠੀਕ ਨਹੀਂ ਹੈ ਇੱਥੇ। ਚੰਗੇ ਸਕੂਲ 'ਚ ਪਾ ਦੇਣ ਦੇ ਨਾਲ ਤੁਹਾਨੂੰ ਇਹ ਵੀ ਵੇਖਣਾ ਪੈਣਾ ਵੀ ਉਹ ਰਹਿੰਦਾ ਕਿਹਦੇ ਨਾਲ, ਉਹਦੇ ਦੋਸਤ ਕਿੰਨੇ ਕੁ ਚੰਗੇ ਆ, ਉਹਦਾ ਸਰਕਲ ਕਿਹੋ ਜਿਹਾ ਵਾ, ਉਹਦਾ ਬਹਿਣ ਖਲੋਣ ਕਿਹੋ ਜਿਹੇ ਲੋਕਾਂ ਨਾਲ ਹੈ, ਉਹ ਸਕੂਲ ਜਾਂਦਿਆਂ ਕਿਹਨਾਂ ਨੂੰ ਮਿਲਦਾ ਆ, ਸਕੂਲ 'ਚੋਂ ਵਾਪਸ ਆਉਂਦਿਆਂ ਕਿਹਨਾਂ ਨੂੰ ਮਿਲਦਾ ਆ, ਉਹ ਸਾਰਾ ਦਿਨ ਫੋਨ 'ਤੇ ਕੀ ਵੇਖਦਾ ਆ, ਫੋਨ 'ਤੇ ਕਿਹੜੀਆਂ ਗੱਲਾਂ ਕਰਦਾ ਆ, ਫੋਨ 'ਤੇ ਕਿਹੜੀਆਂ ਸਾਈਡਾਂ ਖੋਲ੍ਹ ਕੇ ਵੇਖਦਾ ਆ। ਅਤੇ ਆਪਾਂ ਨੂੰ ਇੰਨੀ ਨੌਲੇਜ ਨਹੀਂ ਹੁੰਦੀ, ਸਾਡੇ ਕੋਲ ਇੰਨੀ ਜਾਣਕਾਰੀ ਨਹੀਂ ਹੁੰਦੀ, ਅਤੇ ਆਪਾਂ ਫਿਰ ਬੇਸਿਕ ਚੀਜ਼ਾਂ 'ਤੇ ਹੀ ਅੜ ਜਾਂਦੇ ਹਾਂ ਅਤੇ ਸਾਡੇ ਬੱਚੇ ਹੌਲੀ ਗਲਤ ਸੁਸਾਇਟੀ 'ਚ ਪੈ ਜਾਂਦੇ ਆ। ਜਿਵੇਂ
ਨਸ਼ਾ ਇੱਕ ਬੜੀ ਖਤਰਨਾਕ ਬਿਮਾਰੀ ਹੈ ਤੇ ਸਾਨੂੰ ਸਾਰਿਆਂ ਨੂੰ ਲੱਗਦਾ ਵੀ ਸਾਡੀ ਪੰਜਾਬ ਦੀ ਜਵਾਨੀ ਨਸ਼ਿਆਂ ਤੋਂ ਬਚਣੀ ਚਾਹੀਦੀ ਹੈ। ਤੇ ਆਪਾਂ ਕਹਿੰਦੇ ਵੀ ਰਹਿੰਦੇ ਆ, ਗਾਏ ਬਗਾਏ ਮਾਪੇ ਵੀ ਕਹਿੰਦੇ ਰਹਿੰਦੇ ਆ ਵੀ ਪੁੱਤ ਨਸ਼ਿਆਂ ਦੇ ਰਾਹ ਨਾ ਪੈ ਜਾਓ, ਨਸ਼ਿਆਂ ਵਾਲੀ ਗੱਲ ਨਾ ਕਿਤੇ ਦਿਮਾਗ 'ਚ ਆ ਜਾਏ। ਪਰ ਤੁਸੀਂ ਤਾਂ ਦਿਨ 'ਚ ਇੱਕ ਅੱਧੀ ਵਾਰ ਕਹਿੰਦੇ ਹੋ ਵੀ ਨਸ਼ੇ ਨਾ ਕਰਿਓ, ਪਰ ਉਹ ਦਿਨ 'ਚ 15-20 ਵਾਰ ਤਾਂ ਕਿਸੇ ਸੈਲੀਬ੍ਰਿਟੀ ਤੋਂ, ਸੈਲੀਬ੍ਰਿਟੀ ਸਮਝਦੇ ਹੋ ਗਾਉਣ ਵਾਲੇ ਸਿੰਗਰ, ਉਹਨਾਂ ਨੂੰ ਉਹ ਸੈਲੀਬ੍ਰਿਟੀ ਮੰਨਦੇ ਆ, ਉਹਨਾਂ ਨੂੰ ਉਹ ਰੋਲ ਮਾਡਲ ਮੰਨਦੇ ਆ। ਸਾਡੇ ਬੱਚਿਆਂ ਦੇ ਰੋਲ ਮਾਡਲ ਅੱਜ ਮਾਪੇ ਨਹੀਂ ਆ, ਸਾਡੇ ਬੱਚਿਆਂ ਦੇ ਰੋਲ ਮਾਡਲ ਅੱਜ ਫਤਿਹ ਸਿੰਘ ਨਹੀਂ ਆ, ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ, ਹਰੀ ਸਿੰਘ ਨਲੂਆ ਨਹੀਂ ਆ। ਸਾਡੇ ਬੱਚਿਆਂ ਨੂੰ ਨਹੀਂ ਪਤਾ ਵੀ ਪੰਜਾਬ ਦੇ ਅਸਲੀ ਹੀਰੋ ਕੌਣ ਨੇ। ਅੱਜ ਪੰਜਾਬ ਦੇ ਬੱਚਿਆਂ ਦੇ ਅਸਲੀ ਹੀਰੋ ਨੇ ਗਾਉਣ ਵਾਲੇ। ਮਾਪਿਆਂ ਨੂੰ ਵੀ ਆਪਣੇ ਹੀਰੋ ਨਹੀਂ ਮੰਨਦੇ। ਵੈਸੇ ਮੇਰਾ ਮੰਨਣਾ, ਮੈਂ ਬਹੁਤ ਵਾਰ ਕਹਿੰਦਾ ਹੁੰਦਾ ਵੀ ਮਾਪੇ ਬੱਚਿਆਂ ਲਈ ਪਹਿਲਾ ਹੀਰੋ ਹੁੰਦੇ ਆ। ਰੋਲ ਮਾਡਲ ਮਾਪਿਆਂ ਨੂੰ ਜੇ ਬੱਚੇ ਬਣਾ ਲੈਣ ਤਾਂ ਬਹੁਤ ਸੌਖਾ ਜੀਵਨ ਹੋ ਸਕਦਾ। ਉਹਦੇ ਵਾਸਤੇ ਮਾਪਿਆਂ ਨੂੰ ਵੀ ਰੋਲ ਮਾਡਲ ਬਣਨਾ ਪੈਣਾ, ਕਿਉਂਕਿ ਬੱਚਾ ਰੋਲ ਮਾਡਲ ਬਣੂਗਾ ਵੀ ਉਹਨੂੰ ਜਿਹੜਾ ਰੋਲ ਮਾਡਲ ਹੋਊਗਾ। ਹੁਣ ਕੀ ਕੀਤਾ, ਅਸੀਂ ਰੋਲ ਮਾਡਲ ਨਹੀਂ ਬਣੇ, ਮਾਪੇ ਰੋਲ ਮਾਡਲ ਨਹੀਂ ਬਣੇ, ਮਾਪੇ ਬੱਚਿਆਂ ਲਈ ਹੀਰੋ ਨਹੀਂ ਬਣ ਸਕੇ, ਮਾਂ ਬੱਚੇ ਲਈ ਹੀਰੋ ਨਹੀਂ ਬਣ ਸਕੀ, ਬਾਪ ਬੱਚੇ ਲਈ ਹੀਰੋ ਨਹੀਂ ਬਣ ਸਕਿਆ। ਉਹ ਸਪੇਸ ਖਾਲੀ ਰਹਿ ਗਿਆ, ਖਾਲੀ ਜਗ੍ਹਾ ਹੋ ਗਈ। ਉੱਥੇ ਹੀਰੋ ਬਣ ਗਿਆ ਗਾਉਣ ਵਾਲਾ। ਮਾਂ ਬਾਪ ਦਿਨ 'ਚ 2 ਵਾਰ ਕਹਿੰਦਾ ਵੀ ਪੁੱਤ ਨਸ਼ਾ ਕਰਨ ਵਾਲੇ ਦੇ ਲਾਗੇ ਨਹੀਂ ਬਈਦਾ ਹੁੰਦਾ, ਨਸ਼ਾ ਨਹੀਂ ਕਰੀਦਾ ਹੁੰਦਾ, ਪਰ ਉਹ ਦਿਨ 'ਚ 15 ਵਾਰ ਸੁਣਦਾ ਵਾ ਵੀ ਨਸ਼ਾ ਬਹੁਤ ਚੰਗੀ ਚੀਜ਼ ਹੈ। ਨਸ਼ਾ ਕਰਨ ਨਾਲ ਬੰਦੇ ਨੂੰ ਸਰੂਰ ਆਉਂਦਾ, ਨਸ਼ੇ ਨਾਲ ਐਂ ਹੋ ਜਾਂਦਾ, ਨਸ਼ੇ ਨਾਲ ਇੱਦਾਂ ਹੋ ਜਾਂਦਾ। ਇਹ ਤੇ ਜਿਹੜਾ ਪੰਜਾਬ ਦਾ ਰਹਿਣ ਵਾਲਾ ਆ ਉਹਦਾ ਤਾਂ ਸ਼ਾਇਦ ਕੋਈ ਖੁਰਾਕ ਹੈ ਇੱਦਾਂ ਦੀ ਚੀਜ਼। ਤੋ ਉਹ ਸੁਭਾਵਿਕ ਗੱਲ ਹੈ, ਜਿਹੜੀ ਗੱਲ 2 ਵਾਰ ਸੁਣੀ ਜਾਊਗੀ ਉਹਦਾ ਅਸਰ ਘੱਟ ਹੋਊਗਾ, ਜਿਹੜੀ ਗੱਲ 15 ਵਾਰ ਸੁਣੀ ਜਾਊਗੀ ਉਹਦਾ ਅਸਰ ਵੱਧ ਹੋਊਗਾ। ਦੂਜੀ ਗੱਲ, ਜਿਹੜੀ ਉਹਨੇ 2 ਵਾਰ ਸੁਣੀ ਉਹ ਸੁਣੀ ਨੋਰਮਲ ਬੰਦੇ ਤੋਂ, ਕਿਉਂਕਿ ਉਹ ਮਾਪਿਆਂ ਨੂੰ ਬੱਚੇ ਨੋਰਮਲ ਇਨਸਾਨ ਹੀ ਮੰਨ ਰਹੇ ਆ। ਜਿਹੜੀ ਉਹਨੇ 15 ਵਾਰ ਸੁਣੀ ਉਹ ਸੁਣੀ ਵੀ ਰੋਲ ਮਾਡਲ ਤੋਂ ਹੈ, ਸੈਲੀਬ੍ਰਿਟੀ ਤੋਂ ਸੁਣੀ ਹੈ। ਸਾਡੇ ਬੱਚੇ ਕੱਪੜੇ ਉੱਦਾਂ ਦੇ ਪਾਉਣ ਲੱਗ ਪੈਂਦੇ ਆ, ਪਹਿਰਾਵਾ ਉੱਦਾਂ ਦਾ ਰੱਖਣ ਲੱਗ ਪੈਂਦੇ ਆ। ਸਾਡੇ ਬੱਚੀਆਂ ਗਾਉਣ ਵਾਲਿਆਂ ਨੂੰ ਕਾਪੀ ਕਰਨ ਲੱਗ ਪੈਂਦੇ ਆ, ਵਾਲਾਂ ਦਾ ਸਟਾਈਲ ਬਣਾਉਣ ਲੱਗ ਪੈਂਦੇ ਆ, ਦਾੜੀ ਦੇ ਸਟਾਈਲ ਬਣਾਉਣ ਲੱਗ ਪੈਂਦੇ ਆ, ਕਿਉਂਕਿ ਅਸੀਂ ਇਹ ਸਾਰੀਆਂ ਚੀਜ਼ਾਂ ਮਿਸ ਕਰ ਜਾਂਦੇ ਆ ਕਿਤੇ ਨਾ ਕਿਤੇ। ਸੋ ਖੈਰ, ਇਹ ਸਾਰਾ ਕੁਝ ਬੱਚਿਆਂ ਦੇ ਜ਼ਿਹਨ 'ਚ ਘੜਨ ਵਾਸਤੇ ਸਾਡੇ ਕੋਲ ਸਾਡੇ ਗੁਰੂ ਸਾਹਿਬਾਨਾਂ ਨੇ ਇਹਨੂੰ ਪੰਜਾਬ ਬਣਾ ਕੇ ਤੇ ਇਸ ਪੰਜਾਬ ਨੂੰ ਇਹ ਸਦਾ ਪੰਜਾਬ ਬਣਿਆ ਰਹੇ ਉਹਦੇ ਵਾਸਤੇ ਦਿੱਤਾ ਸੀ ਗੁਰਦੁਆਰਾ। ਕੀ ਦਿੱਤਾ ਸੀ? ਗੁਰਦੁਆਰਾ। ਹੁਣ ਇਹ ਗੱਲ ਚੰਗੀ ਤਰ੍ਹਾਂ ਪਤਾ ਸੀ ਦੁਨੀਆ ਦੇ ਲੋਕਾਂ ਨੂੰ ਵੀ ਸਿੱਖ ਗੁਰਦੁਆਰੇ ਨਾਲ ਜੁੜਿਆ ਰਹੂਗਾ ਤੇ ਸਿੱਖ ਦਾ ਰੋਲ ਮਾਡਲ ਵੀ ਗੁਰੂ ਰਹੂਗਾ ਤੇ ਸਿੱਖ ਪ੍ਰਭਾਵਿਤ ਵੀ ਗੁਰੂ ਤੋਂ ਹੀ ਹੋਊਗਾ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦੇਣਾ। ਖੈਰ ਟਾਈਮ ਬਹੁਤਾ ਨਹੀਂ, ਮੈਂ ਜਿਹੜੀ ਤੁਹਾਨੂੰ ਰਹਿਤ ਮਰਿਆਦਾ ਦਿੱਤੀ ਇਹਦੇ ਤੇ ਕੁਛ ਗੱਲ ਕਰਨੀ ਹੈ, ਪਰ ਉਹਦੇ ਤੋਂ ਪਹਿਲਾਂ ਮੈਂ ਚਾਹੁੰਦਾ ਸੀ ਕੁਛ ਨੁਕਤੇ ਸਮਝ ਵਿੱਚ ਆ ਜਾਣ। ਹੁਣ ਸਾਨੂੰ ਗੁਰਬਾਣੀ ਤੋਂ ਤੋੜਨ ਲਈ ਬਹੁਤ ਯਤਨ ਹੋਏ। ਦਰਬਾਰ ਸਾਹਿਬ ਤੇ ਹਮਲੇ ਕਿਉਂ ਹੋਏ? ਕਿਉਂਕਿ ਜੇ ਤਾਂ ਦਰਬਾਰ ਸਾਹਿਬ ਮੰਨ ਲਓ ਇੱਕ ਜਗ੍ਹਾ ਵਾ ਤੇ ਉਸ ਜਗ੍ਹਾ ਤੇ ਇੱਕ ਬਿਲਡਿੰਗ ਬਣੀ ਹੈ, ਫਿਰ ਉਹਨੂੰ ਢਾਇਆ ਕਿਉਂ ਗਿਆ ਬਾਰ-ਬਾਰ? ਕਿਉਂਕਿ ਦਰਬਾਰ ਸਾਹਿਬ ਤੁਹਾਨੂੰ ਇੱਕ ਬਿਲਡਿੰਗ ਲੱਗਦੀ ਹੋਊਗੀ, ਪਰ ਅਗਲਿਆਂ ਨੂੰ ਇੱਕ ਸੱਭਿਆਚਾਰ ਲੱਗਦਾ, ਅੱਗਿਆਂ ਨੂੰ ਪੂਰੀ ਇੱਕ ਕਮਿਊਨਿਟੀ ਦੀ ਬੇਸ ਲੱਗਦਾ ਉਹਨਾਂ ਨੂੰ। ਇਸ ਕਰਕੇ ਉਹ ਸਾਰੇ ਬੰਦਿਆਂ ਨੂੰ ਇਹ ਪਤਾ ਵੀ ਜੇ ਸਿੱਖ ਨੂੰ ਗੁਰਦੁਆਰੇ ਤੋਂ ਤੋੜ ਲਿਆ ਜਾਏ ਤੇ ਸਿੱਖ ਆਪਣੀ ਵਿਚਾਰਧਾਰਾ ਤੋਂ ਪਿੱਛੇ ਹਟ ਸਕਦਾ। ਹੁਣ ਹੌਲੀ ਹੌਲੀ ਅਸੀਂ ਕੀ ਕੀਤਾ, ਗੁਰਦੁਆਰਿਆਂ ਨੂੰ ਗੁਰਦੁਆਰਾ ਨਾ ਰਹਿ ਕੇ ਅਸੀਂ ਉਹਨਾਂ ਥਾਵਾਂ 'ਚ ਬਦਲਤਾ ਜਿੱਥੇ ਵੇਖਣ ਨੂੰ ਤੇ ਉਹ ਗੁਰਦੁਆਰਾ ਲੱਗੇ ਪਰ ਹਕੀਕਤ ਵਿੱਚ ਉਹ ਗੁਰਦੁਆਰਾ ਨਾ ਹੋਵੇ। ਗੁਰਦੁਆਰਾ ਨਾ ਹੋਵੇ ਦਾ ਮਤਲਬ ਹੈ ਗੁਰਦੁਆਰੇ ਵਿੱਚੋਂ ਗੁਰੂ ਦੀ ਗੱਲ ਘੱਟ ਚੱਲੇ ਤੇ ਲੋਕਾਂ ਦੀ ਗੱਲ ਜ਼ਿਆਦਾ ਚੱਲੇ। ਤੁਸੀਂ ਵੇਖੋ ਬੜੀਆਂ ਗੱਲਾਂ ਵਾ ਗੁਰਦੁਆਰੇ 'ਚ ਜਿਹੜੀਆਂ ਆਪਾਂ ਉਹ ਕਰਦੇ ਹਾਂ ਜਿਹੜੀਆਂ ਲੋਕਾਂ ਤੋਂ ਸੁਣੀਆਂ ਸੁਣਾਈਆਂ ਆ। ਕਈ ਵਾਰ ਗੁਰਦੁਆਰੇ ਬਹਿਸ ਹੋ ਜਾਂਦੀ ਕਈ ਬੰਦਿਆਂ ਨਾਲ, ਤੁਹਾਡੀ ਵੀ ਚਰਚਾ ਹੋ ਜਾਂਦੀ ਹੋਊਗੀ ਵੀ ਆਹ ਕੰਮ ਆਪਾਂ ਨੂੰ ਕਰਨਾ ਚਾਹੀਦਾ, ਆਹ ਨਹੀਂ ਕਰਨਾ ਚਾਹੀਦਾ। ਦਲੀਲ ਦੇਣ ਵਾਲਾ ਬੰਦਾ ਇਹ ਨਹੀਂ ਕਹਿੰਦਾ ਵੀ ਗੁਰੂ ਸਾਹਿਬ ਕੀ ਕਹਿੰਦੇ ਆ। ਦਲੀਲ ਦੇਣ ਵਾਲੇ ਕਹਿੰਦੇ ਲੈ ਇਹ ਤੇ ਸਾਡੇ ਵੱਡੇ ਵਡੇਰਿਆਂ ਤੋਂ ਇਦਾਂ ਹੀ ਹੈ, ਪਹਿਲਾਂ ਤੋਂ ਹੀ ਐਂ ਚੱਲਦਾ ਆ। ਬਾਬੇ ਨਾਨਕ ਤੋਂ ਪਹਿਲਾਂ ਵੀ ਕੁਝ ਚੱਲਦਾ ਹੋਣਾ, ਪਰ ਬਾਬੇ ਨਾਨਕ ਨੇ ਤਾਂ ਉਹ ਨਹੀਂ ਮੰਨਿਆ ਜੋ ਬਾਬੇ ਨਾਨਕ ਤੋਂ ਪਹਿਲਾਂ ਚੱਲਦਾ ਸੀ। ਤੇ ਜੇ ਬਾਬੇ ਨਾਨਕ ਦੇ ਸਾਹਮਣੇ ਇਹੀ ਦਲੀਲ ਹੁੰਦੀ ਵੀ ਇਹ ਤੇ ਬੜੇ ਲੰਬੇ ਸਮੇਂ ਤੋਂ ਚੱਲਦਾ ਆ, ਤੇ ਸ਼ਾਇਦ ਮੈਨੂੰ ਲੱਗਦਾ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਧਰਮ ਆ ਜਾਂ ਜਿਹੜੀ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਉਸ ਵੇਲੇ ਦੁਨੀਆ ਦੇ ਜ਼ਿਹਨ ਤੱਕ ਪਹੁੰਚਾਈ ਤਾਂ ਇਹ ਪਹੁੰਚਣੀ ਨਹੀਂ ਸੀ ਫਿਰ। ਠੀਕ ਹੈ,
ਸੋ ਗੁਰਦੁਆਰਿਆਂ ਦਾ ਰੂਪ ਬਦਲ ਕੇ ਹੌਲੀ ਹੌਲੀ ਗੁਰਦੁਆਰਿਆਂ ਨੂੰ ਆਪਣੀਆਂ ਜਾਇਦਾਦਾਂ ਬਣਾ ਲਿਆ। ਅੱਜ ਮੋਸਟਲੀ ਸਾਡੇ ਗੁਰਦੁਆਰੇ ਕੁਝ ਬੰਦਿਆਂ ਦੀ ਪ੍ਰੋਪਰਟੀ ਹੈ। ਮੈਂ ਗਲਤ ਤਾਂ ਨਹੀਂ ਹੈ ਇਸ ਗੱਲ 'ਚ? ਬੇਸਿਕਲੀ ਗੁਰਦੁਆਰੇ ਅਸੀਂ ਬਣਾ ਲਏ ਪ੍ਰੋਪਰਟੀ। ਹੁਣ ਜਿਹਦੀ ਪ੍ਰੋਪਰਟੀ ਹੁੰਦੀ ਹੈ ਨਾ, ਉਹਨੂੰ ਆਪਣੇ ਢੰਗ ਨਾਲ ਵਰਤਦਾ ਹੈ। ਤਾਂ ਸਿੰਪਲ ਹੀ ਫਾਰਮੂਲਾ ਹੈ। ਇਹ ਅੱਜ ਨਹੀਂ ਹੋਇਆ, ਇਹ ਉਦੋਂ ਵੀ ਹੋਇਆ ਸੀ ਜਦੋਂ ਭਾਰਤ ਦੀ ਧਰਤੀ ਤੇ ਬ੍ਰਿਟਿਸ਼ ਗੌਰਮੈਂਟ ਆਈ, ਅੰਗਰੇਜ਼ ਆਏ, ਤਾਂ ਅੰਗਰੇਜ਼ਾਂ ਨੇ ਪੂਰੇ ਭਾਰਤ ਨੂੰ ਗੁਲਾਮ ਬਣਾ ਲਿਆ। ਤੁਹਾਨੂੰ ਪਤਾ, ਬਹੁਤ ਛੇਤੀ ਗੁਲਾਮ ਬਣਾ ਲਿਆ ਉਹਨਾਂ ਨੇ। ਸਾਡੇ ਮੁਲਕ 'ਚ 3 ਬੰਦੇ ਸੀ ਲੜਨ ਵਾਲੇ, 3 ਕੌਮਾਂ ਲੜਨ ਵਾਲੀਆਂ ਸੀ। ਇੱਕ ਸੀ ਪਠਾਨ, ਜਿਹੜਾ ਬੜੀ ਛੇਤੀ ਗੁਲਾਮ ਬਣਾ ਲਿਆ ਉਹਨਾਂ ਨੇ। ਦੂਜੇ ਸੀ ਮਰਾਠੇ। ਵੀਰ ਜੀ ਆਰਮੀ 'ਚ ਰਿਹਾ, ਇਹਨਾਂ ਨੂੰ ਪਤਾ ਹੋਣਾ। ਮਰਹੱਟਾ ਰੈਜੀਮੈਂਟ ਹੈ ਨਾ ਜਿਹੜੀ, ਉਹਨਾਂ ਨੂੰ ਵੀ ਬੜੇ ਲੜਾਕੇ ਮੰਨਿਆ ਜਾਂਦਾ, ਤੇ ਉਹਨਾਂ ਲਈ ਸ਼ਬਦ ਹੀ ਮਰਾਠਾ ਤਾਂ ਜੁੜਿਆ ਵਾ। ਉਹ ਕਹਿੰਦੇ ਵੀ ਉਹ ਮਰ ਕੇ ਹੀ ਹਟਦੇ ਨੇ, ਬਹੁਤ ਲੜਾਕੂ ਕੌਮ ਹੈ ਉਹ। ਮਰਾਠੇ ਵੀ ਗੁਲਾਮ ਬਣਾ ਲਏ, ਤੇ ਜਿਹੜੇ ਪਠਾਨ ਸੀ ਉਹਨਾਂ ਨੂੰ ਵੀ ਗੁਲਾਮ ਬਣਾ ਲਿਆ। ਤੇ ਜਿਹੜੀ ਇੱਥੋਂ ਦੀ ਬੇਸਿਕ ਜਿਹੜੇ ਆਰੀਅਨ ਆ ਨਾ, ਇਹ ਲੜੇ ਨਹੀਂ ਕਦੇ ਵੀ ਅੱਜ ਤੱਕ, ਨਾ ਪਹਿਲਾਂ ਲੜੇ ਸੀ, ਨਾ ਅੱਜ ਲੜਦੇ ਆ, ਤਾਂ ਨਾ ਹੀ ਇਹ ਲੜਨ ਵਾਲੇ ਬਹੁਤੇ ਹੈਗੇ ਆ। ਸੋ ਇਹ ਤਾਂ ਜਿਹਦਾ ਵੀ ਰਾਜ ਹੁੰਦਾ ਉਹਦੇ ਹੀ ਗੁਲਾਮ ਹੋ ਜਾਂਦੇ ਆ। ਬੇਸਿਕਲੀ ਇਹਨਾਂ ਨੇ ਕਦੀ ਆਪਣਾ ਕੋਈ ਰਾਜ ਕਾਇਮ ਨਹੀਂ ਕੀਤਾ। ਇਹ ਤਾਂ ਜਿਹਦਾ ਰਾਜ ਹੋਵੇ ਉਹਦੇ ਰਾਜ ਵਿੱਚ ਹੀ। ਜੇ ਵੇਖੋ ਵਜ਼ੀਰ ਖਾਂ ਦਾ ਰਾਜ ਆ, ਤੇ ਵਜ਼ੀਰ ਖਾਂ ਦੇ ਰਾਜ ਵਿੱਚ ਜਿਹੜਾ ਦੀਵਾਨ ਹੈ ਉਹ ਕੌਣ ਹੈ? ਸੁੱਚਾਨੰਦ। ਵਜ਼ੀਰ ਖਾਂ ਇਸਲਾਮ ਨਾਲ ਸੰਬੰਧ ਰੱਖਦਾ, ਤੇ ਸੁੱਚਾਨੰਦ ਆਰੀਅਨ ਸਮਾਜੀਆਂ ਨਾਲ ਸੰਬੰਧ ਰੱਖਦਾ, ਪਰ ਉਹਦੇ ਰਾਜ 'ਚ ਗੁਲਾਮੀ ਕਰ ਰਿਹਾ। ਉਹਨੂੰ ਪ੍ਰੋਬਲਮ ਨਹੀਂ ਹੋ ਰਹੀ ਉਹਦੇ ਤੋਂ। ਸੋ ਜਦੋਂ ਗੁਰੂ ਸਾਹਿਬਾਨਾਂ ਨੇ ਘਾੜਤ ਘੜੀ, ਤਾਂ ਹੌਲੀ ਹੌਲੀ ਲੋਕਾਂ ਨੂੰ ਆਜ਼ਾਦ ਫਿਜ਼ਾਵਾਂ 'ਚ ਰਹਿਣ ਦੀ ਆਦਤ ਪਾਈ। ਲੋਕ ਆਜ਼ਾਦੀ ਦਾ ਪਾਠ ਪੜ੍ਹਨ ਲੱਗੇ। ਚਲਦਿਆਂ ਚਲਦਿਆਂ ਸਿਲਸਿਲਾ ਚੱਲਿਆ। ਬੰਦਾ ਸਿੰਘ ਬਹਾਦਰ ਨੇ ਰਾਜ ਸਥਾਪਿਤ ਕਰਤਾ। ਲੋਕਾਂ ਨੂੰ ਹੱਕ ਦਿਵਾਏ ਗਏ, ਆਪਣੀ ਆਪਣੀ ਆਜ਼ਾਦੀ ਨਾਲ ਜ਼ਿੰਦਗੀ ਜਿਉਣ ਦੇ ਤਰੀਕੇ ਸਿਖਾਏ ਗਏ। ਅਖੀਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੋਂ ਚੱਲਦਿਆਂ ਚੱਲਦਿਆਂ ਬੰਦਾ ਸਿੰਘ ਬਹਾਦਰ ਤੋਂ ਬਾਅਦ ਜਦੋਂ ਸਿੱਖ ਰਾਜ ਭਾਗ ਦੇ ਮਾਲਕ ਬਣ ਗਏ, ਉਹਦੇ ਤੋਂ ਬਾਅਦ ਗੋਰੇ ਇਸ ਧਰਤੀ ਤੇ ਆਏ। ਅਸੀਂ 1.5 ਸਦੀ ਬੰਦਾ ਸਿੰਘ ਬਹਾਦਰ ਤੋਂ ਬਾਅਦ ਘਰਾਂ 'ਚ ਨਹੀਂ ਰਹੇ। ਤੁਸੀਂ 18ਵੀਂ ਸਦੀ ਦਾ ਇਤਿਹਾਸ ਪੜ੍ਹੋਗੇ ਨਾ, ਤੁਹਾਨੂੰ ਤੁਸੀਂ ਸੁਣਿਆ ਹੋਣਾ ਵੀ ਦਰਖਤਾਂ ਦੇ ਪੱਤੇ ਭਰੂ ਕੇ ਸਿੱਖ ਖਾਂਦੇ ਸੀ। ਹੁਣ ਸੁਣਨ ਨੂੰ ਅਜੀਬ ਜਿਹੀ ਲੱਗਦੀ ਗੱਲ ਹੈ। ਦਰਖਤਾਂ ਦੇ ਸੱਕ ਖਾਂਦੇ ਸੀ, ਘੋੜਿਆਂ ਦੀਆਂ ਕਾਠੀਆਂ ਸਿੱਖਾਂ ਦੇ ਘਰ ਹੁੰਦੇ ਸੀ, ਪਰ ਇਹ ਗੁਲਾਮ ਨਹੀਂ ਰਹੇ। ਲੋਕ ਕਿੱਡੀ ਵੱਡੀ ਗੱਲ ਆ ਵੀ ਸਾਡੀ ਰੋਟੀ, ਘਰ ਘਾਟ ਸਭ ਉਜੜ ਗਏ। ਕਈ ਮਹੀਨੇ ਸਿੱਖ ਘਰਾਂ 'ਚ ਨਹੀਂ ਰਹਿੰਦੇ। ਤੁਸੀਂ ਵੱਡਾ ਘੱਲੂਘਾਰਾ, ਛੋਟੇ ਘੱਲੂਘਾਰੇ ਦਾ ਇਤਿਹਾਸ ਪੜ੍ਹੋਗੇ, 8 ਮਹੀਨੇ ਅਬਦਾਲੀ ਦੀਆਂ ਫੌਜਾਂ ਸਾਡੇ ਮਗਰ ਤੁਰੀਆਂ ਰਹੀਆਂ ਸਾਨੂੰ ਗੁਲਾਮ ਬਣਾਉਣ ਲਈ, ਪਰ ਅਸੀਂ ਗੁਲਾਮ ਨਹੀਂ ਹੋਏ। ਸੋ ਕੀ ਸਾਧਨ ਸੀ ਸਾਡੇ ਕੋਲ? ਅਸੀਂ ਗੁਰੂ ਕੋਲ ਆਉਂਦੇ ਸੀ। ਇੱਕ ਹੋਰ ਤੁਹਾਨੂੰ ਐਗਜ਼ਾਮਪਲ ਦੇਣਾ, ਸਿਆਣਿਆਂ ਨੇ ਤੁਸੀਂ ਸੁਣਿਆ ਹੋਣਾ ਕਈ ਵਾਰ, ਪੁਰਾਣੇ ਸਮਿਆਂ 'ਚ ਨਾ ਪੰਜਾਬ 'ਚ ਗੁੜ ਨੂੰ ਰੋੜੀ ਕਹਿੰਦੇ ਸੀ। ਰੋੜੀ, ਇਹ ਗੁੜ ਨੂੰ ਰੋੜੀ ਲਖਪਤ ਰਾਏ ਦੇ ਵੇਲੇ ਸ਼ੁਰੂ ਹੋਇਆ ਸੀ। ਅਸਲ 'ਚ ਬੇਸਿਕਲੀ ਪੰਜਾਬ ਦੀ ਬੋਲੀ ਗੋੜੀ ਹੈ, ਪਰ ਲਖਪਤ ਰਾਏ ਕਹਿੰਦਾ ਸੀ ਜਦੋਂ ਸਿੱਖ ਗੁੜ ਵੀ ਕਹਿੰਦੇ ਆ ਨਾ, ਤੇ ਇਹਨਾਂ ਨੂੰ ਗੁਰੂ ਯਾਦ ਆਉਂਦਾ। ਇਸ ਕਰਕੇ ਗੁੜ ਕਹਿਣ ਤੇ ਵੀ ਪਾਬੰਦੀ ਲੱਗਦੀ ਸੀ ਵੀ ਜਿਹੜਾ ਗੁਰੂ ਨਾਲ ਲੱਗਦਾ ਸ਼ਬਦ ਹੈ ਨਾ, ਉਹ ਵੀ ਨਹੀਂ ਕਹਿਣ ਦੇਣਾ ਇਹਨਾਂ ਨੂੰ। ਤੇ ਸਿੱਖਾਂ ਨੂੰ ਕਿਹਾ ਵੀ ਜੇ ਤੁਸੀਂ ਗੁੜ ਕਹਿਣਾ ਤੇ ਰੋੜੀ ਕਹੋ। ਔਰ ਬਹੁਤ ਸਾਰੇ ਪੰਜਾਬ ਦੇ ਇਲਾਕਿਆਂ 'ਚ ਬੰਦਿਆਂ ਨੇ ਇਸ ਗੱਲ ਨੂੰ ਪ੍ਰਵਾਨ ਕਰ ਲਿਆ। ਹਾਲਾਂਕਿ ਗੁਲਾਮੀ ਦਾ ਚਿੰਨ੍ਹ ਸੀ। ਰੋੜੀ ਰੁਪਈਆ ਤੁਸੀਂ ਸ਼ਬਦ ਸੁਣਿਆ ਹੋਣਾ, ਸਾਡਾ ਸ਼ਬਦ ਨਹੀਂ ਹੈ, ਸਾਡਾ ਗੁੜ ਹੀ ਸ਼ਬਦ ਹੈ। ਪਰ ਉਹ ਇਸ ਕਰਕੇ ਆਇਆ ਸੀ ਸਾਡੇ 'ਚ ਵੀ ਇਹ ਗੁੜ ਜਦੋਂ ਕਹਿੰਦੇ ਉਦੋਂ ਵੀ ਇਹਨਾਂ ਨੂੰ ਗੁਰੂ ਯਾਦ ਆਉਂਦਾ। ਇਹਦਾ ਮਤਲਬ ਜਿਹੜਾ ਤੁਹਾਨੂੰ ਗੁਲਾਮ ਬਣਾਉਣਾ ਚਾਹੁੰਦਾ, ਜਿਹੜਾ ਤੁਹਾਡੀਆਂ ਪੀੜ੍ਹੀਆਂ ਨੂੰ ਗੁਲਾਮ ਕਰਨਾ ਚਾਹੁੰਦਾ, ਜਿਹੜਾ ਤੁਹਾਡੇ ਤੋਂ ਤੁਹਾਡੀ ਵਿਚਾਰਧਾਰਾ ਖੋਹਣਾ ਚਾਹੁੰਦਾ, ਉਹਨੂੰ ਪਤਾ ਵਾ ਵੀ ਸਿੱਖ ਉਦਣ ਗੁਲਾਮ ਹੋਣਗੇ ਜਿੱਦਣ ਇਹਨਾਂ ਕੋਲੋਂ ਗੁਰੂ ਖੋਇਆ ਜਾਊਗਾ। ਪਰ ਸਿੱਖ ਨੂੰ ਨਹੀਂ ਸਮਝ ਲੱਗ ਰਹੀ ਇਹ ਗੱਲ। ਸਿੱਖ ਇਸ ਗੱਲੋਂ ਅਣਜਾਣ ਹੈ। ਚਲਦਿਆਂ ਚਲਦਿਆਂ ਹਾਲਾਤ ਇੱਥੋਂ ਤੱਕ ਬਣੇ ਵੀ ਅੰਗਰੇਜ਼ਾਂ ਨੇ ਮਰਾਠੇ ਵੀ ਗੁਲਾਮ ਬਣਾ ਲਏ, ਬਾਕੀ ਇੱਥੋਂ ਦੀਆਂ ਤਾਕਤਵਰ ਕੌਮਾਂ ਵੀ ਗੁਲਾਮ ਬਣਾ ਲਈਆਂ, ਔਰ ਬੰਦਿਆਂ ਨੇ ਉਹਨਾਂ ਦੀ ਗੁਲਾਮੀ ਨੂੰ ਪ੍ਰਵਾਨ ਕਰ ਲਿਆ। ਉਹਨਾਂ ਦੇ ਸਾਹਮਣੇ ਬਚਿਆ ਪੰਜਾਬ। ਪੰਜਾਬ ਵੱਡਾ ਸੀ ਉਹ, ਇਹ ਪੰਜਾਬ ਨਹੀਂ ਸੀ ਜਿਹੜਾ ਹੁਣ ਵਾਲਾ ਪੰਜਾਬ ਅਸੀਂ ਵੇਖਦੇ ਹਾਂ ਨਾ। ਉਹ ਪੁਰਾਣੇ ਪੰਜਾਬ ਦੀ ਮੈਂ ਗੱਲ ਕਰਦਾ, ਜਿਹੜਾ ਅੱਧਾ ਪੰਜਾਬ ਸਾਡਾ ਲਹਿੰਦਾ ਪੰਜਾਬ ਹੈ, ਪਾਕਿਸਤਾਨ ਵਿੱਚ ਹੈ। ਜਿਹੜਾ ਅੰਬਾਲਾ, ਹਰਿਆਣਾ, ਹਿਮਾਚਲ ਦਾ ਬਹੁਤ ਹਿੱਸਾ ਪੰਜਾਬ ਦਾ ਹਿੱਸਾ ਹੈ। ਜੰਮੂ ਕਸ਼ਮੀਰ ਦਾ ਬਹੁਤ ਹਿੱਸਾ ਪੰਜਾਬ ਦਾ ਹਿੱਸਾ ਹੈ। ਯਾਨੀ ਕਿ ਪੰਜਾਬ ਬਹੁਤ ਵੱਡਾ ਵਾ। ਹੁਣ ਇਹ ਨਹੀਂ ਸੀ ਗੁਲਾਮ ਹੋ ਰਿਹਾ ਉਹਨਾਂ ਕੋਲੋਂ, ਇੱਥੇ ਨਹੀਂ ਸੀ ਉਹਨਾਂ ਦਾ ਜ਼ੋਰ ਚੱਲਦਾ। ਫਿਰ ਉਹਨਾਂ ਨੇ ਸਟੱਡੀ ਕੀਤੀ, ਇਹਦੇ ਤੇ ਪੜ੍ਹਾਈ ਕੀਤੀ ਵੀ ਇਹ ਕਿਉਂ ਨਹੀਂ ਗੁਲਾਮ ਹੁੰਦੇ, ਵੀ ਗਿਣਤੀ ਇਹਨਾਂ ਦੀ ਬੜੀ ਥੋੜ੍ਹੀ ਹੈ, ਪਰਸੈਂਟੇਜ ਤਾਂ 2 ਦੇ ਹਿਸਾਬ ਨਾਲ ਨੇ।
ਫਿਰ ਉਹਨਾਂ ਨੇ ਹਿਸਾਬ ਲਾਇਆ ਵੀ ਇੱਕੋ ਹੀ ਚੀਜ਼ ਹੈ ਜਿਹੜਾ ਇਹਨਾਂ ਨੂੰ ਗੁਲਾਮ ਨਹੀਂ ਹੋਣ ਦਿੰਦੀ, ਉਹ ਹੈ ਗੁਰਦੁਆਰਿਓਂ ਗੁਰੂ ਸਾਹਿਬ ਦੀ ਸਿੱਖਿਆ। ਤੇ ਤੁਹਾਨੂੰ ਯਾਦ ਆ ਜਾਣਾ, ਅੰਗਰੇਜ਼ਾਂ ਨੇ ਫਿਰ ਸਾਡੇ ਤਿੰਨੇ ਹੀ ਧਾਰਮਿਕ ਕੇਂਦਰ ਗੁਲਾਮ ਬਣਾ ਲਏ ਸੀ, ਦਰਬਾਰ ਸਾਹਿਬ, ਅੰਮ੍ਰਿਤਸਰ, ਤਰਨਤਾਰਨ ਸਾਡਾ ਕੇਂਦਰੀ ਸਥਾਨ, ਤੇ ਨਨਕਾਣਾ ਸਾਹਿਬ। ਔਰ ਉਹਨਾਂ ਨੇ ਇਹਨਾਂ ਸਾਰਿਆਂ ਥਾਵਾਂ ਤੇ ਆਪਣੇ ਮਹੰਤ ਕਾਬਜ਼ ਕਰਤੇ, ਤਾਂ ਹੀ ਸਾਕਾ ਨਨਕਾਣਾ ਵਾਪਰਿਆ ਸੀ। ਉਹਨਾਂ ਨੂੰ ਪਤਾ ਸੀਗਾ ਵੀ ਜੇ ਸਿੱਖ ਨੂੰ ਕਮਜ਼ੋਰ ਕਰਨਾ ਤੇ ਨਨਕਾਣਿਓਂ ਕਮਜ਼ੋਰ ਕੀਤਾ ਜਾ ਸਕਦਾ, ਇਹ ਦਰਬਾਰ ਸਾਹਿਬ ਤੋਂ, ਅੰਮ੍ਰਿਤਸਰ ਤੋਂ ਕਮਜ਼ੋਰ ਹੋਊਗਾ। ਸਿੱਖਾਂ ਨੂੰ ਉਹਨਾਂ ਨੇ ਗੁਰਦੁਆਰਿਆਂ ਤੋਂ ਤੋੜ ਕੇ ਗੁਲਾਮ ਬਣਾਉਣਾ ਚਾਹਿਆ। ਸਿੱਖ ਸਾਰਾ ਕੁਝ ਭੁੱਲ ਗਏ, ਬਾਕੀ ਛੱਡੋ, ਪਹਿਲਾਂ ਅਸੀਂ ਗੁਰਦੁਆਰੇ ਆਜ਼ਾਦ ਕਰਾਵਾਂਗੇ। ਔਰ ਇੱਕ ਬਹੁਤ ਵੱਡੀ ਫਾਈਟ ਅਸੀਂ ਗੁਰਦੁਆਰੇ ਆਜ਼ਾਦ ਕਰਾਉਣ ਲਈ ਲੜੀ। ਸਿੰਘ ਸਭਾ ਲਹਿਰ ਹੋਂਦ ਵਿੱਚ ਆਈ। ਤੁਹਾਡੇ ਲਾਗੇ ਹੀ ਗਿਆਨੀ ਦਿੱਤ ਸਿੰਘ ਹੁਣਾਂ ਦਾ ਪਿੰਡ ਹੈ, ਇਹਨਾਂ ਬੰਦਿਆਂ ਨੇ ਲੱਕ ਬੰਨ੍ਹ ਲਿਆ ਗੁਰਦੁਆਰਾ ਆਜ਼ਾਦ ਕਰਾਉਣ ਵਾਸਤੇ। ਗੁਰਦੁਆਰਾ ਆਜ਼ਾਦ ਹੋਣ ਤੋਂ ਬਾਅਦ, ਗੁਰਦੁਆਰਾ ਆਜ਼ਾਦ ਤਾਂ ਹੋ ਗਿਆ, ਵਿਚਾਰਧਾਰਾ ਕਰਕੇ ਗੁਰਦੁਆਰੇ ਪੂਰਨ ਰੂਪ 'ਚ ਆਜ਼ਾਦ ਨਾ ਹੋਏ। ਤਾਂ ਤੁਹਾਨੂੰ ਯਾਦ ਹੋਣਾ, ਇੱਕ ਤੁਸੀਂ ਸ਼ਬਦ ਸੁਣਿਆ ਹੋਣਾ, ਗੁਰਦੁਆਰਾ ਸੁਧਾਰ ਲਹਿਰ। ਹੁਣ ਇਹਦਾ ਮਤਲਬ ਗੁਰਦੁਆਰੇ ਨੂੰ ਸੁਧਾਰਨ ਦੀ ਕੀ ਲੋੜ ਹੈ? ਗੱਲ ਸਮਝ ਆ ਗਈ? ਗੁਰਦੁਆਰਾ ਤਾਂ ਰਹਿ ਗਿਆ, ਪਰ ਗੁਰਦੁਆਰੇ ਦੇ ਅੰਦਰ ਵਿਚਾਰਧਾਰਾ ਉਹ ਲਾਗੂ ਹੋ ਗਈ ਜਿਹੜੀ ਕਿ ਵਕਤ ਦੀਆਂ ਸਰਕਾਰਾਂ ਜਾਂ ਵਕਤ ਦੇ ਲੋਕ ਚਾਹੁੰਦੇ ਸੀ। ਅਸੀਂ ਉਸ ਪੈਟਰਨ ਤੇ ਹੌਲੀ ਹੌਲੀ ਚੱਲਣ ਲੱਗ ਪਏ। ਅੱਜ ਜਿੱਥੇ ਆਣ ਕੇ ਅਸੀਂ ਖੜੇ ਹੋ ਗਏ ਹਾਂ, ਅੱਜ ਅਸੀਂ ਉੱਦਾਂ ਹੀ ਚੱਲ ਰਹੇ ਹਾਂ। ਗੁਰਦੁਆਰੇ ਤੇ ਜਾ ਰਹੇ ਹਾਂ, ਬਾਣੀ ਤੇ ਪੜ੍ਹ ਰਹੇ ਹਾਂ, ਮੱਥਾ ਤੇ ਟੇਕ ਰਹੇ ਹਾਂ, ਅਖੰਡ ਪਾਠ ਤਾਂ ਕਰਾ ਰਹੇ ਹਾਂ, ਭੋਗ ਤਾਂ ਪਾ ਰਹੇ ਹਾਂ, ਪਰ ਅਸੀਂ ਗੁਰੂ ਦੀ ਗੱਲ ਕੋਈ ਵੀ ਧਿਆਨ ਨਾਲ ਸੁਣ ਨਹੀਂ ਰਹੇ। ਸਾਨੂੰ ਬੇਸਿਕ ਗੱਲਾਂ ਵੀ ਗੁਰੂ ਸਾਹਿਬ ਜੀ ਦੀਆਂ ਨਹੀਂ ਪਤਾ। ਸਿੰਪਲ ਜਪਜੀ ਸਾਹਿਬ ਸ਼ੁਰੂਆਤ ਵਿੱਚ ਹੀ ਗੁਰੂ ਸਾਹਿਬ ਜੀ ਕਹਿੰਦੇ ਆ, ਸਿੱਖ ਜਿਹੜਾ ਹੁੰਦਾ ਨਾ ਉਹ ਨਿਰਭਉ ਤੇ ਨਿਰਵੈਰ। ਆਮ ਤੁਸੀਂ ਵੇਖਿਆ ਅੱਜ ਕੱਲ੍ਹ ਗੱਡੀਆਂ ਤੇ ਲਿਖਿਆ ਹੁੰਦਾ ਬਹੁਤ, ਨਿਰਭਉ ਨਿਰਵੈਰ, ਨਿਰਭਉ ਨਿਰਵੈਰ। ਜਦੋਂ ਅਸੀਂ ਪਿੰਡਾਂ 'ਚ ਜਾਣਾ ਸ਼ੁਰੂ ਕੀਤਾ, ਅੱਜ ਤੋਂ ਲਗਭਗ 2001 'ਚ ਪਹਿਲੀ ਵਾਰ ਸਾਡੇ ਵੀਰਾਂ ਨੇ ਸੋਚਿਆ ਵੀ ਜੇ ਤੁਸੀਂ ਸਿੱਖੀ ਨੂੰ ਬਚਾਉਣਾ ਤੇ ਤੁਹਾਨੂੰ ਪਿੰਡ ਪਿੰਡ ਜਾ ਕੇ ਲੋਕ ਇਕੱਠੇ ਕਰਕੇ ਤੇ ਉਹਨਾਂ ਨੂੰ ਗੁਰਮਤਿ ਦੀ ਗੱਲ ਬਹਿ ਕੇ ਸਮਝਾਉਣੀ ਪਊਗੀ। 2001 'ਚੋਂ ਸ਼ੁਰੂ ਹੋਏ ਸੀ, ਉੱਥੋਂ ਨਿਕਲੇ ਸੀ ਇਹ ਕੈਂਪ ਇਸ ਤਰ੍ਹਾਂ ਦੇ। ਤੇ ਸਾਡਾ ਬਹੁਤ ਸਾਰੇ ਬੰਦਿਆਂ ਨੇ ਸਵਾਗਤ ਵੀ ਕੀਤਾ ਤੇ ਬਹੁਤ ਸਾਰੇ ਬੰਦਿਆਂ ਨੇ ਸਾਡਾ ਵਿਰੋਧ ਵੀ ਕੀਤਾ, ਕਿਉਂਕਿ ਜਿਹੜੀ ਚੀਜ਼ ਇੱਕ ਬਣ ਚੁੱਕੀ ਹੁੰਦੀ ਆ ਨਾ, ਉਹਨੂੰ ਜਦੋਂ ਤੁਸੀਂ ਤੋੜਦੇ ਆ, ਜਦੋਂ ਤੁਸੀਂ ਉੱਥੇ ਕੋਈ ਨਵੀਂ ਵਿਚਾਰਧਾਰਾ ਦਿੰਦੇ ਆ, ਤੇ ਕਈ ਬੰਦਿਆਂ ਨੂੰ ਐਂ ਲੱਗਦਾ ਹੁੰਦਾ ਵੀ ਇਹ ਸਾਡੇ ਵਿਰੋਧੀ ਆ। ਹਾਲਾਂਕਿ ਆਪਾਂ ਵਿਰੋਧੀ ਨਹੀਂ ਹੁੰਦੇ ਕਿਸੇ ਦੇ। ਮੰਨ ਲਓ ਜਦੋਂ ਡਾਕਟਰ ਕੋਲ ਦਵਾਈ ਲੈਣ ਜਾਂਦੇ ਨਾ ਆਪਾਂ, ਤੇ ਅਸੀਂ ਉਹਨੂੰ ਕਹਿੰਦੇ ਆ ਵੀ ਮੈਨੂੰ ਇਹ ਪ੍ਰੋਬਲਮ ਹੈ, ਉਹ ਚੈੱਕਅਪ ਕਰਦਾ ਪੂਰਾ ਸਾਡਾ। ਤੇ ਅਸੀਂ ਜਦੋਂ ਚੈੱਕਅਪ ਕਰਾ ਰਹੇ ਹੁੰਦੇ ਉਦੋਂ ਅਸੀਂ ਉਹਨੂੰ ਦੱਸ ਨਹੀਂ ਰਹੇ ਹੁੰਦੇ ਵੀ ਆਹ ਨਹੀਂ ਚੈੱਕ ਕਰਨਾ, ਆਹ ਨਹੀਂ। ਉਹ ਕੱਲੀ ਕੱਲੀ ਚੀਜ਼ ਚੈੱਕ ਕਰਦਾ, ਸਾਡੇ ਸਾਹ ਚੈੱਕ ਕਰਦਾ, ਸਾਡੀ ਨਬਜ਼ ਚੈੱਕ ਕਰਦਾ, ਸਾਡਾ ਖੂਨ ਚੈੱਕ ਕਰਦਾ। ਉਹ ਫਿਰ ਉਹ ਚੈੱਕ ਕਰਨ ਤੋਂ ਬਾਅਦ ਫਿਰ ਤੁਹਾਨੂੰ ਦੱਸਦਾ ਵੀ ਆਹ ਰੋਗ ਹੈ ਤੁਹਾਨੂੰ। ਹੁਣ ਜਿਹੜਾ ਬੰਦਾ ਰੋਗ ਦੱਸਦਾ ਤੇ ਉਹਦੇ ਤੋਂ ਬਾਅਦ ਆਪਾਂ ਉਹਦੇ ਗਲ ਨਹੀਂ ਪੈਂਦੇ। ਤੂੰ ਇੱਦਾਂ ਕਿੱਦਾਂ ਕਹਿ ਤਾ ਮੈਨੂੰ ਵੀ ਮੈਂ ਰੋਗੀ ਹਾਂ? ਆਪਾਂ ਕਹਿੰਦੇ ਵੀ ਧੰਨਵਾਦ ਤੇਰਾ ਭਰਾ, ਤੂੰ ਮੈਨੂੰ ਦੱਸ ਤਾਂ ਦਿੱਤਾ ਵੀ ਮੈਂ ਰੋਗੀ ਹਾਂ। ਫਿਰ ਅਸੀਂ ਉਹਦਾ ਹੱਲ ਲੱਭਦੇ ਹਾਂ, ਇਹਦਾ ਹੱਲ ਕੀ ਹੋਊਗਾ। ਔਰ ਉਹ ਹੱਲ ਕਰਨ ਤੋਂ ਬਾਅਦ ਜਦੋਂ ਅਸੀਂ ਤੰਦਰੁਸਤ ਹੋ ਜਾਂਦੇ ਹਾਂ ਨਾ, ਫਿਰ ਅਸੀਂ ਉਸ ਡਾਕਟਰ ਦਾ ਸ਼ੁਕਰਾਨਾ ਵੀ ਕਰਦੇ ਹਾਂ ਵੀ ਭਲਾ ਹੋਵੇ ਇਹਦਾ, ਵੀ ਮੈਨੂੰ ਬਚਾ ਲਿਆ। ਜੇ ਬਿਮਾਰੀ ਵੱਧ ਜਾਂਦੀ ਤੇ ਮੇਰੇ ਲਈ ਜਾਨਲੇਵਾ ਵੀ ਹੋ ਸਕਦੀ ਸੀ। ਅੱਜ ਵੀ ਜਿਸ ਰੂਪ ਵਿੱਚ ਅਸੀਂ ਗੁਰੂ ਸਾਹਿਬ ਜੀ ਨਾਲੋਂ ਟੁੱਟ ਰਹੇ ਹਾਂ ਨਾ ਹੌਲੀ ਹੌਲੀ, ਇਹ ਆਉਣ ਵਾਲੇ ਸਮੇਂ 'ਚ ਸਾਡੇ ਲਈ ਜਾਨਲੇਵਾ ਹੀ ਹੈ। ਪੰਜਾਬ ਬੁਰੀ ਤਰ੍ਹਾਂ ਨਾਲ ਖਤਮ ਹੋਣ ਦੇ ਦਰਕਿਨਾਰ ਵਾਲੇ ਬੰਨੇ ਨੂੰ ਹੀ ਤੁਰ ਰਿਹਾ। ਤੋ ਆਪਾਂ ਇਸ ਗੱਲ ਨੂੰ ਬੜੇ ਧਿਆਨ ਨਾਲ ਸਮਝਣਾ ਵੀ ਅੱਜ ਸਾਨੂੰ ਗੁਰਦੁਆਰਿਆਂ ਨੂੰ ਗੁਰਦੁਆਰੇ ਬਣਾਉਣ ਦੀ ਲੋੜ ਹੈ। ਅੱਜ ਸਾਡੇ ਗੁਰਦੁਆਰੇ ਵੇਖਣ ਨੂੰ ਗੁਰਦੁਆਰੇ ਨੇ, ਪਰ ਸਹੀ ਅਰਥਾਂ 'ਚ ਅੱਜ ਸਾਡੇ ਗੁਰਦੁਆਰੇ ਗੁਰਦੁਆਰੇ ਨਹੀਂ ਹੈ। ਔਰ ਉਸ ਸੁਧਾਰ ਲਹਿਰ ਵਿੱਚੋਂ, ਉਸ ਗੁਰਦੁਆਰਾ ਸੁਧਾਰ ਲਹਿਰ ਸਿੰਘ ਸਭਾ, ਉਸ ਲਹਿਰ ਵਿੱਚੋਂ ਇੱਕ ਚੀਜ਼ ਸਾਡੇ ਸਾਹਮਣੇ ਖੁੱਲ੍ਹ ਕੇ ਪ੍ਰਗਟ ਹੋ ਕੇ ਆਈ ਸੀ ਵੀ ਸਾਨੂੰ ਗੁਰਦੁਆਰਿਆਂ ਦਾ ਪ੍ਰਬੰਧ ਬਕਾਇਦਾ ਰਿਟਨ ਰੂਪ ਵਿੱਚ ਇੱਕ ਖਰੜਾ, ਇੱਕ ਦਸਤਾਵੇਜ਼ ਤਿਆਰ ਕਰਨਾ ਚਾਹੀਦਾ। ਮੈਂ ਮੰਨ ਲਓ ਆਪਣੇ ਨਗਰ ਦਾ ਨਾਮ ਕੀ ਹੈ? ਦੁਲਵਾ। ਹੁਣ ਦੁਲਵਾ ਪਿੰਡ ਜਾ ਕੇ ਮੈਂ ਦੱਸਾਂ ਵੀ ਗੁਰਦੁਆਰਾ ਕਿੱਦਾਂ ਦਾ ਹੋਣਾ ਚਾਹੀਦਾ, ਇਹ ਔਖਾ ਕੰਮ ਹੈ, ਕਿਉਂਕਿ ਮੈਂ ਅੰਮ੍ਰਿਤਸਰ ਰਹਿਣਾ ਤੇ ਦੁਲਵਾ ਪਿੰਡ ਵਾਲੇ ਮੇਰੇ ਤੋਂ ਪੈਂਦੇ ਆ 200 ਕਿਲੋਮੀਟਰ ਦੂਰ, ਤੇ ਮੈਂ ਇੱਥੇ ਆਣ ਕੇ ਦੱਸ ਨਹੀਂ ਸਕਦਾ। ਦੁਲਵਾ ਪਿੰਡ ਵਾਲੇ ਚਾਹੁਣ ਵੀ ਅਸੀਂ ਉਹ ਪਟਿਆਲੇ ਦੇ ਪਰਲੇ ਬੰਨੇ ਇੱਕ ਪਿੰਡ ਪੈਂਦਾ ਤੇ ਉਹਨਾਂ ਨੂੰ ਜਾ ਕੇ ਦੱਸੀਏ ਵੀ ਗੁਰਦੁਆਰੇ ਦਾ ਪ੍ਰਬੰਧ ਕਿੱਦਾਂ ਦਾ ਹੋਣਾ ਚਾਹੀਦਾ, ਇਹ ਔਖਾ ਕੰਮ ਹੈ। ਇਹਦੇ ਨਾਲੋਂ ਆਪਾਂ ਇੱਕ ਡਾਕੂਮੈਂਟ ਤਿਆਰ ਕਰ ਲਈਏ ਜਿਹੜਾ ਕਿ ਸਾਡੇ ਗੁਰਦੁਆਰੇ ਦੇ ਬੇਸਿਕ ਸਿਧਾਂਤ ਨੂੰ, ਫੰਡਾ ਸਾਡਾ ਕਲੀਅਰ ਹੋਵੇ,
ਤੇ ਉਹਨਾਂ ਨੇ ਫਿਰ ਬਣਾਈ ਸਿੱਖ ਰਹਿਤ ਮਰਿਆਦਾ, ਜੋ ਤੁਹਾਡੇ ਹੱਥਾਂ ਵਿੱਚ ਵੀ ਹੈ। ਇਸ ਸਿੱਖ ਰਹਿਤ ਮਰਿਆਦਾ ਨੂੰ ਛਾਪਿਆ ਕਿਹਨੇ ਹੈ? ਧਰਮ ਪ੍ਰਚਾਰ ਕਮੇਟੀ। ਥੱਲੇ ਲਿਖਿਆ ਹੋਇਆ ਗੁਰਦੁਆਰਾ, ਤੁਸੀਂ ਆਪਣੇ ਕੋਲ ਹੀ ਵੇਖੋਗੇ ਤਾਂ ਉੱਥੇ ਲਿਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਯਾਨੀ ਕਿ ਥੱਲੇ ਨਾਲ ਇਹ ਵੀ ਲਿਖਿਆ ਅੰਮ੍ਰਿਤਸਰ। ਕੌਣ ਛਾਪਦਾ ਵਾ ਇਹਨੂੰ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਛਾਪਦੀ ਹੈ। ਅੱਛਾ, ਹੁਣ ਉਹ ਛਾਪਦੇ ਆ ਤੇ ਅਸੀਂ ਤੁਹਾਨੂੰ ਕਹਿ ਰਹੇ ਹਾਂ ਵੀ ਇਹਨੂੰ ਪੜ੍ਹੋ। ਅਸੀਂ ਕਿਹਦਾ ਕੰਮ ਕਰ ਰਹੇ ਹਾਂ? ਹਾਂ, ਹੁਣ ਸ਼੍ਰੋਮਣੀ ਕਮੇਟੀ ਨੂੰ ਸਾਡਾ ਵਿਰੋਧ ਕਰਨਾ ਚਾਹੀਦਾ ਕਿ ਸਾਡੇ ਨਾਲ ਖਲੋਣਾ ਚਾਹੀਦਾ? ਪਰ ਉਹ ਸਾਡੇ ਵਿਰੋਧ 'ਚ ਖਲੋਂਦੇ। ਉਹ ਕਹਿੰਦੇ ਜਦੋਂ ਅਸੀਂ ਨਹੀਂ ਪੜ੍ਹਨ ਨੂੰ ਦਿੱਤੀ ਲੋਕਾਂ ਨੂੰ ਤਾਂ ਤੁਸੀਂ ਕਿਉਂ ਦਿੰਦੇ ਹੋ? ਸਮਝ ਲੱਗੀ ਗੱਲ? ਕਿਉਂ? ਕਿਉਂਕਿ ਜੇ ਸਾਡੇ ਸਾਰੇ ਪੰਜਾਬ ਦੇ ਗੁਰਦੁਆਰਿਆਂ ਦਾ ਪ੍ਰਬੰਧ ਠੀਕ ਹੋ ਜਾਊਗਾ ਤੇ ਪੰਜਾਬ ਠੀਕ ਹੋ ਜਾਊਗਾ, ਫਿਰ ਜਿਹੜੇ ਨਕਲੀ ਚੌਧਰੀ ਆ ਨਾ ਸਾਡੇ, ਜਿਨ੍ਹਾਂ ਵੇਖੋ ਅੱਜ ਹਰ ਬੰਦਾ ਵਪਾਰੀ ਹੋ ਗਿਆ। ਮਾਫ ਕਰਿਓ ਮੈਨੂੰ ਸ਼ਬਦ ਸ਼ਾਇਦ ਕਈਆਂ ਨੂੰ ਨਾ ਅੱਜ ਹਰ ਬੰਦਾ ਵਪਾਰੀ ਹੈ। ਭਾਵੇਂ ਉਹ ਵੇਖਣ ਨੂੰ ਧਾਰਮਿਕ ਲੱਗ ਰਿਹਾ ਤੇ ਭਾਵੇਂ ਉਹ ਵੇਖਣ ਨੂੰ ਰਾਜਨੀਤਿਕ ਲੱਗ ਰਿਹਾ ਤੇ ਭਾਵੇਂ ਉਹ ਵੇਖਣ ਨੂੰ ਕੋਈ ਬਾਬਾ ਲੱਗ ਰਿਹਾ, ਪਰ ਬੇਸਿਕਲੀ ਸਾਡੇ ਪੰਜਾਬ ਦੀ ਹਰ ਇੱਕ ਚੀਜ਼ ਵਪਾਰੀਕਰਨ ਨਾਲ ਜੁੜ ਗਈ ਹੈ। ਹੁਣ ਅਸੀਂ ਵਪਾਰੀਆਂ ਨੂੰ ਠੀਕ ਕਿੱਦਾਂ ਕਰ ਸਕਦੇ ਹਾਂ ਜਦੋਂ ਅਸੀਂ ਖੁਦ ਹੀ ਵਪਾਰੀ ਹਾਂ? ਮੰਨ ਲਓ ਮੈਂ ਧਾਰਮਿਕ ਬੰਦਾ, ਜਦੋਂ ਮੈਂ ਹੀ ਵਪਾਰੀ ਹਾਂ ਤੇ ਮੈਂ ਕਿਸੇ ਸ਼ਰਾਬ ਵੇਚਣ ਵਾਲੇ ਨੂੰ ਕਿਉਂ ਕਹੂੰਗਾ ਵੀ ਭਾਈ ਤੂੰ ਸ਼ਰਾਬ ਦਾ ਵਪਾਰ ਕਰਕੇ ਸਾਡੇ ਜਵਾਨਾਂ ਦੀ ਜਿਹੜੀ ਜ਼ਿੰਦਗੀ ਬਰਬਾਦ ਨਾ ਕਰ? ਕਿਉਂਕਿ ਉਹ ਕਹੂਗਾ ਵੀ ਮੇਰਾ ਹੋਰ ਤਰ੍ਹਾਂ ਦਾ ਵਪਾਰ ਹੈ, ਤੇਰਾ ਹੋਰ ਤਰ੍ਹਾਂ ਦਾ, ਆਪਾਂ ਹੈ ਤੇ ਦੋਵੇਂ ਹੀ ਵਪਾਰੀ ਹਾਂ। ਤੂੰ ਵਪਾਰ ਹੋਰ ਤਰ੍ਹਾਂ ਦਾ ਕਰਦਾ, ਮੈਂ ਵਪਾਰ ਹੋਰ ਤਰ੍ਹਾਂ ਦਾ ਕਰਦਾ। ਸੋ ਵਪਾਰ ਜਦੋਂ ਬਣ ਜਾਂਦਾ ਸਾਡਾ ਤਾਂ ਫਿਰ ਇਹਨਾਂ ਸਾਰੀਆਂ ਚੀਜ਼ਾਂ, ਹੁਣ ਜਦੋਂ ਸਾਡੇ ਗੁਰਦੁਆਰਿਆਂ ਦਾ ਸੰਬੰਧ ਵਿਚਾਰ ਨਾਲੋਂ ਵਪਾਰ ਨਾਲ ਜੁੜ ਜੂਗਾ ਤੇ ਵਪਾਰ ਵਾਲੇ ਬੰਦਿਆਂ ਨੂੰ ਸਿਆਣੇ ਬੰਦੇ ਨਹੀਂ ਚਾਹੀਦੇ ਹੁੰਦੇ। ਉਹਨਾਂ ਨੂੰ ਚਾਹੀਦੇ ਹੁੰਦੇ ਆ ਜੋ ਅਸੀਂ ਕਹੀਏ ਤੁਸੀਂ ਮੰਨ ਲਓ। ਸਿਆਣੇ ਬੰਦੇ ਜਦੋਂ ਮੰਨਣਗੇ ਤੇ ਉਹਦੇ ਤੇ ਆਰਗੋ ਵੀ ਕਰਨਗੇ, ਸਵਾਲ ਵੀ ਕਰਨਗੇ। ਸਿਆਣੇ ਉਦੋਂ ਹੋਣਗੇ, ਵੇਖੋ ਛਾਪੀ ਉਹਨਾਂ ਨੇ ਹੈ ਪਰ ਉਹਨਾਂ ਨੇ ਪਿੰਡਾਂ 'ਚ ਨਹੀਂ ਪਹੁੰਚਾਈ। ਔਰ ਮੈਂ ਦਾਅਵੇ ਨਾਲ ਕਹਿ ਸਕਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ 75% ਗੁਰਦੁਆਰੇ ਇਹੋ ਜਿਹੇ ਹੋਣੇ ਆ ਜਿੱਥੇ ਰਹਿਤ ਮਰਿਆਦਾ ਲਾਗੂ ਨਹੀਂ ਆ। ਹੁਣ ਕਿੱਡੀ ਅਜੀਬ ਗੱਲ ਹੈ ਵੀ ਤੁਸੀਂ ਇਹ ਦਸਤਾਵੇਜ਼ ਛਾਪਿਆ ਕਿਉਂ ਹੈ ਜੇ ਲਾਗੂ ਹੀ ਨਹੀਂ ਕਰਨਾ? ਤੇ ਸਿੰਪਲ ਗੱਲ ਹੈ ਨਾ, ਮੰਨ ਲਓ ਮੈਂ ਕੋਈ ਚੀਜ਼ ਕਿਤਾਬ ਵੰਡ ਰਿਹਾ ਔਰ ਉਹਦੇ ਤੇ ਇਹ ਵੀ ਲਿਖਿਆ ਵੇਖੋ ਭੇਟਾ ਰਹਿਤ, ਇਹਦੇ ਅਖੀਰਲੇ ਪੇਜ ਤੇ ਜਾਇਓ, ਮਾੜਾ ਜਿਹਾ ਅਖੀਰਲਾ ਪੇਜ ਵੇਖੋ, ਆਪ ਪੜ੍ਹਿਓ। ਇੱਥੇ ਲਿਖਿਆ ਵਾ ਗੁਰਮਤਿ ਪ੍ਰਚਾਰ ਹਿੱਤ ਆਪ ਪੜ੍ਹੋ ਤੇ ਹੋਰਾਂ ਨੂੰ ਪੜ੍ਹਾਓ। ਫਿਰ ਆਉਂਦੇ ਕਿਉਂ ਨਹੀਂ ਪੜ੍ਹਾਉਣ ਸਾਨੂੰ? ਤੇ ਜਿਹੜਾ ਪੜ੍ਹਾ ਰਿਹਾ ਉਹਨੂੰ ਵੀ ਨਹੀਂ ਪੜ੍ਹਾਉਣ ਦਿੰਦੇ। ਚਾਹੀਦਾ ਤੇ ਇਹ ਸੀ ਵੀ ਉਹ ਤੇ ਪਿੰਡ ਪਿੰਡ ਜਾਂਦੇ, ਸਾਰੇ ਬੰਦਿਆਂ ਨੂੰ ਬਿਠਾਉਂਦੇ, ਇਕੱਠੇ ਕਰਦੇ ਤੇ ਉਹਨਾਂ ਨੂੰ ਕਹਿੰਦੇ ਭਾਈ ਆਹ ਸਾਡੇ ਗੁਰਦੁਆਰੇ ਦੀ ਮਰਿਆਦਾ, ਇਹਨਾਂ ਨੂੰ ਇੱਕ ਥਾਂ ਤੇ ਲਾਗੂ ਕਰੋ। ਹੁਣ ਕੀ ਫਾਇਦਾ ਹੁੰਦਾ ਇਹਦਾ? ਮੰਨ ਲਓ ਤੁਹਾਡੇ ਪਿੰਡ 'ਚ, ਦੁੱਲੋਂ ਪਿੰਡ 'ਚ 2 ਗੁਰਦੁਆਰੇ, ਇੱਕ ਗੁਰਦੁਆਰੇ ਮਰਿਆਦਾ ਹੋ ਰਿਹਾ ਤੇ ਦੂਜੇ ਗੁਰਦੁਆਰੇ ਮਰਿਆਦਾ। ਹੁਣ ਕੰਟਰੋਵਰਸੀ ਹੋ ਗਈ ਨਾ ਪਿੰਡ 'ਚ। ਅੱਧਿਆਂ ਨੂੰ ਇਹ ਨਹੀਂ ਸਮਝ ਲੱਗ ਰਹੀ ਵੀ ਇਹ ਵਾਲੇ ਠੀਕ ਆ ਕਿ ਜਾਂ ਇਹ ਵਾਲੇ ਠੀਕ ਆ। ਤੇ ਜੇ ਦੋਵਾਂ 'ਚ ਆਹ ਲਾਗੂ ਹੋ ਜਾਏ ਤੇ ਘੱਟੋ ਘੱਟ ਅਸੀਂ ਇਸ ਗੱਲ ਤੋਂ ਤੇ ਸੁਰਖਰੂ ਹੋ ਜਾਈਏ ਨਾ ਵੀ ਸਾਡੇ ਪਿੰਡ 'ਚ ਮਰਿਆਦਾ ਇੱਕ ਹੈ, ਜਿਹੜੀ ਵੀ ਜਿਸ ਰੂਪ 'ਚ ਵੀ ਹੋਵੇ। ਪਰ ਉਹਨਾਂ ਨੂੰ ਇਹ ਲੱਗਦਾ ਵੀ ਜੇ ਮਰਿਆਦਾ ਇੱਕ ਹੋਊਗੀ ਤੇ ਝਗੜੇ ਮੁੱਕਣਗੇ, ਜੇ ਝਗੜੇ ਮੁੱਕ ਜਾਣਗੇ ਤੇ ਫਿਰ ਸਾਡਾ ਕੀ ਰੋਲ ਰਹਿ ਜਾਊਗਾ। ਜਿਵੇਂ ਬੜੀ ਵਾਰ ਉਦਾਹਰਣ ਦਿੰਦਾ ਹੁੰਦਾ ਵੀ ਮੰਨ ਲਓ ਡਾਕਟਰ ਕੋਈ ਟੈਬਲੇਟ ਤਿਆਰ ਕਰਦੇ ਇੱਦਾਂ ਦੀ, ਉਹ ਟੈਬਲੇਟ ਇੱਕ ਵਾਰ ਖਾਣ ਨਾਲ ਬਾਅਦ 'ਚ ਕਦੀ ਕੋਈ ਬਿਮਾਰੀ ਨਾ ਹੋਵੇ, ਕਦੀ ਕੋਈ ਰੋਗ ਨਾ ਲੱਗੇ, ਤੇ ਉਹ ਇੱਕ ਟੈਬਲੇਟ ਸਾਰੇ ਹੀ ਪੂਰੇ ਵਰਲਡ ਵਾਈਡ ਵੰਡ ਦਿੱਤੀ ਜਾਏ ਤੇ ਉਸ ਟੈਬਲੇਟ ਦਾ ਵਿਰੋਧ ਕੌਣ ਕਰੂਗਾ ਸਭ ਤੋਂ ਵੱਧ? ਭਲਾ ਡਾਕਟਰ ਕਰਨਗੇ, ਕਿਉਂਕਿ ਉਹਨਾਂ ਨੂੰ ਐਂ ਲੱਗਦਾ ਵੀ ਜੇ ਟੈਬਲੇਟ ਸਾਰਿਆਂ ਤੱਕ ਪਹੁੰਚ ਗਈ ਤਾਂ ਫਿਰ ਸਾਡੀ ਦੁਕਾਨਦਾਰੀ ਸਦਾ ਵਾਸਤੇ ਬੰਦ ਹੋ ਜਾਣੀ। ਕਿਉਂਕਿ ਜੇ ਲੋਕ ਹੀ ਨਹੀਂ ਬਿਮਾਰ ਹੋਣਗੇ, ਲੋਕਾਂ ਨੂੰ ਰੋਗ ਹੀ ਨਹੀਂ ਲੱਗਣਗੇ ਤੇ ਲੋਕ ਸਾਡੀ ਲੋੜ ਕਿਉਂ ਸਮਝਣਗੇ? ਇਸੇ ਕਰਕੇ ਸਾਡੇ ਅੱਜ ਧਾਰਮਿਕ ਬੰਦਿਆਂ ਨੂੰ ਵੀ ਇਹ ਲੱਗੀ ਜਾਂਦਾ, ਧਰਮ ਪ੍ਰਚਾਰ ਨਾਲ ਜੁੜੇ ਹੋਏ ਬੰਦਿਆਂ ਨੂੰ ਵੀ ਇਹ ਲੱਗੀ ਜਾਂਦਾ ਵੀ ਜੇ ਸਾਰੀ ਦੁਨੀਆ ਠੀਕ ਹੋ ਗਈ ਤਾਂ ਸਾਡੀ ਲੋੜ ਨਹੀਂ ਰਹਿ ਜਾਣੀ। ਇਸ ਕਰਕੇ ਆਪਣੀ ਲੋੜ ਨੂੰ ਬਣਾਈ ਰੱਖਣ ਵਾਸਤੇ ਇਹ ਸਾਰਾ ਕੁਝ ਉਹਨਾਂ ਨੇ ਕੀਤਾ। ਅੰਗਰੇਜ਼ਾਂ ਨੇ ਗੁਰਦੁਆਰੇ ਗੁਲਾਮ ਕਰ ਲਏ।
ਹੌਲੀ ਹੌਲੀ ਗੁਰਦੁਆਰੇ ਗੁਲਾਮ ਦੀ ਦਹਲੀਜ਼ ਤੇ ਚੜ੍ਹ ਗਏ। ਤੁਸੀਂ ਹੁਣ ਇਸ ਰਹਿਤ ਮਰਿਆਦਾ ਬਾਰੇ ਬਹੁਤ ਕੁਝ ਇਹਦੇ 'ਚੋਂ ਪੜ੍ਹਿਆ ਜਾ ਸਕਦਾ, ਪਰ ਮੈਂ ਤੁਹਾਨੂੰ ਥੋੜ੍ਹੀਆਂ ਜਿਹੀਆਂ ਗੱਲਾਂ ਇਹਦੀਆਂ ਤੁਹਾਡੇ ਨਾਲ ਸਾਂਝੀਆਂ ਕਰਦਾ। ਇਹਦੇ 12 ਨੰਬਰ ਪੇਜ ਤੇ ਜਾ, ਆਪਾਂ ਬਿਲਕੁਲ ਸ਼ਾਰਟ ਜਿਹੇ 'ਚ ਇਹਨੂੰ ਕਰਾਂਗੇ। 12 ਨੰਬਰ ਪੇਜ ਕੱਢ ਲਿਆ ਸਾਰਿਆਂ ਨੇ? ਤੁਸੀਂ ਆਪ ਧਿਆਨ ਨਾਲ ਵੇਖ ਲੋਗੇ, ਤੁਹਾਡੇ ਸਾਹਮਣੇ ਗੁਰਦੁਆਰਾ ਟੌਪਿਕ ਇਹਦੇ 'ਚ ਦਿੱਤਾ ਹੋਇਆ ਉਹਨਾਂ ਨੇ। ਗੁਰਦੁਆਰਾ, ਇਹਦੇ ਕੁਝ ਪੁਆਇੰਟ ਆ, ਮੈਂ ਪੜੂੰਗਾ, ਤੁਸੀਂ ਭਾਵੇਂ ਨਾਲ ਨਾਲ ਵੇਖੀ ਵੀ ਜਾਇਓ, ਬਹੁਤਾ ਲੰਬਾ ਟਾਈਮ ਨਹੀਂ ਆਪਾਂ ਲਾਉਂਦੇ। ਉਹਨਾਂ ਇੱਕ ਗੱਲ ਤਾਂ ਇਹਦੇ 'ਚ ਲਿਖੀ ਵੀ, ਪਹਿਲੇ ਪੁਆਇੰਟ 'ਚੋਂ ਲਿਖਦੇ ਆ ਵੀ ਗੁਰਬਾਣੀ ਦਾ ਅਸਰ ਸਾਧ ਸੰਗਤ ਵਿੱਚ ਬੈਠਿਆਂ ਵਧੇਰੇ ਹੁੰਦਾ, ਇਸ ਲਈ ਸਿੱਖ ਲਈ ਉਚਿਤ ਹੈ ਕਿ ਸਿੱਖ ਸੰਗਤ ਦੇ ਜੋੜ ਮੇਲ ਦੇ ਅਸਥਾਨਾਂ ਗੁਰਦੁਆਰਿਆਂ ਦੇ ਦਰਸ਼ਨ ਕਰੇ ਤੇ ਸਾਧ ਸੰਗਤ ਵਿੱਚ ਬੈਠ ਕੇ ਗੁਰਬਾਣੀ ਤੋਂ ਲਾਭ ਉਠਾਵੇ। ਹੁਣ ਆਪਾਂ ਸਾਰੇ ਜੋੜ ਮੇਲਿਆਂ 'ਚ ਵੀ ਜਾਂਦੇ ਹਾਂ ਤੇ ਸੰਗਤ ਵਿੱਚ ਵੀ ਜਾਂਦੇ ਹਾਂ, ਪਰ ਜਿਹੜੀ ਅਗਲੀ ਗੱਲ ਲਿਖੀ ਹੈ ਗੁਰਬਾਣੀ ਤੋਂ ਲਾਭ ਉਠਾਵੇ, ਉਹ ਨਹੀਂ ਹੈ। ਗੁਰਬਾਣੀ ਸੁਣਦਾ ਬੰਦਾ ਤੁਹਾਨੂੰ ਕਦੀ ਨਹੀਂ ਕੋਈ ਗੁਰਦੁਆਰੇ ਮਿਲੂਗਾ। ਔਰ ਇੱਥੋਂ ਤੱਕ ਪ੍ਰਬੰਧ ਕਰਤਾ ਹੌਲੀ ਹੌਲੀ, ਵੱਡੇ ਵੱਡੇ ਧਾਰਮਿਕ, ਮੇਰਾ ਮੰਨਣਾ ਇਹ ਆ, ਜਿੰਨੇ ਵੱਡੇ ਧਾਰਮਿਕ ਕੇਂਦਰੀ ਅਸਥਾਨ ਆ ਨਾ ਸਾਡੇ, ਜਿਹੜੇ ਸਾਡੇ ਬਿਲਕੁਲ ਇਤਿਹਾਸ, ਮੈਂ ਪਹਿਲਾਂ ਕਿਹਾ ਸੀ ਵੀ ਸਾਡੇ ਗੁਰਦੁਆਰਿਆਂ ਦਾ ਰੂਪ ਰੇਖਾ ਬਦਲਤੀ ਉਹਨਾਂ ਨੇ। ਕਿਸੇ ਵੀ ਗੁਰਦੁਆਰੇ ਦੇ ਵਿੱਚ ਨਿਤਨੇਮ ਤੇ ਸੁਖਮਨੀ ਸਾਹਿਬ ਦਾ ਗੁਟਕਾ ਨਹੀਂ ਪਿਆ ਹੋਣਾ ਚਾਹੀਦਾ। ਹੁਣ ਪਤਾ ਨਹੀਂ ਤੁਸੀਂ ਸਹਿਮਤ ਹੋ ਮੇਰੇ ਨਾਲ ਕਿ ਨਾ ਹੋ, ਕਿਉਂਕਿ ਇੱਥੇ ਲਿਖਿਆ ਗੁਰਬਾਣੀ ਤੋਂ ਲਾਭ ਉਠਾਵੇ, ਤੇ ਗੁਰਬਾਣੀ ਤੋਂ ਲਾਭ ਤਾਂ ਹੀ ਉਠਾਇਆ ਜਾ ਸਕਦਾ ਵੀ ਜੇ ਉੱਥੇ ਇੱਕ ਟਾਈਮ ਤੇ ਇੱਕੋ ਹੀ ਕੰਮ ਹੁੰਦਾ ਹੋਊਗਾ। ਮੰਨ ਲਓ ਤੁਸੀਂ ਗੁਰਦੁਆਰੇ ਗਏ, ਉੱਥੇ ਚੱਲ ਰਹੀ ਕਥਾ, ਤੁਸੀਂ ਵੇਖਿਆ ਨਾ ਕਈ ਗੁਰਦੁਆਰਿਆਂ 'ਚ ਇੱਕ ਬੰਨੇ ਕਥਾ ਚੱਲ ਰਹੀ ਹੁੰਦੀ ਹੈ ਤਾਂ ਬੰਦਾ ਗੁਟਕਾ ਲੈ ਕੇ ਆਪਣਾ ਪਾਠ ਥੱਲੇ, ਹੁਣ ਉਹ ਕਥਾ ਕਿਉਂ ਨਹੀਂ ਸੁਣ ਰਿਹਾ? ਜੇ ਕੀਰਤਨ ਹੋ ਰਿਹਾ ਤੇ ਕੀਰਤਨ ਕਿਉਂ ਨਹੀਂ ਸੁਣ ਰਿਹਾ? ਜੇ ਪਾਠ ਚੱਲ ਰਿਹਾ ਤੇ ਪਾਠ ਕਿਉਂ ਨਹੀਂ ਸੁਣ ਰਿਹਾ? ਉਹ ਆਪਣਾ ਪਾਠ ਜੋ ਕਰ ਰਿਹਾ ਉਹ ਸੁਣ ਕਿਉਂ ਨਹੀਂ ਰਿਹਾ? ਈਵਨ ਇੱਥੋਂ ਤੱਕ ਇਸ ਰਹਿਤ ਮਰਿਆਦਾ ਦੇ ਨਾ ਕੁੱਲ 32 ਪੇਜ ਹੈ, ਔਰ ਇਸ ਰਹਿਤ ਮਰਿਆਦਾ ਨੂੰ ਬਣਾਉਣ ਵਾਸਤੇ ਨਾ 1932 ਚ ਇਸ ਰਹਿਤ ਮਰਿਆਦਾ ਨੂੰ ਬਣਾਉਣ ਵਾਸਤੇ 1921 ਚ ਸਾਕਾ ਨਨਕਾਣਾ ਵਾਪਰਿਆ। ਉਦੋਂ ਸਿੱਖਾਂ ਨੂੰ ਲੋੜ ਲੱਗੀ ਵੀ ਸਾਨੂੰ ਗੁਰਦੁਆਰਿਆਂ ਪ੍ਰਤੀ ਇੱਕ ਡਾਕੂਮੈਂਟ ਤਿਆਰ ਕਰਨਾ ਚਾਹੀਦਾ। 1932 ਤੱਕ ਇਹਦੇ ਤੇ ਸਹਿਮਤੀ ਬਣ ਗਈ ਵੀ ਸਾਨੂੰ ਇਹ ਬਣਾਉਣੀ ਚਾਹੀਦੀ ਹੈ। 1932 ਤੋਂ 36 ਤੱਕ ਇਹਨੂੰ ਲਿਖਣ ਤੇ ਟਾਈਮ ਲੱਗਾ। 1936 ਚ ਇਹਦਾ ਖਰੜਾ ਤਿਆਰ ਹੋਇਆ। 36 ਤੋਂ ਲੈ ਕੇ 19 ਇਹਦੇ 'ਚ ਬਕਾਇਦਾ ਤਰੀਕਾਂ ਦਿੱਤੀਆਂ ਹੋਈਆਂ। 1936 ਤੋਂ ਲੈ ਕੇ 1945 ਤੱਕ ਫਿਰ ਇਹਦੇ ਤੇ ਚਰਚਾ ਹੁੰਦੀ ਰਹੀ। ਪਤਾ ਨਹੀਂ ਕਿੰਨੇ ਤਰ੍ਹਾਂ ਦੇ ਬੰਦੇ, ਕਿੰਨੇ ਬੁੱਧੀਜੀਵੀ, ਹਰ ਜਥੇਬੰਦੀ ਦੇ ਬੰਦੇ ਬੈਠੇ ਇਹਦੇ 'ਚ। ਤੇ 1945 ਦੇ ਵਿੱਚ, ਯਾਨੀ ਕਿ 1921 ਤੋਂ ਲੈ ਕੇ 32 ਤੱਕ 9 ਸਾਲ 11 ਸਾਲ ਇਹ ਬਣਦੇ ਆ। 32 ਤੋਂ 36 ਤੱਕ 4 ਸਾਲ ਇਹ ਬਣਦੇ ਆ, ਤੇ 36 ਤੋਂ 45 ਤੱਕ 9 ਸਾਲ ਇਹ ਬਣਦੇ ਆ। ਯਾਨੀ ਕਿ ਇੰਨੇ 32 ਪੇਜ ਦੇ ਡਾਕੂਮੈਂਟ ਤਿਆਰ ਕਰਨ ਵਾਸਤੇ ਤੁਹਾਡੇ ਬਹੁਤ ਵੱਡੇ ਬੁੱਧੀਜੀਵੀਆਂ ਨੂੰ ਲਗਭਗ 20 ਤੋਂ 22 ਸਾਲ ਲੱਗੇ। ਫਿਰ ਇਹ ਛਾਪੀ ਗਈ, ਤੇ ਅੱਜ ਸਾਨੂੰ ਪਤਾ ਹੀ ਨਹੀਂ ਹੈ ਵੀ ਕੋਈ ਰਹਿਤ ਮਰਿਆਦਾ ਵੀ ਛਪਦੀ ਹੈ ਸਾਡੀ ਰਹਿਤ। ਔਰ ਇਹਨੂੰ ਸਿੰਪਲ ਜੇ ਰਹਿਤ ਮਰਿਆਦਾ ਨੂੰ ਤੁਸੀਂ ਅੱਜ ਦੀ ਭਾਸ਼ਾ ਸਮਝਣਾ ਹੋਵੇ ਤਾਂ ਇਦਾਂ ਕਹਿ ਲਓ, ਇਹ ਸਾਡਾ ਸੰਵਿਧਾਨ ਹੈ। ਸਾਡਾ ਸੰਵਿਧਾਨ ਹੈ ਸਾਡੇ ਗੁਰਦੁਆਰਿਆਂ ਦਾ। ਤੇ ਜਿਸ ਕੰਟਰੀ 'ਚ ਤੁਸੀਂ ਰਹਿੰਦੇ ਆ ਨਾ, ਉੱਥੇ ਉਹ ਸੰਵਿਧਾਨ ਲਾਗੂ ਹੁੰਦਾ। ਤੇ ਜੇ ਸੰਵਿਧਾਨ ਤੇ ਤੁਸੀਂ ਨਹੀਂ ਖਰੇ ਉਤਰਦੇ, ਇਹਦਾ ਮਤਲਬ ਹੈ ਤੁਸੀਂ ਉੱਥੇ ਰਹਿਣ ਦੇ ਕਾਬਲ ਨਹੀਂ ਆ, ਤੁਸੀਂ ਨੁਕਸਾਨ ਕਰੋਗੇ ਉੱਥੋਂ ਦਾ। ਪਰ ਸਾਨੂੰ ਜਿਨ੍ਹਾਂ ਨੇ ਸੰਵਿਧਾਨ ਛਾਪਿਆ ਵਾ, ਪਹਿਲੀ ਗੱਲ ਉਹ ਹੀ ਇਹਦੇ ਤੇ ਖਰੇ ਉਤਰਨ ਲਈ ਰਾਜ਼ੀ ਨਹੀਂ ਆ। ਹੁਣ ਗੁਰਬਾਣੀ ਤੋਂ ਲਾਭ ਉਠਾਵੇ, ਗੱਲ ਲਾਗੇ ਰੱਖੀ ਆਪਾਂ। ਹੋਣਾ ਕੀ ਚਾਹੀਦਾ ਸੀ? ਤੁਸੀਂ ਗਏ ਜੋਤੀ ਸਰੂਪ ਗੁਰਦੁਆਰਾ ਸਾਹਿਬ, ਤੁਸੀਂ ਗਏ ਸਰਹੰਦ ਫਤਿਹਗੜ੍ਹ ਸਾਹਿਬ। ਫਤਿਹਗੜ੍ਹ ਸਾਹਿਬ ਕਥਾ ਚੱਲ ਰਹੀ ਹੈ, ਸਾਹਿਬਜ਼ਾਦਿਆਂ ਬਾਰੇ ਗੱਲ ਹੋਊਗੀ, ਪਰ ਤੁਸੀਂ ਉੱਥੇ ਬਹਿ ਕੇ ਜਪਜੀ ਦਾ ਪਾਠ ਕਰ ਰਹੇ ਹੋ। ਤੁਹਾਨੂੰ ਕੀ ਪਤਾ ਕਦੋਂ ਕਿਹੜੀ ਗੱਲ ਕਹਿਤੀ ਹੈ? ਕਿਉਂਕਿ ਜਦੋਂ ਤੁਸੀਂ ਜਪਜੀ ਆਪਾਂ ਗੱਲ ਕਰ ਰਹੇ ਹਾਂ, ਤੁਹਾਡੇ 'ਚ ਇੱਥੇ ਕੋਈ ਹੁਣੇ ਪਾਠ ਕਰਨ ਲੱਗ ਪਏ ਬਹਿ ਕੇ, ਤੁਹਾਨੂੰ ਇਹ ਗੱਲ ਸੁਣੂਗੀ? ਤੁਸੀਂ ਸਮਝ ਹੀ ਨਹੀਂ ਸਕਦੇ ਗੱਲ ਕੀ ਚੱਲ ਰਹੀ ਹੈ। ਤੁਸੀਂ ਉਸ ਜਗ੍ਹਾ ਤੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਕੋਈ ਮਾੜੀ ਗੱਲ ਨਹੀਂ ਹੈ।
ਚੰਗੀ ਗੱਲ ਹੈ। ਪਰ ਗੱਲ ਇਹ ਹੈ ਵੀ ਜਦੋਂ ਸਿਲੇਬਸ ਪੜ੍ਹਾਇਆ ਜਾ ਰਿਹਾ, ਬੱਚੇ ਦਾ ਸਿਲੇਬਸ ਪੜ੍ਹਾਇਆ ਜਾ ਰਿਹਾ, ਬੱਚਾ ਸਕੂਲ ਗਿਆ, ਟੀਚਰ ਬਲੈਕ ਬੋਰਡ ਤੇ ਉਹਨੂੰ ਮੈਥ ਸਮਝਾ ਰਿਹਾ ਤੇ ਬੱਚਾ ਕੱਢ ਕੇ ਗੁਟਕਾ ਜਪਜੀ ਸਾਹਿਬ ਕਰਨ ਲੱਗ ਜੇ ਤੇ ਟੀਚਰ ਕਹੇ ਵੀ ਇਹ ਕੀ ਕਰਦਾ ਤੂੰ? ਉਹ ਕਹੇ ਸਰ ਮੈਥ ਨਾਲੋਂ ਜ਼ਿਆਦਾ ਪਵਿੱਤਰ ਚੀਜ਼ ਹੈ। ਗੱਲ ਤਾਂ ਠੀਕ ਹੈ, ਪਵਿੱਤਰ ਹੈ, ਜ਼ਿਆਦਾ ਹੈ, ਮੈਥ ਨਾਲੋਂ ਤਾਂ ਬਹੁਤ ਅਹਿਮੀਅਤ ਹੈ ਜਪਜੀ ਸਾਹਿਬ ਦੀ। ਪਰ ਜਦੋਂ ਮੈਥ ਦੀ ਗੱਲ ਚੱਲ ਰਹੀ ਹੈ ਨਾ, ਉਸ ਵੇਲੇ ਜਪਜੀ ਸਾਹਿਬ ਪੜ੍ਹਨ ਦਾ ਮਤਲਬ ਹੈ ਤੂੰ ਮੈਥ ਵਿੱਚੋਂ ਵੀਕ ਰਹਿ ਜਾਏਗਾ। ਹੁਣ ਜਪਜੀ ਜੀ ਸਾਹਿਬ ਵੀ ਇਹੋ ਹੀ ਕਹਿੰਦਾ ਆ ਵੀ ਜਿਹੜੇ ਟਾਈਮ ਤੇ ਜਿੱਥੇ ਹੋਈਏ ਉਸ ਹਾਲਾਤ ਨੂੰ ਬੜੇ ਧਿਆਨ ਨਾਲ ਸਮਝਣਾ ਚਾਹੀਦਾ। ਜਪਜੀ ਸਾਹਿਬ ਵੀ ਇਸੇ ਗੱਲ ਦੀ ਅਗਵਾਈ ਭਰਦੇ ਆ, ਪਰ ਅਸੀਂ ਇਹ ਗੱਲਾਂ ਨਹੀਂ ਸਮਝਾਂਗੇ ਕਦੇ ਵਾਸਤੇ, ਕਿਉਂਕਿ ਇਹਦੇ ਨਾਲ ਇੱਕ ਹੋਰ ਤੁਹਾਨੂੰ ਸੌਖੀ ਗੱਲ ਦੱਸਦਾ। ਸਿੱਖਾਂ ਨੂੰ ਇਦਾਂ ਲੱਗਦਾ ਵੀ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ। ਮੇਰਾ ਮੰਨਣਾ ਵਾ ਗੁਰੂ ਗ੍ਰੰਥ ਸਾਹਿਬ ਪੂਰੇ ਸੰਸਾਰ ਦਾ ਗੁਰੂ ਹੈ। ਤੁਸੀਂ ਪਤਾ ਨਹੀਂ ਕਿੱਦਾਂ ਮੰਨਦੇ ਹੋ, ਪਰ ਮੇਰਾ ਮੰਨਣਾ ਇਹ ਹੈ ਵੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਗੁਰੂ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਪੂਰੇ ਸੰਸਾਰ ਦਾ ਗੁਰੂ ਹੈ। ਦੁਨੀਆ 'ਚ ਇੱਕੋ ਹੀ ਇੱਕ ਗ੍ਰੰਥ ਹੈ ਜਿਹੜਾ ਸਾਰੇ ਸੰਸਾਰ ਲਈ ਹੈ, ਬਾਕੀ ਦੁਨੀਆ ਦਾ ਕੋਈ ਵੀ ਗ੍ਰੰਥ ਸਾਰੇ ਸੰਸਾਰ ਲਈ ਨਹੀਂ। ਬਾਕੀ ਗ੍ਰੰਥਾਂ ਦੀਆਂ ਲਿਮਿਟੇਸ਼ਨਾਂ ਨੇ ਔਰ ਇੱਕ ਉਹਨਾਂ ਦੀ ਇੱਕ ਬਾਉਂਡਰੀ ਹੈ, ਉਹ ਵਲਗਣ ਦੇ ਵਿੱਚ ਉਸ ਬਾਉਂਡਰੀ 'ਚ ਰਹਿ ਕੇ ਗੱਲ ਕਰਦੇ ਆ। ਗੁਰੂ ਗ੍ਰੰਥ ਸਾਹਿਬ ਆ ਜਿਹੜੇ ਵਰਲਡ ਵਾਈਡ ਗੱਲ ਕਰਦੇ। ਗੁਰਬਾਣੀ ਤੋਂ ਲਾਭ ਉਠਾਓਗੇ। ਤੁਸੀਂ ਕਿਸੇ ਗੁਰਦੁਆਰਾ ਸਾਹਿਬ ਬੈਠੇ ਆ, ਉੱਥੇ ਹੁਕਮਨਾਮਾ ਆਇਆ, ਤੁਸੀਂ ਸੁਣਿਆ ਹੀ ਨਹੀਂ ਧਿਆਨ ਨਾਲ, ਤੁਸੀਂ ਤਾਂ ਜਪਜੀ ਸਾਹਿਬ ਕਰ ਰਹੇ ਸੀ। ਹੁਕਮਨਾਮਾ ਆਇਆ, ਏਕ ਪਿਤਾ ਏਕ ਸਕੇ ਹਮਬਾਰਕ ਤੂੰ ਮੇਰਾ ਗੁਰ ਹਾਈ। ਤੁਹਾਨੂੰ ਉਸ ਵੇਲੇ ਉਹ ਸੁਣਨਾ ਚਾਹੀਦਾ ਸੀ ਵੀ ਅੱਜ ਮੈਂ ਫਤਿਹਗੜ੍ਹ ਸਾਹਿਬ ਗਿਆ, ਮੇਰੇ ਗੁਰੂ ਨੇ ਮੈਨੂੰ ਹੁਕਮ ਕੀਤਾ ਕਿ ਅਸੀਂ ਸਾਰੇ ਇੱਕ ਪਿਤਾ ਦੀ ਔਲਾਦ। ਹੁਣ ਤੁਸੀਂ ਇਹ ਸੋਚੋ, ਸਾਰੇ ਇੱਕ ਪਿਤਾ ਦੀ ਔਲਾਦ ਆਪਸੀ ਭੈਣ ਭਰਾਵਾਂ ਨਾਲ ਕਿੱਦਾਂ ਦਾ ਵਿਹਾਰ ਕਰਦੇ ਹੁੰਦੇ? ਸਿੱਖਣਾ ਪਊਗਾ ਨਾ ਫਿਰ ਇਹ ਤਾਂ, ਪਰ ਇਹ ਤਾਂ ਸਿੱਖਿਆ ਨਹੀਂ। ਅਸੀਂ ਇੱਕ ਪਿੰਡ 'ਚ ਹਾਂ, ਇੱਕ ਗੁਰੂ ਨੂੰ ਮੰਨਦੇ ਹਾਂ, ਪਰ ਸਾਰਾ ਪਿੰਡ ਅਸੀਂ ਆਪਣਾ ਨਹੀਂ ਮੰਨਦੇ। ਸਾਡੇ ਪਿੰਡ 'ਚ ਆਪਣੇ ਵੀ ਆ ਤੇ ਸਾਡੇ ਪਿੰਡ 'ਚ ਸਾਡੇ ਬਗਾਨੇ ਵੀ ਆ। ਕਈਆਂ ਨਾਲ ਸਾਡੀ ਬਣਦੀ ਆ, ਕਈਆਂ ਨਾਲ ਸਾਡੀ ਨਹੀਂ ਬਣਦੀ। ਕਈ ਸਾਡੇ ਮਿੱਤਰ ਨੇ ਤੇ ਕਈ ਸਾਡੇ ਦੁਸ਼ਮਣ ਵੀ ਨੇ। ਔਰ ਇਹ ਗੱਲ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਕਰ ਸਕਦੇ ਆ। ਤੁਸੀਂ ਦਰਬਾਰ ਸਾਹਿਬ ਗਏ, ਤੁਸੀਂ ਬਾਹਰ ਪ੍ਰਕਰਮਾਂ 'ਚ ਬਹਿ ਕੇ 2-4 ਫੋਟੋਆਂ ਖਿਚਾ ਲਈਆਂ, ਫੇਸਬੁੱਕ ਤੇ ਪਾ ਲਈਆਂ, ਸਟੋਰੀ ਬਣਾ ਲਈ, ਰਿਸ਼ਤੇਦਾਰਾਂ ਨੂੰ ਫੋਟੋਆਂ ਪਾਤੀਆਂ, ਵੀਡੀਓ ਕਾਲ ਕਰਕੇ ਵਿਖਾਤਾ ਵੀ ਆਹ ਵੇਖੋ ਅਸੀਂ ਦਰਬਾਰ ਸਾਹਿਬ ਆਏ ਹੋਏ, ਇਸ ਲਈ ਗਏ ਸੀ ਉੱਥੇ। ਚਲੋ ਇਹ ਵੀ ਕਰ ਲਿਆ, ਕੋਈ ਗੱਲ ਨਹੀਂ, ਕੋਈ ਗੁਨਾਹ ਨਹੀਂ ਕੀਤਾ ਤੁਸੀਂ। ਪਰ ਜਦੋਂ ਤੁਸੀਂ ਸਾਰਾ ਕੁਝ ਇਹ ਕਰ ਰਹੇ ਸੀ, ਉਦੋਂ ਉੱਥੇ ਕੀਰਤਨ ਚੱਲ ਰਿਹਾ ਸੀ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨੇਵਲ ਭਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਬਾਧੇ। ਤੇ ਮਹਾਰਾਜ ਫਿਰ ਤੁਹਾਨੂੰ ਆਵਾਜ਼ ਮਾਰ ਕੇ ਕਹਿ ਰਹੇ ਸੀ, ਪਿਆਰੇ, ਉਹ ਮੇਰੇ ਪਿਆਰਿਆ, ਐਡੀ ਦੂਰੋਂ ਆਇਆ ਮੈਨੂੰ ਮਿਲਣ, ਇਨ ਬਿਦ ਮਿਲਣ ਨਾ ਜਾਈ, ਏਦਾਂ ਨਹੀਂ ਮਿਲਿਆ ਜਾਣਾ। ਹੁਣ ਇੱਥੇ ਖੜਕਣੀ ਚਾਹੀਦੀ ਸੀ ਨਾ ਵੀ ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ ਜੀ ਤੇ ਮੇਰੇ ਨਾਲ ਗੱਲ ਕਰ ਰਹੇ ਆ, ਹੋਰ ਕਿਹਨੂੰ ਕਹਿ ਰਹੇ ਹੋ ਪਿਆਰੇ, ਇਨ ਬਿਦ ਮਿਲਣ ਨਾ ਜਾਈ। ਤੇ ਫਿਰ ਮਹਾਰਾਜ ਨੇ ਇਹ ਵੀ ਲਿਖਿਆ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੇ ਦੁਆਰੇ। ਫਿਰ ਤੁਹਾਡੇ ਵੱਲੋਂ ਹੋ ਕੇ ਗੁਰੂ ਅਰਜਨ ਸਾਹਿਬ ਜੀ ਜਵਾਬ ਦੇ ਰਹੇ ਆ। ਪਹਿਲੀ ਗੱਲ ਆਪਣੀ ਕੀਤੀ, ਤੁਹਾਨੂੰ ਆਵਾਜ਼ ਮਾਰੀ। ਫਿਰ ਗੁਰੂ ਸਾਹਿਬ ਜੀ ਦੀ ਲਿਖਣ ਸ਼ੈਲੀ ਵੇਖੋ ਕਿੱਡੀ ਕਮਾਲ ਦੀ ਹੈ। ਫਿਰ ਤੁਹਾਡੇ ਵੱਲੋਂ ਹੋ ਕੇ ਗੁਰੂ ਸਾਹਿਬ ਜੀ ਇੱਕ ਜਵਾਬ ਦੇ ਰਹੇ ਆ, ਹਾਰ ਪਰਿਓ ਸੁਆਮੀ ਕੇ ਦੁਆਰੇ। ਮਹਾਰਾਜ ਮੈਨੂੰ ਵੀ ਸਮਝ ਲੱਗ ਗਈ ਆ ਵੀ ਨਹੀਂ ਮਿਲਣਾ ਹੋਰ ਕਿਸੇ ਤਰੀਕੇ ਨਾਲ। ਹਾਰ ਕੇ ਮੈਂ ਸਾਰਾ ਕੁਝ ਕਰਕੇ, ਮੈਂ ਬੜੀ ਵਾਹ ਲਾਈ ਹੈ, ਬੜੇ ਤਰੀਕੇ ਅਪਣਾਏ ਨੇ, ਪਰ ਹੁਣ ਮੈਂ ਤੁਹਾਡੇ ਦੁਆਰੇ ਤੇ ਆ ਗਿਆ। ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ। ਉਹ ਅਕਲ ਦਿਓ ਮਹਾਰਾਜ ਜਿਹੜੀ ਤੁਹਾਡੇ ਕੋਲ ਸੀ, ਵਿਵੇਕਾ ਬੁੱਧ, ਉੱਚੀ ਅਕਲ। ਮਹਾਰਾਜ ਅਕਲ ਦਿਓ ਆਪਣੇ ਵਾਲੀ, ਮੈਂ ਆਪਣੇ ਪਿੰਡ ਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਗਰ ਵਰਗਾ ਬਣਾ ਸਕਾਂ। ਤੇ ਜੇ ਦੁਲਵਾ ਪਿੰਡ ਵਾਲੇ ਸਾਰੇ ਹੀ ਅੰਮ੍ਰਿਤਸਰ ਮੱਥਾ ਟੇਕਣ ਤੋਂ ਬਾਅਦ ਗੁਰੂ ਸਾਹਿਬ ਤੋਂ ਇਹ ਅਕਲ ਲੈ ਕੇ ਆਉਣ ਵੀ ਅਸੀਂ ਆਪਣੇ ਪਿੰਡ ਨੂੰ ਦਰਬਾਰ ਸਾਹਿਬ ਵਰਗਾ ਬਣਾਉਣਾ, ਤੇ ਬਣ ਨਹੀਂ ਸਕਦਾ ਹੈ? ਬਣ ਸਕਦਾ ਆ। ਦਰਬਾਰ ਸਾਹਿਬ ਵਰਗਾ ਆਨੰਦਪੁਰ ਵੀ ਬਣਿਆ ਨਾ, ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਣਾਇਆ। ਗੋਇੰਦਵਾਲ ਵਰਗਾ ਤਰਨਤਾਰਨ ਬਣਿਆ, ਤਰਨਤਾਰਨ ਵਰਗਾ ਅੰਮ੍ਰਿਤਸਰ ਬਣਿਆ, ਅੰਮ੍ਰਿਤਸਰ ਵਰਗਾ ਕੀਰਤਪੁਰ ਬਣਿਆ, ਕੀਰਤਪੁਰ ਵਰਗਾ ਆਨੰਦਪੁਰ ਸਾਹਿਬ ਬਣਿਆ, ਤੇ ਇਹ ਸਾਰੇ ਨਨਕਾਣਾ ਸਾਹਿਬ ਵਰਗੇ ਬਣੇ। ਕਿਉਂ? ਕਿਉਂਕਿ ਬਣਾਉਣ ਵਾਲੇ ਗੁਰੂ ਸੀ।
ਉਹਦੇ ਤੋਂ ਬਾਅਦ 'ਚ ਬਣਾਉਣ ਵਾਲੇ ਆਪਾਂ ਹੋ ਗਏ ਤੇ ਆਪਾਂ ਫਿਰ ਉਹ ਪੈਟਰਨ ਹੀ ਛੱਡਤਾ ਸਾਰਾ। ਉਹ ਇੱਥੋਂ ਸ਼ੁਰੂ ਹੋਣਾ ਸੀ, ਬਾਣੀ ਤੋਂ ਲਾਭ ਲਈਏ। ਗੁਰੂ ਆਪਾਂ ਨਹੀਂ ਲੈਂਦੇ ਉਹਦੇ ਤੋਂ ਲਾਭ। ਅਗਲਾ ਪੈਰਾ ਵੇਖਿਓ। ਗੁਰਦੁਆਰੇ ਵਿੱਚ ਮੈਂ 2-4 ਗੱਲਾਂ ਹੋਰ ਕਰਕੇ ਨਾ ਫਿਰ ਆਪਾਂ ਵਾਪਸ ਆ ਜਾਂਦੇ ਹਾਂ। ਜੇ ਤੁਸੀਂ ਕਿਸੇ ਨੇ ਕੋਈ ਸਵਾਲ ਵੀ ਕਰਨਾ ਹੋਇਆ ਨਾ, ਤੁਸੀਂ ਕੋਈ ਗੱਲ ਵੀ ਕਰਨੀ ਹੋਈ, ਜਿਵੇਂ ਮੈਂ ਪਹਿਲਾਂ ਕਿਹਾ ਸੀ ਵੀ ਇਹ ਬਹੁਤ ਘੱਟ ਮੌਕੇ ਹੁੰਦੇ ਆ ਜਦੋਂ ਆਪਾਂ ਗੱਲਬਾਤ ਕਰ ਸਕਦੇ ਹੁੰਦੇ ਹਾਂ, ਜਦੋਂ ਸਾਨੂੰ ਪੁੱਛਣ ਦਾ ਵੀ ਅਵਸਰ ਹੁੰਦਾ ਸਾਡੇ ਕੋਲ। ਨਹੀਂ ਤਾਂ ਕਈ ਵਾਰ ਹੁੰਦਾ ਵੀ ਵਨ ਵੇ ਟ੍ਰੈਫਿਕ ਚੱਲਦੀ ਹੈ, ਇੱਕ ਬੰਨੇ ਬੰਦਾ ਬੋਲੀ ਜਾਂਦਾ ਆ ਤੇ ਦੂਜੇ ਬੰਨੇ ਆਪਾਂ ਸਾਰੇ ਸੁਣਦੇ ਰਹਿੰਦੇ ਹਾਂ। ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਿਤਾ ਪ੍ਰਤੀ ਹੋਵੇ। ਹਰ ਰੋਜ਼ ਗੁਰਦੁਆਰੇ ਮਹਾਰਾਜ ਦਾ ਪ੍ਰਕਾਸ਼ ਹੋਣਾ ਚਾਹੀਦਾ, ਬਿਨਾਂ ਖਾਸ ਕਾਰਨ ਦੇ। ਬਿਨਾਂ ਖਾਸ ਕਾਰਨ ਦੇ, ਖਾਸ ਕਾਰਨ ਦਾ ਮਤਲਬ ਵੀ ਜੇ ਗੁਰਦੁਆਰੇ ਕੋਈ ਪ੍ਰੋਗਰਾਮ ਨਹੀਂ ਚੱਲ ਰਿਹਾ, ਕੋਈ ਫੰਕਸ਼ਨ ਨਹੀਂ ਚੱਲ ਰਿਹਾ, ਜਦ ਕਿ ਪ੍ਰਕਾਸ਼ ਜਾਰੀ ਰੱਖਣ ਦੀ ਲੋੜ ਹੋਵੇ, ਰਾਤ ਨੂੰ ਪ੍ਰਕਾਸ਼ ਨਾ ਰਹੇ। ਬਿਨਾਂ ਖਾਸ ਕਾਰਨ ਦੇ, ਜ਼ਰੂਰੀ ਨਹੀਂ ਹੈ ਮਹਾਰਾਜ ਦਾ ਪ੍ਰਕਾਸ਼ ਰਵੇ। ਜੇ ਕੋਈ ਖਾਸ ਕਾਰਨ ਹੈ ਤਾਂ ਪ੍ਰਕਾਸ਼ ਰਵੇ। ਜੇ ਤੁਹਾਨੂੰ ਲੱਗਦਾ ਵੀ ਅਸੀਂ ਸਾਰਿਆਂ ਨੇ ਕੰਮਾਂ ਕਾਰਾਂ ਤੇ ਚਲੇ ਜਾਣਾ, ਗੁਰਦੁਆਰੇ ਕਿਸੇ ਨੇ ਵੀ ਹੁਣ ਸੇਵਾ ਸੰਭਾਲ ਨਹੀਂ ਕਰਨੀ, ਗੁਰਦੁਆਰੇ ਹੁਣ ਕਿਸੇ ਨੇ ਆਉਣਾ ਜਾਣਾ ਨਹੀਂ ਹੈ, ਤੇ ਜ਼ਰੂਰੀ ਨਹੀਂ ਹੈ ਵੀ ਗੁਰਦੁਆਰੇ ਦਾ ਪ੍ਰਕਾਸ਼ ਰਵੇ ਤੇ ਦਰਵਾਜ਼ਾ ਖੁੱਲ੍ਹਾ ਰਵੇ, ਕਿਉਂਕਿ ਇਹਦੇ ਨਾਲ ਕੋਈ ਅਣਸੁਖਾਵੀ ਘਟਨਾ ਵਾਪਰ ਸਕਦੀ ਹੈ। ਜੇ ਕਿਸੇ ਨੇ ਨਹੀਂ ਆਉਣਾ, ਕੋਈ ਆਵਾਜਾਈ ਨਹੀਂ ਹੈ, ਤਾਂ ਫਿਰ ਸਤਿਗੁਰਾਂ ਦੀ ਸੇਵਾ ਸੰਭਾਲ ਕਰਨ ਤੋਂ ਬਾਅਦ ਗੁਰਦੁਆਰਾ ਸਾਹਿਬ ਨੂੰ ਤਾਲਾ ਲਾਇਆ ਜਾ ਸਕਦਾ ਉਸ ਵੇਲੇ, ਜਾਂ ਉਹਦੀ ਪੂਰੀ ਸੇਫਟੀ ਦਾ ਧਿਆਨ ਰੱਖਣਾ ਚਾਹੀਦਾ। ਠੀਕ ਹੈ ਜੀ। ਆਮ ਤੌਰ ਤੇ ਰਹਿ ਰਾਸ ਦੇ ਪਾਠ ਮਗਰੋਂ ਸੁਖ ਆਸਣ ਕੀਤਾ ਜਾਏ। ਵੈਸੇ ਜੇ ਨਾ ਲੋੜ ਹੋਵੇ ਤਾਂ ਪਹਿਲਾਂ ਕਰ ਦਿਓ, ਤੇ ਆਮ ਤੌਰ ਤੇ ਸਵੇਰੇ ਪ੍ਰਕਾਸ਼ ਕੀਤਾ ਜਾਏ ਤੇ ਸ਼ਾਮ ਨੂੰ ਸੋਦਰ ਦਾ ਪਾਠ ਕਰਨ ਤੋਂ ਬਾਅਦ ਸਤਿਗੁਰ ਦੀ ਸੇਵਾ ਸੰਭਾਲ ਜਿਹੜੀ ਆ ਉਹ ਕੀਤੀ ਜਾਵੇ। ਜਦ ਤੱਕ ਗ੍ਰੰਥੀ ਜਾਂ ਸੇਵਾਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਲਈ ਹਾਜ਼ਰ ਰਹਿ ਸਕੇ, ਜਾਂ ਪਾਠੀਆਂ ਦਰਸ਼ਨ ਕਰਨ ਵਾਲਿਆਂ ਦੀ ਆਵਾਜਾਈ ਰਹੇ, ਜਾਂ ਬੇਅਦਬੀ ਦਾ ਖਤਰਾ ਨਾ ਹੋਵੇ, ਤਦ ਤੱਕ ਪ੍ਰਕਾਸ਼ ਰਹੇ। ਉਪਰੰਤ ਸੁਖਾਸਣ ਕਰ ਦੇਣਾ ਹੀ ਉਚਿਤ ਆ, ਤਾਂ ਕਿ ਕੋਈ ਬੇਅਦਬੀ ਨਾ ਹੋ ਸਕੇ। ਇਹਦੇ 'ਚ ਕੋਈ ਵਹਿਮ ਨਹੀਂ ਕਰਨਾ, ਕੋਈ ਭਰਮ ਨਹੀਂ ਕਰਨਾ। ਇਹ ਕੋਈ ਰੂਟੀਨ ਨਹੀਂ ਹੈ ਵੀ ਸਵੇਰੇ ਪ੍ਰਕਾਸ਼ ਕਰਨਾ ਤੇ ਸ਼ਾਮ ਨੂੰ ਸੇਵਾ ਸੰਭਾਲ ਕਰਨੀ। ਗੁਰੂ ਦਾ ਰਿਸ਼ਤਾ ਸਿੱਖ ਨਾਲ ਹੈ। ਇਹ ਨਹੀਂ ਵੀ ਗੁਰੂ ਸਾਹਿਬ ਸਾਰਾ ਦਿਨ ਬੈਠੇ ਡੀਕਦੇ ਰਹਿਣ ਤੇ ਗੱਲ ਕਰਨ ਵਾਲਾ ਕੋਈ ਵੀ ਨਾ ਹੋਵੇ। ਤੇ ਸਾਡਾ ਆਮ ਰੂਟੀਨ ਇਹੀ ਹੈ ਨਾ, ਬਸ ਸਵੇਰੇ ਪ੍ਰਕਾਸ਼ ਕਰ ਦਿਓ, ਸ਼ਾਮ ਨੂੰ ਸੇਵਾ ਸੰਭਾਲ ਕਰ ਦਿਓ। ਸਾਨੂੰ ਲੱਗਦਾ ਗੁਰਦੁਆਰੇ ਦਾ ਮਤਲਬ ਇਹੀ ਹੁੰਦਾ। ਹੁਣ ਇਹ ਰਹਿਤ ਮਰਿਆਦਾ ਸਾਡੀ, ਜਿੰਨੀਆਂ ਪਿਛਲੇ ਸਮਿਆਂ 'ਚ ਬੇਅਦਬੀਆਂ ਹੋਈਆਂ, ਜੋ ਹੁਣ ਅਸੀਂ CCTV ਕੈਮਰੇ ਲਾਏ ਨਾ, ਆਹ ਜੇ ਪੜ੍ਹੀ ਹੁੰਦੀ ਪਹਿਲਾਂ ਹੀ ਆਪਾਂ ਧਿਆਨ ਦਿੱਤਾ ਹੁੰਦਾ ਤਾਂ ਮੈਨੂੰ ਲੱਗਦਾ ਇਹ ਤੇ ਵਾਪਰਨਾ ਹੀ ਨਹੀਂ ਸੀ ਪੰਜਾਬ 'ਚ, ਹੋਣਾ ਹੀ ਨਹੀਂ ਸੀ ਇੱਦਾਂ ਦਾ, ਅਗਲਿਆਂ ਨੂੰ ਮੌਕਾ ਹੀ ਨਹੀਂ ਸੀ ਮਿਲਣਾ ਇਸ ਗੱਲ ਦਾ। ਤਾਂ ਪਰ ਨਹੀਂ ਧਿਆਨ ਦਿੱਤਾ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਨਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਨਮਾਨ ਨਾਲ ਪ੍ਰਕਾਸ਼ਿਆ ਜਾਏ, ਬਹੁਤ ਅਦਬ ਨਾਲ। ਜਦੋਂ ਮਹਾਰਾਜ ਦਾ ਸਰੂਪ ਅਸੀਂ ਪ੍ਰਕਾਸ਼ ਕਰਨ ਲਈ ਲਿਆਉਣਾ ਤੇ ਬੜੇ ਅਦਬ ਨਾਲ। ਇੱਥੇ ਵੀ ਇੱਕ ਗੱਲ ਤੁਹਾਨੂੰ ਮੈਂ ਕਹਿਣੀ ਚਾਹੁੰਦਾ, ਅਦਬ ਵੀ ਕਿਸੇ ਕਿਸੇ ਥਾਂ ਤੇ ਹੀ ਹੈ। ਕਈਆਂ ਥਾਵਾਂ ਤੇ ਮਹਾਰਾਜ ਦਾ ਪ੍ਰਕਾਸ਼ ਕਰਨ ਲਈ ਗੁਰਦੁਆਰੇ ਦੇ ਭਾਈ ਸਾਹਿਬ ਇਕੱਲੇ ਹੀ ਹੁੰਦੇ ਆ। ਇਹੋ ਹੀ ਬੰਦੇ ਪਿੰਡਾਂ ਵਾਲੇ ਦਰਬਾਰ ਸਾਹਿਬ ਜਾਂਦੇ ਆ ਤੇ ਉਸ ਮਹਾਰਾਜ ਦੇ ਥੱਲੇ ਮੋਢਾ ਲਾਉਣ ਵਾਸਤੇ ਇੱਕ ਦੂਜੇ ਨੂੰ ਧੱਕੇ ਮਾਰਦੇ ਆ। ਮੈਨੂੰ ਦੱਸਿਓ, ਪਤਾ ਨਹੀਂ ਹੁਣ ਇਹ ਕਈਆਂ ਨੂੰ ਗੱਲ ਠੀਕ ਨਹੀਂ ਲੱਗਣੀ, ਮੈਨੂੰ ਲੱਗਦਾ ਆਪਣੇ ਪਿੰਡ ਦੁਲਵਾਂ ਵਾਲਾ ਗੁਰੂ ਗ੍ਰੰਥ ਸਾਹਿਬ ਤੇ ਦਰਬਾਰ ਸਾਹਿਬ ਵਾਲੇ ਗੁਰੂ ਗ੍ਰੰਥ ਸਾਹਿਬ 'ਚ ਫਰਕ ਹੈ? ਕੋਈ ਫਰਕ ਨਹੀਂ ਹੈ ਨਾ। ਇਹਨੂੰ ਵੀ ਉਨਾ ਹੀ ਸਤਿਕਾਰ ਕਰਿਆ ਕਰੋ ਜਿੰਨਾ ਉਹਦਾ ਕਰਦੇ। ਇਹ ਵੀ ਉਨਾ ਹੀ ਮਹਾਨ ਹੈ। ਇਹਦੀ ਮਹਾਨਤਾ ਘੱਟ ਨਹੀਂ ਹੈ। ਜਿੰਨੇ ਬੰਦੇ, ਉਹ ਸਾਡਾ ਕੇਂਦਰੀ ਸਥਾਨ ਹੈ। ਉਸ ਸਥਾਨ ਦੀ ਮਹੱਤਤਾ ਆ ਕਿਉਂਕਿ ਉਹ ਇਤਿਹਾਸ ਨਾਲ ਜੁੜੀ ਹੋਈ ਚੀਜ਼, ਉਹਦਾ ਸੰਬੰਧ ਇਤਿਹਾਸ ਨਾਲ ਹੈ। ਪਰ ਸਾਡੇ ਪਿੰਡ ਵਾਲਾ ਗੁਰੂ ਗ੍ਰੰਥ ਸਾਹਿਬ ਤੇ ਦਰਬਾਰ ਸਾਹਿਬ ਵਾਲਾ ਗੁਰੂ ਗ੍ਰੰਥ ਸਾਹਿਬ ਇੱਕੋ ਜਿਹੀ ਆ, ਸੇਮ ਹੀ ਨੇ। ਤੇ ਕਿੰਨਾ ਚੰਗਾ ਹੋਵੇ ਅਸੀਂ ਆਪਣੇ ਪਿੰਡ ਵਾਲੇ ਸਰੂਪ ਦਾ ਪ੍ਰਕਾਸ਼ ਕਰਨ ਵਾਸਤੇ ਵੀ ਸਵੇਰੇ ਘੱਟੋ ਘੱਟ 5-7 ਜਣੇ ਤੇ ਹੋਇਆ ਕਰੀਏ, 10 ਜਣੇ ਤੇ ਹੋਈਏ ਘੱਟੋ ਘੱਟ। ਮੈਂ ਕਹਿੰਦਾ 10 ਵੀ ਛੱਡੋ, ਘੱਟੋ ਘੱਟ ਇੱਕ ਚੌਰ ਕਰਨ ਵਾਲਾ ਤੇ ਹੋਵੇ ਭਾਈ ਦੇ ਨਾਲ। ਕਈਆਂ ਥਾਵਾਂ ਤੇ ਸਰੂਪ ਦੇ ਪ੍ਰਕਾਸ਼ ਦੇ ਵੇਲੇ ਭਾਈ ਸਾਹਿਬ ਜੀ ਦੇ ਨਾਲ ਕੋਈ ਚੌਰ ਵਾਲਾ ਵੀ ਨਹੀਂ ਹੁੰਦਾ। ਫਿਰ ਉਦੋਂ ਕਿੱਥੇ ਜਾਂਦਾ ਸਾਡਾ ਮਾਨ ਸਨਮਾਨ ਵੀ? ਤੇ ਕੀ ਅਸੀਂ ਆਪਣੇ ਪਿੰਡ ਵਿੱਚੋਂ 2 ਜਣੇ ਬੰਦੇ ਜਾ ਕੇ ਸਵੇਰੇ ਪ੍ਰਕਾਸ਼ ਵੀ ਨਹੀਂ ਕਰਾ ਸਕਦੇ?
हो सकदा ना, किड्डी औखी गल है। सन्मान नाल प्रकाश होवे, साडा गुरु है, असी महाराज मनदे आ उहनूं, चवर छतर तखत दा मालक मनदे आ, मनदे ही नहीं आ, हैगा आ। सन्मान नाल प्रकाश किया जाए, पढ़िया तो संतोखिया जाए, पढ़िया तो संतोखिया, संतोखिया मतलब सेवा संभाल, पढ़िया भी बड़े सन्मान नाल जाए। असीं जदों गुरु कोल बैठे होंदे आ ते आपां एक शब्द वरते आ, गुरु दी गोद विच। जदों तुसीं गुरु दी गोद विच बैठे होंदे आ ते बहुत अलर्ट होके बहना हुंदा, उत्थे बहुत सुचेत होके बहना हुंदा। गलतियां हो जाणियां सुभावक ने, कोई बंदा दावा नहीं कर सकता भी मेरे तो गलती नहीं हुंदी, पर फिर भी सुचेत होके बहना हुंदा। गलती हो जाए कोई गल नहीं। प्रकाश लई जरूरी है स्थान साफ सुथरा होवे, उपर चांदनी होवे, प्रकाश मंजी साहब दे साफ सुथरे बस्तर विछा के कीता जावे, श्री गुरु ग्रंथ साहब जी नूं संभाल के प्रकाशन लई गदेले आदि सम्यान वरते जाण, अते उपर लई रुमाल होवे, रुमाला। जद पाठ ना हुंदा होवे तां उत्ते रुमाल पिया रहे, प्रकाश वेले चौर भी चाहीदा आ। ठीक है, चौर तो बिना असीं प्रकाश, क्योंकि असीं गुरु साहब जी नूं राज भाग दे मालक मनदे आ। हुण अगला मद ध्यान नाल पढ़िओ। ये मैं पहलां तुहानूं कहा सी भी भावें फिर एक बार वेख लिओ, श्रोमणी गुरुद्वारा प्रबंधक कमेटी शब्दी जे साडे नाल इहदा कोई लैणा देना नहीं है। मैं तुहानूं ये भी दसना जरूरी नहीं समझदा भी मैं किस संस्था तो संबंध रखदा, क्योंकि मेरे नाल तुहाडा कोई संबंध नहीं। तुहाडा संबंध है जिहड़ियां गल्लां कर रहे आपां, ते गल्लां आपां कर रहे हैं श्रोमणी गुरुद्वारा प्रबंधक कमेटी की छापी रहत मर्यादा दी। हुण इहदे च लिखिआ सस्सा पॉइंट है जिहड़ा उपर दसे समान तो इलावा, जिहड़ा उत्ते दसता प्रकाश कर लई, इहदे तो इलावा धूप जां दीवे मचा के आरती करनी, भोग लाउणा, जोतां जगाउणियां, टल खड़काउणे आदि कर्म गुरमत अनुसार, बोलियो एक बार, गुरमत अनुसार नहीं आ। मैं की कहा सी भला, गुरुद्वारे वेखण नूं ते गुरुद्वारे लगदे आ, पर असल विच गुरुद्वारे नहीं आ। क्योंकि जे तुहाडा मुੱਢ बदलणगे ना, जे तुहाडीआं जड़ां चों तुहानूं शाखावां तक दी खुशबू चेंज करनगे फिर होनी है। जे तुहाडीआं जड़ां सही थावां ते जुड़ियां रहीआं ना, तुहाडीआं शाखावां नूं कुछ नहीं हुंदा। तुसीं अज जोड़ दो बच्चे, कई बंदे कहंदे हवा ही वग गई नशे दी, हवा ते सिर लाउण दी वगदी सी, उदों ना लवाए साडे मुंडिआं ने, साडे बच्चिआं ने, साडे नौजवानां ने। हवा नाल नहीं साडे बच्चिआं नूं फर्क पैंदा, हवा ही चलदी है जी नशिਆਂ ਦੀ। मैं कहना जिड्डी वड्डी मर्जी हवा, तुसीं जड़ां गुरु ग्रंथ साहब नाल जोड़ दो अपने बच्चिਆਂ ਦੀਆਂ, ਤੁਹਾਡੇ आले दुआले सारे ही नशे करन वाले होण। ਜਦੋਂ ਤਾਰੂ ਸਿੰਘ ਦਾ ਖੋਪੜ ਲਾ ਕੇ ਅਗਲੇ ਮੂੰਹ ਇੱਕ ਸ਼ਬਦ ਨਹੀਂ ਕਢਾ ਸਕੇ ਵੀ ਤੂੰ ਕਹਿ ਦੇ ਮੈਂ ਸਿੱਖ ਨਹੀਂ ਆ, ਜਦੋਂ 7 ਸਾਲ ਦੇ ਬੱਚੇ ਤੋਂ ਇਹ ਗੱਲ ਨਹੀਂ ਕਢਾ ਸਕੇ ਵੀ ਅਸੀਂ ਸਿੱਖ ਨਹੀਂ ਆ, ਤੇ ਸਾਡੇ ਬੱਚਿਆਂ ਦੇ ਹੱਥ 'ਚ ਸ਼ਰਾਬ ਦੀ ਬੋਤਲ ਕਿੱਦਾਂ ਫੜਾ ਦੇਣਗੇ ਉਹ? ਉੱਥੇ ਤਾਂ ਸਿਰ ਲੈ ਰਹੇ ਸੀ ਨਾ, ਇੱਥੇ ਤਾਂ ਫੈਸ਼ਨ ਦਾ ਦੌਰ ਹੈ। ਜਿਹੜਾ ਬਾਣੀ ਨੇ ਕਿਹਾ ਪੇੜ ਮੁੱਢਾਹੂ ਕੱਟਿਆ, ਜਿਹੜਾ ਪੇੜ ਮੁੱਢ ਨਾਲੋਂ ਕੱਟਿਆ ਜਾਂਦਾ ਆ ਉਹਦੀਆਂ ਟਾਹਣੀਆਂ ਦਾ ਸੁੱਕ ਜਾਣਾ ਪੱਕਾ ਆ, ਸੁਭਾਵਕ ਹੈ। ਤੇ ਜਿਹੜਾ ਪੇੜ ਜੜ ਨਾਲ ਜੁੜਿਆ ਉਹਦੀ ਟਾਹਣੀ ਇੱਕ ਟੁੱਟ ਵੀ ਜਾਊਗੀ ਫਿਰ ਹਰੀ ਹੋ, ਉਹਦੇ ਪੱਤੇ ਝੜ ਵੀ ਜਾਣਗੇ ਫਿਰ ਆਉਣਗੇ। ਗੱਲ ਹੈ ਵੀ ਜੜੋਂ ਨਾ ਟੁੱਟ ਜਾਏ ਕਿਤੇ ਉਹ। ਬਾਣੀ ਨੇ ਫੈਸਲਾ ਦੇ ਦਿੱਤਾ ਪੇੜ ਮੁੱਢਾਹੂ ਕੱਟਿਆ ਤੇ ਸਡਾਲ ਸੁਕੰਦੇ, ਜਿਹੜਾ ਮੁੱਢ ਨਾਲੋਂ ਬੂਟਾ ਕੱਟ ਦਿੱਤਾ ਜਾਏ ਉਹਦੀਆਂ ਟਾਹਣੀਆਂ ਸੁੱਕ ਜਾਂਦੀਆਂ। ਸਾਡਾ ਮੁੱਢ ਗੁਰੂ ਗ੍ਰੰਥ ਸਾਹਿਬ ਹੈ। ਸਾਡੀ ਅੱਜ ਜਵਾਨੀ ਵਿਗੜ ਗਈ। ਆਪਾਂ ਇਹੋ ਹੀ ਕਹਿੰਦੇ ਨਾ ਸਾਡੇ ਬੱਚੇ ਵਿਗੜ ਗਏ। ਕਿਉਂ ਵਿਗੜ ਗਏ? ਕਿਉਂਕਿ ਉਹਨਾਂ ਨੂੰ ਮੁੱਢ ਨਾਲੋਂ ਤੋੜ ਲਿਆ ਗਿਆ। ਤੇ ਜੇ ਅੱਜ ਸਾਡੀਆਂ ਟਾਹਣੀਆਂ ਸੁੱਕੀਆਂ ਦਿਸਦੀਆਂ ਨਾ, ਇਹਦਾ ਮਤਲਬ ਮੁੱਢ ਨਾਲੋਂ ਤੋੜੀਆਂ ਅਗਲਿਆਂ ਨੇ। ਤੇ ਇਹਦੇ ਤੋਂ ਪਹਿਲਾਂ ਟਾਹਣੀਆਂ ਤੋੜਦੇ ਰਹੇ ਹੋ। ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣ ਕੇ ਕੀ ਕੀਤਾ ਸੀ ਉਹਨਾਂ ਨੇ? ਟਾਹਣੀਆਂ ਤੋੜੀਆਂ। ਮਾਵਾਂ ਦੇ ਪੱਤੇ, ਮਾਵਾਂ ਦੇ ਬੱਚੇ ਉਹਨਾਂ ਦੀ ਗੋਦੀ ਵਿੱਚੋਂ ਫੜ ਕੇ ਨੇਜਿਆਂ 'ਚ ਪਰੋ ਦਿੰਦੇ ਰਹੇ। ਕੀ ਕਰਦੇ ਸੀ? ਉਹ ਟਾਹਣੀਆਂ ਸੁਕਾਉਂਦੇ ਸੀ, ਪਰ ਨਹੀਂ ਸੁੱਕਦੀਆਂ ਸੀ ਟਾਹਣੀਆਂ। ਉਹ ਮਾਵਾਂ ਕਿੰਨਾ ਕੁ ਸਿਦਕ ਵਾਲੀਆਂ ਹੋਣੀਆਂ। ਇੱਕ ਬੰਨੇ ਬੱਚੇ ਦੀਆਂ ਖੂਨ ਦੇ ਛਿੱਟੇ ਮਾਂ ਦੀਆਂ ਅੱਖਾਂ 'ਤੇ ਪੈਂਦੇ ਆ, ਤੇ ਮਾਂ ਕਹਿੰਦੀ ਹੈ ਸ਼ੁਕਰ ਹੈ ਦਾਤਿਆ ਤੇਰੀ ਅਮਾਨਤ ਤੈਨੂੰ ਦੇ ਕੇ ਮੈਂ ਸੁਰਖਰੂ ਹੋ ਗਈ।
ਹੁਣ ਕਿਹੋ ਜਿਹਾ ਜਿਗਰਾ ਹੋਣਾ ਉਸ ਮਾਂ ਦਾ। ਤੁਸੀਂ ਏਡੀ ਮਹਾਨ ਵਿਰਾਸਤ ਆਪਣੀ ਬੁੱਕਲ 'ਚ ਸਮੋਈ ਬੈਠੇ ਹੋ ਜਿਹਦਾ ਦੁਨੀਆ 'ਚ ਕੋਈ ਤੋੜ ਨਹੀਂ ਹੈ। ਅੱਜ ਮੈਨੂੰ ਦੱਸਣ ਦੁਨੀਆ ਦੇ ਵੱਡੇ ਵੱਡੇ ਸਕਾਲਰ, ਮੈਂ ਬੜੇ ਥਾਵਾਂ ਤੇ ਕਹਿੰਦਾ ਵੀ ਟੇਬਲ ਟਾਕ ਸਾਡੇ ਨਾਲ ਬਹਿ ਕੇ ਗੱਲ ਦੱਸੋ ਜਿੱਥੇ ਐਡਾ ਵੱਡਾ ਸਿਦਕ ਕਿਸੇ ਨੇ ਨਿਭਾਇਆ ਹੋਵੇ। ਕਹਿੰਦੇ ਔਰਤ ਕਮਜ਼ੋਰ ਦਿਲ ਹੁੰਦੀ ਹੈ। ਆਮ ਕਰਕੇ ਸਾਡੀਆਂ ਭੈਣਾਂ ਨੇ ਵੀ ਔਰਤਾਂ ਦੇ ਦਿਲ ਬੜੇ ਕਮਜ਼ੋਰ ਹੁੰਦੇ ਆ। ਹੋਣਗੇ ਦੁਨੀਆ ਦੀਆਂ ਔਰਤਾਂ ਦੇ ਦਿਲ ਕਮਜ਼ੋਰ? ਜਿਹੜੀ ਔਰਤ ਦਾ ਸੰਬੰਧ ਗੁਰੂ ਨਾਨਕ ਸਾਹਿਬ ਜੀ ਨਾਲ ਹੈ, ਜਿਸ ਔਰਤ ਦਾ ਸੰਬੰਧ ਗੁਰੂ ਨਾਨਕ ਪਿਤਾ ਜੀ ਦੇ ਘਰ ਨਾਲ ਹੈ, ਉਹਦਾ ਜਿੱਡਾ ਦਿਲ ਤਗੜਾ ਹੁੰਦਾ ਨਾ, ਦੁਨੀਆ 'ਚ ਕਿਸੇ ਦਾ ਐਡਾ ਤਗੜਾ ਦਿਲ ਨਹੀਂ ਹੁੰਦਾ। ਇਹ ਨਿੱਕੇ ਜਿਹੇ ਦਿਲ ਵਾਲੀ ਮਾਂ ਆਪਣੇ ਪੁੱਤ ਦਾ ਕਲੇਜਾ ਕਢਾ ਕੇ ਉਹਦੇ ਟੁਕੜੇ ਕਰਾ ਕੇ ਦਮ ਵਿੱਚ ਦੀ ਰੱਸੀ ਵਿੰਨ ਕੇ ਤੇ ਉਹਦਾ ਹਾਰ ਬਣਾ ਕੇ ਗਲ 'ਚ ਪਾ ਸਕਦੀ ਹੈ ਮਾਂ? ਭਲਾ ਕਿੱਡਾ ਦਿਲ ਹੋਣਾ ਉਸ ਮਾਂ ਦਾ। ਫਿਰ ਸਾਡੀਆਂ ਬੱਚੀਆਂ ਕਮਜ਼ੋਰ ਦਿਲ ਕਿਉਂ ਹੋਈਆਂ? ਅੱਜ ਕਿਉਂ ਸਾਡੀਆਂ ਬੱਚੀਆਂ ਕਾਲਜ ਯੂਨੀਵਰਸਿਟੀ ਪੜ੍ਹਨ ਜਾਂਦੀਆਂ ਤੇ ਜਿਹੜਾ ਮਰਜ਼ੀ ਜਣਾ ਖਣਾ ਟੀਚਰ ਕਰ ਜਾਂਦਾ ਉਹਨਾਂ ਨੂੰ? ਤੇ ਕਿਉਂ ਡਰਦੀਆਂ ਸੁਣ ਲੈਂਦੀਆਂ ਗੱਲ ਕਿਸੇ ਦੀ ਉਹ? ਕਿਉਂਕਿ ਅਸੀਂ ਉਹਨਾਂ ਨੂੰ ਕਹਿ ਤਾ ਤੁਸੀਂ ਕੋਮਲ, ਤੁਸੀਂ ਕਮਜ਼ੋਰ, ਤੁਸੀਂ ਤੁਹਾਡੇ ਅੰਦਰ ਡਰ ਪਾਤਾ ਐਡਾ ਵੀ ਪਤਾ ਨਹੀਂ ਕੀ ਹੋ ਜਾਣਾ। ਉਹਨਾਂ ਨੂੰ ਦੱਸੋ ਕਿ ਸਾਡਾ ਕਲਚਰ ਕੀ ਹੈ। ਮੈਂ ਕਹਿੰਦਾ ਪੰਜਾਬ ਦੀ ਧੀ ਹੋਵੇ, ਸੰਬੰਧ ਗੁਰੂ ਨਾਨਕ ਸਾਹਿਬ ਜੀ ਨਾਲ ਹੋਵੇ, ਭੈਣ ਫਤਿਹ ਸਿੰਘ ਦੀ ਹੋਵੇ, ਭੈਣ ਅਜੀਤ ਸਿੰਘ ਦੀ ਹੋਵੇ, ਕਿਸੇ ਲੰਡੀ ਬੁੱਚੀ ਦੀ ਜ਼ਰੂਰਤ ਹੈਗੀ ਆ ਸਾਡੀ ਭੈਣ ਵੱਲ ਕੋਈ ਗੱਲ ਕਰ ਜਾਏ ਭਲਾ? ਉਹਦੀ ਵੇਖਣੀ ਇਦਾਂ ਦੀ ਹੋਵੇ ਵੀ ਅਗਲਾ ਸਿਰ ਤੋਂ ਪੈਰਾਂ ਤੱਕ ਕੰਬੇ ਇੱਕ ਵਾਰ ਗੱਲ ਕਰਨ ਲੱਗਾ। ਇਹਦੇ ਨਾਲ ਗੱਲ ਕਰਨੀ ਸੌਖੀ ਨਹੀਂ। ਪਰ ਇਹ ਕਿਰਦਾਰ ਡਾਊਨ ਕੀਤੇ ਸਾਡੇ ਅਗਲਿਆਂ ਨੇ, ਸਾਨੂੰ ਕਮਜ਼ੋਰ ਬਣਾਇਆ। ਪਹਿਲਾਂ ਨੇ ਬਣਾਇਆ ਕਿੱਦਾਂ? ਤੁਹਾਨੂੰ ਬੇਸ ਨਾਲੋਂ ਤੋੜ ਲਿਆ। ਆ ਸੁਣ ਲਿਓ, ਆਪਾਂ ਫਿਰ ਸਮਾਪਤੀ ਕਰਦੇ ਹਾਂ। ਉੱਪਰ ਦੱਸੇ ਸਮਾਨ ਤੋਂ ਇਲਾਵਾ ਧੂਪ ਦਾ ਸੰਬੰਧ ਗੁਰਮਤ ਨਾਲ ਕੋਈ ਨਹੀਂ ਹੈ, ਪਰ ਅੱਜ ਕੋਈ ਵੀ ਅਖੰਡ ਪਾਠ ਧੂਪ ਤੋਂ ਬਿਨਾਂ ਆਰੰਭ ਨਹੀਂ ਹੁੰਦਾ। ਸਾਰਾ ਟੱਬਰ 3 ਦਿਨ ਕਾਹਦੇ 'ਚ ਧਿਆਨ ਰੱਖਦਾ? ਕਮਾਲ ਹੈ। ਜਿਹਦਾ ਸੰਬੰਧ ਹੀ ਕੋਈ ਨਹੀਂ। ਸਾਰੇ ਘਰ ਦੇ ਰਿਸ਼ਤੇਦਾਰ ਪਾਠੀ ਦਾ ਗਲ ਬਹਾ ਦਿੰਦੇ ਧੂਪ ਲਾ ਲਾ ਕੇ। ਗੁਰੂ ਸਾਹਿਬ ਸਾਡੀ ਮਰਿਆਦਾ 'ਚ ਲਿਖਿਆ ਇਹਦਾ ਸੰਬੰਧ ਹੀ ਕੋਈ ਨਹੀਂ। ਧੂਪ ਜਾਂ ਦੀਵੇ, ਕਿਸੇ ਤਰ੍ਹਾਂ ਦੇ ਦੀਵੇ ਜਗਾ ਕੇ ਰੱਖਣੇ ਗੁਰੂ ਦੀ ਹਜ਼ੂਰੀ 'ਚ, ਦੀਵੇ ਮਚਾ ਕੇ ਆਰਤੀ ਕਰਨੀ। ਦੀਵੇ ਮਚਾ ਕੇ ਆਰਤੀ ਕਿਉਂਕਿ ਗੁਰੂ ਸਾਹਿਬ ਜੀ ਨੇ ਅੱਜ ਤੋਂ 550 ਸਾਲ ਪਹਿਲਾਂ ਉਸ ਵੇਲੇ ਜਗਨਨਾਥਪੁਰੀ ਜਾ ਕੇ ਦੀਵੇ ਮਚਾ ਕੇ ਆਰਤੀ ਕਰਨ ਵਾਲਿਆਂ ਨੂੰ ਕਿਹਾ, ਓਏ ਕਮਲਿਓ ਆਹ ਕੀ ਕਰਦੇ ਹੋ? ਕਹਿੰਦੇ ਆਰਤੀ ਕਰਦੇ ਆ ਭਗਵਾਨ ਦੀ। ਕਹਿੰਦੇ ਅੱਛਾ, ਭਗਵਾਨ ਕਿੱਡਾ ਕੁ ਵੱਡਾ? ਕਹਿੰਦੇ ਜਗਤ ਦਾ ਮਾਲਕ ਜਗਨਨਾਥ, ਸਾਰੇ ਜਗਤ ਦਾ ਮਾਲਕ। ਕਹਿੰਦੇ ਥਾਲੀ ਤੇ ਬੜੀ ਨਿੱਕੀ ਜਿਹੀ ਚੁੱਕੀ ਫਿਰਦੇ ਹੋ। ਥਾਲੀ ਦੇ ਹਿਸਾਬ ਨਾਲ ਤੇ ਭਗਵਾਨ ਬੜਾ ਛੋਟਾ ਜਿਹਾ ਲੱਗਦਾ, ਕਿਉਂਕਿ ਜਿੱਡਾ ਭਗਵਾਨ ਹੈ ਥਾਲੀ ਵੀ ਓਡੀ ਵੱਡੀ ਚਾਹੀਦੀ ਹੈ। ਕਹਿੰਦੇ ਬਾਬਾ ਕੀ ਮਤਲਬ ਹੈ? ਬਾਬਾ ਕਹਿੰਦਾ ਕਮਲਿਓ, ਜਿਹਨੇ ਤੁਹਾਨੂੰ ਪੈਦਾ ਕੀਤਾ, ਜਿਹਨੇ ਸਾਰੇ ਜਗਤ ਨੂੰ ਬਣਾਇਆ, ਉਹਨੂੰ ਤੁਹਾਡੇ ਆ ਦੀਵਿਆਂ ਦੀ ਲੋੜ ਹੈ। ਉਹਦੀ ਆਰਤੀ ਤਾਂ 24 ਘੰਟੇ ਹੁੰਦੀ ਹੈ। ਗਗਨ ਮੈਂ ਥਾਲ, ਰਾਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਨ ਆਲੋ, ਪਵਨ ਚਵਰੋ ਕਰੇ। ਹੁਣ ਇਹ ਹੈ ਆਰਤੀ ਉਹਦੀ, ਕਿ ਆ ਗਗਨ ਆਕਾਸ਼ ਥਾਲ ਹੈ, ਦੀਵੇ ਉਹਦੇ 'ਚ ਨੇ ਸੂਰਜ ਤੇ ਚੰਦਰਮਾ, ਇਹ ਦੀਵੇ ਬਣੇ ਹੋਏ ਉਹਦੇ 'ਚ। ਹਵਾ ਚੌਰ ਕਰ ਰਹੀ ਹੈ ਉਹਨੂੰ। ਗਗਨ ਮੈਂ ਥਾਲ, ਰਾਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ, ਤਾਰੇ ਨੇ ਉਹਦੇ 'ਚ ਮੋਤੀ। ਧੂਪ ਮਲਿਆਨ ਲੋ, ਪਵਨ ਚਵਰ, ਸਾਰੀ ਸੁਗੰਧੀ ਜਿੰਨੀ ਹੈ ਸੰਸਾਰ ਭਰ ਦੇ ਵਨਸਪਤੀ ਦੀ, ਇਹ ਧੂਪ ਦੀਪ ਹੈ ਉਹਦਾ। ਤੇ ਤੁਸੀਂ ਨਿੱਕੀ ਜਿਹੀ ਧੂਪ ਵਾਲ ਕੇ ਉਹਨੂੰ ਧੂਪ ਦੇਣਾ ਚਾਹੁੰਦੇ ਹੋ। ਪਵਨ ਚਵਰੋ ਕਰੇ, ਹਵਾ ਚੌਰ ਕਰ ਰਹੀ ਹੈ। ਤੇ ਗੁਰੂ ਸਾਹਿਬ ਜੀ ਨੇ ਇਦਾਂ ਸਮਝਾਇਆ। ਜਗਨਨਾਥਪੁਰੀ ਵਾਲਿਆਂ ਨੇ ਆਰਤੀ ਵਾਲੀ ਥਾਲੀ ਥੱਲੇ ਰੱਖਤੀ ਤੇ ਬਾਬੇ ਨਾਨਕ ਦੇ ਪੈਰ ਫੜ ਲਏ। ਬਾਬੇ ਨਾਨਕ ਦੇ ਚਰਨਾਂ ਤੇ ਢਹਿ ਕੇ ਜਗਨਨਾਥਪੁਰੀ ਵਾਲੇ ਕਹਿੰਦੇ, ਬਾਬਾ ਤੇਰੇ ਤੋਂ ਪਹਿਲਾਂ ਆਹ ਗੱਲ ਸਾਨੂੰ ਕਿਸੇ ਨੇ ਦੱਸੀ ਨਹੀਂ। ਤੇ ਅੱਜ ਵਾਲੇ ਬਾਬੇ ਨਾਨਕ ਦਾ ਸ਼ਬਦ ਪੜ੍ਹ ਕੇ ਬਾਬੇ ਨਾਨਕ ਦੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਥਾਲੀ ਘੁਮਾ ਰਹੇ ਆ। ਕਹਿੰਦੇ ਬਾਬਾ ਸਾਨੂੰ ਰੋਕ ਕੇ ਵਿਖਾ। ਇਹ ਕੋਝਾ ਮਜ਼ਾਕ ਨਹੀਂ ਗੁਰੂ ਸਾਹਿਬ ਨਾਲ। ਤੇ ਅਸੀਂ ਕਹਿੰਦੇ ਹੋਵਾਂਗੇ ਬਾਬਾ ਜਗਨਨਾਥਪੁਰੀ ਵਾਲਿਆਂ ਦਾ ਤਾਂ ਗੁੱਟ ਫੜ ਲਿਆ ਸੀ।
ਤੁਸੀਂ ਕਿਸੇ ਨੂੰ ਰੋਕ ਕੇ ਵਿਖਾ ਦਿਓ ਆਰਤੀ, ਕਿਤੇ ਆਰਤੀ ਹੁੰਦੀ ਹੋਵੇ, ਤੁਸੀਂ ਆ ਜਿੰਨੇ ਇੱਥੇ ਬੈਠੇ ਹੋ ਤੁਸੀਂ ਕਹਿ ਦਿਓ ਹੱਥ ਜੋੜ ਕੇ ਵੀ ਇੱਦਾਂ ਨਾ ਆਰਤੀ ਕਰਿਆ ਕਰੋ, ਵੀ ਉਹਦੀ ਆਰਤੀ ਤਾਂ ਗੁਰੂ ਨਾਨਕ, ਅਗਲੇ ਕਹਿਣਗੇ ਜਾ ਕੰਮ ਕਰ ਜਾ ਕੇ, ਤੂੰ ਨਵਾਂ ਆ ਗਿਆ ਜਿਹੜਾ ਦੱਸਦਾ ਆਰਤੀ ਨਹੀਂ ਹੁੰਦੀ, ਇਹ ਤਾਂ ਇੰਨੇ ਚਿਰ ਤੋਂ ਚੱਲੀ ਆਉਂਦੀ ਹੈ। ਫਿਰ ਪਤਾ ਕੀ ਕਹਿਣਗੇ, ਇਹ ਤੇ ਹਜ਼ੂਰ ਸਾਹਿਬ ਹੁੰਦੀ ਹੈ। ਇਹੀ ਸਵਾਲ ਹੁੰਦਾ ਨਾ ਅਗਲਿਆਂ ਕੋਲ। ਮੈਂ ਕੀ ਕਿਹਾ ਸੀ ਭਲਾ, ਵੇਖਣ ਨੂੰ ਗੁਰਦੁਆਰੇ ਲੱਗਦੇ ਆ ਪਰ ਹਕੀਕਤ 'ਚ ਗੁਰਦੁਆਰੇ ਨਹੀਂ ਆ। ਜਿਹੜੀ ਚੀਜ਼ ਜਿੱਥੋਂ ਪੈਦਾ ਹੋਈ ਹੈ, ਜੇ ਉਹਨੂੰ ਮੁਕਾਉਣਾ ਹੋਊਗਾ ਤੇ ਉੱਥੇ ਹੀ ਜਾਣਾ ਪਊਗਾ। ਸਿੱਖਾਂ ਦੇ ਵਿਹੜੇ ਕਰਮਕਾਂਡ ਲਿਆਉਣਾ, ਜੇ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੋੜਨਾ ਤੇ ਸਿੱਖ ਨੂੰ ਗੁਰਦੁਆਰੇ ਆਣ ਕੇ ਗੁਰੂ ਗ੍ਰੰਥ ਸਾਹਿਬ ਤੋਂ ਤੋੜਿਆ ਜਾ ਸਕਦਾ। ਗੁਰਦੁਆਰੇ ਤੋਂ ਬਾਹਰ ਖਲੋ ਕੇ ਕੋਈ ਸੋਨੇ ਦਾ ਮਹਿਲ ਬਣਾ ਦੇ ਸਾਡੇ ਲਈ ਤੇ ਸਾਨੂੰ ਕਵੇ ਆ ਸੋਨੇ ਦਾ ਮਹਿਲ ਦਿੰਦੇ ਆ, ਗੁਰਦੁਆਰੇ ਨਾਲੋਂ ਟੁੱਟ ਜਾ, ਮੈਂ ਦਾਅਵੇ ਨਾਲ ਕਹਿੰਦਾ ਤੁਹਾਡੇ ਪਿੰਡ ਦਾ ਮੰਗਤਾ ਵੀ ਬੰਦਾ ਸੋਨੇ ਦੇ ਮਹਿਲ 'ਚ ਨਹੀਂ ਜਾਊਗਾ, ਗੁਰਦੁਆਰੇ ਜਾਊਗਾ। ਮੇਰਾ ਮੰਨਣਾ ਵਾ ਇੱਦਾਂ ਵੀ ਗੁਰਦੁਆਰੇ ਤੋਂ ਇਲਾਵਾ ਟੁੱਟਦੇ ਨਹੀਂ ਅਸੀਂ। ਤੁਹਾਨੂੰ ਅੱਜ ਕੋਈ ਕਹਿ ਦੇ ਵੀ ਉਹ ਗੁਰੂ ਗ੍ਰੰਥ ਸਾਹਿਬ ਹੈ, ਇੱਧਰ ਸਾਡੇ ਨਾਲ ਤੁਰ ਤੈਨੂੰ ਸੋਨੇ ਦੇ ਮਹਿਲ ਦੇ ਦਾਂਗੇ, ਪਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਟੇਕਣਾ। ਇਹ ਕਹਿ ਦੇ ਵੀ ਗੁਰੂ ਗ੍ਰੰਥ ਸਾਹਿਬ ਦੇ ਪੱਲੇ ਕੁਛ ਨਹੀਂ ਆ, ਤੁਸੀਂ ਕਹੋਗੇ ਜਾ ਕੰਮ ਕਰ ਜਾ ਕੇ, ਸਾਡੇ ਲਈ ਸਾਰਾ ਕੁਝ ਉਹ ਹੈ। ਤੇ ਜੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨਾ ਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਹਿ ਕੇ ਕਹਿਣਾ ਪਊਗਾ ਵੀ ਇਹਨੂੰ ਛੱਡ, ਕਿਉਂਕਿ ਇਹ ਬੋਲਦਾ ਨਹੀਂ। ਸਾਡੇ ਬਾਬੇ ਕਹਿੰਦੇ ਆ ਨਾ ਕਈ ਵੀ ਗੁਰੂ ਗ੍ਰੰਥ ਸਾਹਿਬ ਤਾਂ ਫਿਰ ਬਾਬਿਆਂ ਕੋ ਤਾਂ ਜਾਣਾ ਪੈਂਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਨਹੀਂ ਆ। ਤੇ ਮੈਂ ਹੁਣੇ ਪੰਕਤੀ ਪੜ੍ਹੀ ਤੇ ਆਇਆ ਸੀ, ਗੁਰੂ ਸਾਹਿਬ ਤੇ ਬੋਲਦੇ ਆ ਪਿਆਰੇ ਇਨ ਬਿਦ ਮਿਲਣ ਜਾਈ। ਹੋਰ ਕਿੱਦਾਂ ਬੋਲਣਾ ਹੁੰਦਾ? ਗੁਰੂ ਸਾਹਿਬ ਤੁਸੀਂ ਨਹੀਂ ਬੋਲਦੇ, ਤੁਹਾਡੇ ਵੱਲੋਂ ਹੀ ਬੋਲ ਪੈਂਦੇ ਆ ਗੁਰੂ ਸਾਹਿਬ ਤਾਂ। ਇਦਾਂ ਦੀ ਲਿਖਣ ਸ਼ੈਲੀ, ਗੁਰੂ ਗ੍ਰੰਥ ਸਾਹਿਬ ਵਰਗੀ ਲਿਖਣ ਸ਼ੈਲੀ ਦੁਨੀਆ ਦੇ ਕਿਸੇ ਗ੍ਰੰਥ ਦੀ ਨਹੀਂ ਆ। ਕਿੱਡੀ ਕਮਾਲ ਦੀ ਲਿਖਣ ਸ਼ੈਲੀ ਹੈ। ਮੂੰਹੋਂ ਕੇ ਬੋਲਣ ਬੋਲੀ ਹੈ, ਜਿਸ ਸੁਣ ਧਰੈ ਪਿਆਰ। ਮੈਂ ਮੂੰਹੋਂ ਕਿਹੜੇ ਬੋਲ ਬੋਲਾਂ ਜਿਹਨੂੰ ਸੁਣ ਕੇ ਤੇ ਫਿਰ ਗੁਰੂ ਸਾਹਿਬ ਜੀ ਕਹਿੰਦੇ ਭਾਖਿਆ ਭਾਓ ਅਪਾਰ। ਆਹ ਬੋਲੀ ਬੋਲਿਆ ਕਰ, ਪਿਆਰ ਵਾਲੀ ਬੋਲੀ, ਮਿੱਠੀ ਬੋਲੀ, ਚੰਗੇ ਬੋਲ ਤੇਰੀ ਜ਼ੁਬਾਨ ਤੇ ਆ ਜਾਣ। ਸੋ ਸਾਨੂੰ ਉਲਝਾ ਲਿਆ ਇੰਨਾ ਮਚਾ ਕੇ ਆਰਤੀ ਕਰਨੀ, ਭੋਗ ਲਾਉਣਾ, ਭੋਗ ਲਾਉਣਾ। ਤੇ ਮੈਨੂੰ ਨਹੀਂ ਲੱਗਦਾ ਸਾਡੇ ਕੋਈ ਟਾਵਾਂ ਗੁਰਦੁਆਰੇ ਬਚਿਆ ਹੋਣਾ ਜਿੱਥੇ ਭੋਗ ਨਹੀਂ ਲੱਗਦੇ। ਮਹਾਰਾਜ ਭੋਗ ਲਾਓ, ਭੋਗ ਦਾ ਅਰਥ ਹੈ ਖਾਣਾ। ਦੋ ਚੀਜ਼ਾਂ ਸਮਝ ਲਿਓ ਹੁਣ, ਭੋਗ ਤੇ ਪ੍ਰਵਾਨ ਸ਼ਬਦ, ਦੋ ਸ਼ਬਦ ਨੇ। ਭੋਗ ਮਤਲਬ ਖਾਣਾ, ਪ੍ਰਵਾਨ ਦਾ ਮਤਲਬ ਹੈ ਸਹਿਮਤੀ ਦੇਣੀ। ਹੁਣ ਮੈਨੂੰ ਦੱਸੋ ਗੁਰੂ ਸਾਹਿਬ ਜੀ ਖਾਂਦੇ ਆ ਕਿ ਸਹਿਮਤੀ ਦਿੰਦੇ ਆ? ਬੋਲੋ, ਖਾਂਦੇ ਆ ਕਿ ਸਹਿਮਤੀ ਦਿੰਦੇ ਆ? ਸਹਿਮਤੀ ਦਿੰਦੇ। ਅਸੀਂ ਗੁਰੂ ਸਾਹਿਬ ਜੀ ਦੀ ਸਹਿਮਤੀ ਲੈਂਦੇ ਆ। ਤੇ ਸਾਨੂੰ ਜੇ ਇਹ ਲੱਗਦਾ ਵੀ ਗੁਰੂ ਸਾਹਿਬ ਭੋਗ ਲਾਉਂਦੇ ਆ ਮਤਲਬ ਖਾਂਦੇ ਆ, ਇਹਦਾ ਮਤਲਬ ਅਸੀਂ ਉਸੇ ਹੀ ਪੈਟਰਨ ਤੇ ਆ ਗਏ ਜਿਹੜੇ ਮੰਦਿਰ ਵਿੱਚ ਪੁਜਾਰੀ ਨੇ ਮੂਰਤੀ ਰੱਖੀ ਸੀ ਤੇ ਤੁਹਾਨੂੰ ਕਹਿੰਦਾ ਸੀ ਵੀ ਲਿਆਓ ਚੰਗੇ ਚੰਗੇ ਪਦਾਰਥ ਕਿਉਂਕਿ ਇਹਨੇ ਖਾਣੇ ਆ। ਮੂਰਤੀ ਖਾਂਦੀ ਸੀ, ਕਿਹਦੇ ਲਈ ਸੀ ਭਲਾ ਉਹ? ਹਾਂ, ਪੁਜਾਰੀ ਲਈ। ਪਿੱਛੇ ਜੇ ਆ ਤੁਹਾਡੇ ਇੱਥੇ ਨਹੀਂ ਚੰਡੀਗੜ੍ਹ 'ਚ ਵੀ ਮੂਰਤੀ ਦੁੱਧ ਪੀਂਦੀ ਆ, ਕਿੰਨੇ ਬੰਦੇ 100-100 200-200 ਰੁਪਏ ਲੀਟਰ ਦੁੱਧ ਲੈ ਕੇ ਮੂਰਤੀਆਂ ਨੂੰ ਪਿਆਉਣ ਗਏ। ਉਹਨਾਂ ਮੂਰਤੀ ਦੇ ਥੱਲੇ ਪਾਈਪ ਲਾਇਆ ਸੀ ਇੱਦਾਂ, ਤੇ ਵਾਪਸ ਦੁੱਧ ਢੋਣਿਆ ਚਾਹੀ ਜਾਂਦਾ ਸੀ। ਉਹ ਕਿੰਨਾ ਬਿਜ਼ਨਸ ਕਰ ਗਏ ਬੰਦੇ ਇੱਦਾਂ ਹੀ। ਤੇ ਸਾਡੇ ਬੰਦੇ ਵੈਲ ਐਜੂਕੇਟਡ, ਯੂਨੀਵਰਸਿਟੀਆਂ 'ਚ ਪੜ੍ਹਨ ਵਾਲੇ, ਜੱਜ ਤੱਕ ਦੇ ਬੰਦੇ ਮੂਰਤੀ ਨੂੰ ਦੁੱਧ ਪਿਆ ਕੇ ਆਏ। ਤੇ ਸਾਡੇ ਬੰਦਿਆਂ ਦਾ ਵੀ ਇਹੀ ਹਾਲ ਹੈ। ਗੁਰੂ ਸਾਹਿਬ ਜੀ ਪ੍ਰਮਾਣੀਅਤ ਦਿੰਦੇ ਆ। ਅਸੀਂ ਸਾਡਾ ਸ਼ਬਦ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਤੇ ਫਿਰ ਪ੍ਰਵਾਨ ਕਰਨ ਦਾ ਤਰੀਕਾ ਸਾਡਾ ਇਹ ਹੈ ਕਿ ਅਸੀਂ ਸ੍ਰੀ ਸਾਹਿਬ ਨਾਲ ਪ੍ਰਵਾਨ ਕਰਦੇ ਹਾਂ। ਤੇ ਸ੍ਰੀ ਸਾਹਿਬ ਨਾਲ ਪ੍ਰਵਾਨ ਕਰਨ ਤੋਂ ਬਾਅਦ ਅਸੀਂ ਪੰਜਾਂ ਪਿਆਰਿਆਂ ਦਾ ਪ੍ਰਸ਼ਾਦ ਕੱਢ ਕੇ ਤੇ ਪੰਜਾਂ ਪਿਆਰਿਆਂ ਵਿੱਚ ਵਰਤਾਉਨੇ ਆ। ਪੰਜਾਂ ਪਿਆਰਿਆਂ ਵਿੱਚ ਵਰਤਾਉਣ ਵਾਲਾ ਪ੍ਰਸ਼ਾਦ ਵਰਤਾਉਣ ਲੱਗਿਆਂ ਕਿਸੇ ਵੀ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਕਰਨਾ ਚਾਹੀਦਾ। ਉਹ ਵੀਰ ਭੈਣ ਕਿਸੇ ਨੂੰ ਵੀ ਦਿੱਤਾ ਜਾ ਸਕਦਾ। ਹਾਂ, ਇਹ ਧਿਆਨ ਰੱਖਿਆ ਜਾਏ ਕਿ ਉਹ ਸਾਬਤ ਸੂਰਤ ਹੋਣ। ਸਾਬਤ ਸੂਰਤ ਕਿਉਂ ਹੋਣ? ਕਿਉਂਕਿ ਪੰਜਾਂ ਪਿਆਰਿਆਂ ਦਾ ਪ੍ਰਸ਼ਾਦ ਵਰਤਾਉਣਾ ਆ ਤੇ ਸਾਬਤ ਸੂਰਤ ਘੱਟੋ ਘੱਟ ਹੋਣੇ ਚਾਹੀਦੇ ਆ। ਵੀਰ ਤੇ ਭੈਣ ਦਾ ਭਰਮ ਨਹੀਂ ਕਰਨਾ ਚਾਹੀਦਾ। ਸਾਡੇ ਪਿੰਡਾਂ 'ਚ ਪਹਿਲੀ ਗੱਲ ਤੇ ਪੰਜਾਂ ਪਿਆਰਿਆਂ ਦਾ ਪ੍ਰਸ਼ਾਦ ਅਸੀਂ ਕੱਢਦੇ ਨਹੀਂ, ਕਿਉਂਕਿ ਸਾਨੂੰ ਐਂ ਲੱਗਦਾ ਵੀ ਪੰਜ ਪਿਆਰੇ ਤਾਂ ਹੈ ਨਹੀਂ ਇੱਥੇ। ਜੇ ਕੱਢਦੇ ਆ ਤਾਂ ਫਿਰ ਵਿੱਚ ਹੀ ਮਿਲਾ ਦਿੰਦੇ, ਕਿਉਂਕਿ ਸਾਨੂੰ ਲੱਗਦਾ ਵੀ ਇਹ ਸੰਗਤ 'ਚ ਤੇ ਕੋਈ ਪੰਜ ਪਿਆਰਿਆਂ ਵਰਗਾ ਬੈਠਾ ਹੀ ਨਹੀਂ ਹੈ। ਹਾਲਾਂਕਿ ਇਹ ਬੜੀ ਖਤਰਨਾਕ ਗੱਲ ਹੈ ਵੀ ਜੇ ਪੰਜ ਬੰਦੇ ਵੀ ਨਹੀਂ ਬੈਠੇ ਗੁਰੂ ਨਾਲ ਵਿਚਾਰ ਨਾਲ ਮੇਲ ਖਾਂਦੇ, ਜਿਨ੍ਹਾਂ ਨੂੰ ਪ੍ਰਸ਼ਾਦ ਦਿੱਤਾ ਜਾ ਸਕਦਾ ਖਾਣ ਵਾਲਾ, ਤੇ ਜਿਹੜੇ ਗੁਰੂ ਦੀ ਗੱਲ ਕਿੱਥੋਂ ਸਮਝਣਗੇ?
ਉਹ ਕਿਸੇ 'ਚ ਵੀ ਵਰਤਾ ਦਿਓ, ਵੀਰ ਹੋਣ, ਭੈਣਾਂ ਹੋਣ, ਬੀਬੀਆਂ ਹੋਣ, ਕਿਸੇ 'ਚ ਵਰਤਾਇਆ ਜਾ ਸਕਦਾ। ਵਰਤਾਉਣ ਤੋਂ ਬਾਅਦ ਅਸੀਂ ਗੁਰੂ ਸਾਹਿਬ ਜੀ ਦੀ ਦੇਗ ਪ੍ਰਵਾਨ ਕਰਕੇ ਸਾਰੀ ਸੰਗਤ ਵਿੱਚ ਵਰਤਾਉਣੀ, ਇਹੀ ਤਰੀਕਾ ਹੈ। ਇਹਦੇ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ, ਪਰ ਅਸੀਂ ਇਦਾਂ ਨਹੀਂ ਕਰਦੇ। ਟੱਲ ਖੜਕਾਉਣ, ਜੋਤਾਂ ਜਗਾਉਣੀਆਂ, ਆਹ ਵੇਖ ਲਿਓ ਹੁਣ ਇੱਥੇ ਲਿਖਿਆ, ਤੇ ਮੈਂ ਫਿਰ ਚੇਤਾ ਕਰਾ ਦੇਣਾ ਇਹਨੂੰ ਸ਼੍ਰੋਮਣੀ ਕਮੇਟੀ ਛਾਪਦੀ ਜੇ। ਕਈ ਵਾਰ ਐਂ ਲੱਗੀ ਜਾਂਦਾ ਵੀ ਇਹ ਬੰਦੇ ਆ ਜਿਹੜੇ ਇਹਨਾਂ ਨੇ ਨਾ ਛਾਪੀ ਹੋਵੇ ਰਹਿਤ ਮਰਿਆਦਾ, ਜਿਹੜੇ ਇਹ ਪੜ੍ਹਾ ਰਹੇ ਆ। ਤੁਸੀਂ, ਤੁਹਾਡੇ ਲਾਗੇ ਫਤਿਹਗੜ੍ਹ ਸਾਹਿਬ ਪੈਂਦਾ ਹੈ ਨਾ, ਤੁਹਾਡੇ ਲਾਗੇ ਚਮਕੌਰ ਸਾਹਿਬ ਪੈਂਦਾ, ਉੱਥੇ ਜਾਇਓ ਕਦੀ, ਮੱਥਾ ਟੇਕ ਕੇ ਉਹਨਾਂ ਨੂੰ ਕਿਉਂ ਜ਼ਰੂਰ ਵੀ ਰਹਿਤ ਮਰਿਆਦਾ ਦਿਓ ਅਕਾਲ ਤਖਤ ਦੀ, ਤੇ ਉਹ ਰਹਿਤ ਮਰਿਆਦਾ ਉੱਥੋਂ ਲਿਆ ਕੇ ਆ ਵੀ ਲੈ ਜਾਓ ਘਰ ਆਪਣੇ, ਇਹਨਾਂ ਨੂੰ ਇਹ ਤੁਸੀਂ ਹੁਣ ਆਪਣੇ ਨਾਲ ਲੈ ਜਾਓ, ਇਹ ਵੀ ਲੈ ਜਾਓ ਤੇ ਉਹਨਾਂ ਤੋਂ ਵੀ ਲੈ ਆਇਓ, ਫਿਰ ਦੋਵੇਂ ਮੇਲ ਕੇ ਵੇਖ ਲਓ ਵੀ ਇੱਕੋ ਹੀ ਆ ਭਲਾ। ਕਿਤੇ ਇਹ ਨਾ ਹੋਵੇ ਵੀ ਅਸੀਂ ਹੋਰ ਦੇ ਜਾਈਏ ਤੁਹਾਨੂੰ ਤੇ ਉਹ ਹੋਰ ਹੋਵੇ, ਇੱਕੋ ਹੀ ਨੇ, ਉਹੀ ਛਾਪਦੇ ਆ। ਹੁਣ ਜੋਤ ਜਗਾਉਣੀ ਆ, ਪਰ ਅਸੀਂ ਗੁਰਦੁਆਰਿਆਂ ਜੋਤ ਜਗਾਈ ਹੈ। ਜੋਤ ਕਿੱਥੇ ਜਗਦੀ ਹੈ? ਮੰਦਿਰ ਵਿੱਚ। ਤੇ ਸਾਡੇ ਗੁਰਦੁਆਰੇ ਵੇਖਣ ਨੂੰ ਗੁਰਦੁਆਰੇ ਲੱਗਦੇ ਆ, ਪਰ ਹਕੀਕਤ 'ਚ ਇਹ ਗੁਰਦੁਆਰੇ ਨਹੀਂ ਆ, ਕਿਉਂਕਿ ਸਾਡੀ ਜੋਤ ਕਿਹੜੀ ਹੈ? ਗੁਰੂ ਗ੍ਰੰਥ ਸਾਹਿਬ। ਦੋ ਜੋਤਾਂ ਤਾਂ ਨਹੀਂ ਹੋਣਗੀਆਂ, ਜੋਤ ਤਾਂ ਇੱਕੋ ਹੀ ਰਹੂਗੀ, ਤੇ ਉਹ ਅਸੀਂ ਰੋਜ਼ ਪੜ੍ਹਦੇ ਹਾਂ। ਗੁਰੂ ਗ੍ਰੰਥ ਸਾਹਿਬ ਗਿਆਨ ਰੂਪੀ ਜੋਤ ਹੈ, ਇੱਕ ਜੋਤ ਤੁਹਾਡੇ ਅੰਦਰ ਜਗਦੀ ਹੈ। ਗੁਰੂ ਦੀ ਗਿਆਨ ਰੂਪੀ ਜੋਤ ਨੇ ਤੁਹਾਡੀ ਜੋਤ ਨੂੰ ਉਜਾਲਾ ਦੇਣਾ, ਤੁਹਾਡੀ ਸਮਝ ਨੂੰ ਉਜਾਗਰ ਕਰਨਾ, ਤੇ ਅਸੀਂ ਉਸ ਸਮਝ ਨਾਲ ਸੰਸਾਰ ਵਿੱਚ ਵਿਚਰਨਾ। ਜਿਹੜੀ ਗੱਲ ਆਪਾਂ ਕੀਤੀ ਸੀ, ਏਕ ਪਿਤਾ ਏਕ ਸਕੇ ਹਮ ਬਾਰਕ, ਸ਼ਬਦ ਵੇਖੋ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਤੇ ਚਾਨਣ, ਸਭ ਮੈਂ ਚਾਨਣ ਹੋਏ। ਅੱਗੇ ਵੇਖੋ, ਗੁਰ ਸਾਖੀ ਜੋਤ, ਗੁਰੂ ਦੀ ਸਿੱਖਿਆ ਨਾਲ ਇਹ ਜੋਤ ਸਮਝ ਆਉਂਦੀ ਹੈ, ਪਰ ਅਸੀਂ ਉਸ ਜੋਤ ਤੱਕ ਪਹੁੰਚ ਹੀ ਨਹੀਂ ਕਰਦੇ, ਕਿਉਂਕਿ ਇਹ ਖਤਰਾ ਆ ਬੰਦਿਆਂ ਨੂੰ ਵੀ ਜੇ ਉਸ ਜੋਤ ਤੱਕ ਪਹੁੰਚ ਜਾਣਗੇ ਤੇ ਇਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਸਾਰ ਲੈਵਲ ਤੇ ਲੈ ਆਉਣਗੇ, ਵਰਲਡ ਲੈਵਲ ਤੇ ਲਿਆਉਣਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ। ਇਸ ਕਰਕੇ ਇਹਨਾਂ ਦੇ ਲਾਗੇ ਵੀ ਇੱਕ ਨਕਲੀ ਜੋਤ ਜਗਾ ਦਿਓ, ਤਾਂ ਕਿ ਗੁਰਦੁਆਰੇ ਜਾਣ ਪਰ ਅਸਲੀ ਜੋਤ ਤੱਕ ਪਹੁੰਚ ਨਾ ਕਰਨ। ਨਕਲੀ ਜੋਤ ਨੂੰ ਮੱਥਾ ਟੇਕ ਕੇ ਉਹਦੇ ਉੱਤੇ ਹੱਥ ਇਦਾਂ ਕਰਕੇ, ਐਂ ਹੱਥ ਕਰਕੇ, ਕਈ ਵਾਰ ਸੰਗਤਾਂ ਐਂ ਹੱਥ ਕਰ ਲੈਂਦੀਆਂ, ਉਹ ਹੱਥ ਇਦਾਂ ਮੂੰਹ ਤੇ ਫਿਰ ਕੇ ਕਹਿ ਲੈਂਦੇ ਮਹਾਰਾਜ ਦੀ ਕਿਰਪਾ ਹੋ ਗਈ। ਨਾ 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 ਨਾ, ਗੁਰੂ ਗ੍ਰੰਥ ਸਾਹਿਬ ਰੂਪੀ ਜੋਤ 'ਚ ਖੁੱਭਣਾ ਪੈਣਾ ਤੁਹਾਨੂੰ। ਉਹ ਜੋਤ ਤੁਹਾਡੇ ਇੱਥੇ ਅੰਦਰ ਜਗਣੀ ਹੈ, ਉਹ ਅੰਦਰ ਜਗਦੀ ਜੋਤ ਨੇ ਤੁਹਾਨੂੰ ਦੱਸਣਾ ਇਹ ਸਾਡੇ ਦੁਲਵਾ ਪਿੰਡ ਵਾਲੇ ਸਾਰੇ ਆਪਣੇ ਆ। ਕਿਸੇ ਨਾਲ ਈਰਖਾ, ਵੈਰ, ਨਫ਼ਰਤ ਕਰਨ ਦਾ ਕੋਈ ਮਤਲਬ ਨਹੀਂ ਹੈ। ਕੀ ਲੈ ਜਾਾਂਗੇ ਇੱਥੋਂ ਨਫ਼ਰਤ ਕਰਕੇ? BP ਆਪਣੇ ਵਧਾ ਲਓਗੇ, ਕੈਸਟਰੋਲ ਵੱਧ ਜਾਣਗੇ, ਬਿਮਾਰੀਆਂ ਲੱਗ ਜਾਣਗੀਆਂ ਸਾਨੂੰ, ਡਾਕਟਰਾਂ ਦੇ ਗੇੜੇ ਮਾਰਨੇ, ਕਿਸੇ ਦਾ ਕੀ ਜਾਣਾ ਆ? ਪਰ ਅਸੀਂ ਨਹੀਂ ਸਮਝਦੇ ਇਹ ਗੱਲਾਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀਆਂ ਦੋ ਗੱਲਾਂ ਹੀ ਸਮਝ ਲਓ ਨਾ, ਜਿਹੜੀ ਆਪਾਂ ਨਿਰਭਉ ਤੇ ਨਿਰਵੈਰ ਦੀ ਗੱਲ ਕੀਤੀ ਸੀ, ਵੀ ਸਾਡਾ ਕਿਸੇ ਨਾਲ ਵੈਰ ਨਹੀਂ ਹੋਣਾ ਚਾਹੀਦਾ ਤੇ ਸਾਨੂੰ ਕਿਸੇ ਦਾ ਖੌਫ ਨਹੀਂ ਰੱਖਣਾ ਚਾਹੀਦਾ। ਮੈਨੂੰ ਲੱਗਦਾ ਅੱਧੀ ਦਵਾਈ ਪੰਜਾਬ 'ਚੋਂ ਘੱਟ ਸਕਦੀ, ਅੱਧੀਆਂ ਬਿਮਾਰੀਆਂ ਠੀਕ ਹੋ ਸਕਦੀਆਂ ਸਾਡੀਆਂ। ਸਾਡੇ ਬੰਦੇ ਨਾ, ਹੁਣ ਪੰਜਾਬ ਦੇ ਲੋਕ ਇੱਥੇ ਕੈਂਪ ਲੱਗਣ ਲੱਗ ਪਿਆ, ਪਾਰਕਾਂ 'ਚ ਕੈਂਪ ਲੱਗਦੇ ਆ, ਬੰਦੇ ਹੱਸਣ ਜਾਂਦੇ ਆ। ਉੱਥੇ ਪਾਰਕਾਂ 'ਚ ਕੈਂਪ ਲੱਗਦੇ ਆ ਤੇ ਉਹਨਾਂ ਕੈਂਪਾਂ 'ਚ ਜਾ ਕੇ ਹੱਸਣ ਦੀ ਪ੍ਰੈਕਟਿਸ ਕਰਦੇ ਆ। ਉਹ ਘਰ ਹੱਸਿਆ ਕਰੋ, ਬੱਚਿਆਂ ਨਾਲ, ਬਜ਼ੁਰਗਾਂ ਨਾਲ ਹੱਸਿਆ ਕਰੋ, ਬੱਚਿਆਂ ਨਾਲ ਹੱਸਿਆ ਕਰੋ, ਪਰਿਵਾਰਾਂ ਨਾਲ ਹੱਸਿਆ ਕਰੋ, ਨੌਵਾਂ ਨਾਲ ਹੱਸਿਆ ਕਰੋ, ਸੱਸਾਂ ਨਾਲ ਹੱਸਿਆ ਕਰੋ। ਪਰ ਨੌਂ ਨੂੰ ਵੇਖ ਕੇ ਬੰਦੇ ਦੇ ਐ ਮੱਥੇ ਤੇ ਵੱਟ ਪੈ ਜਾਂਦੇ ਆ, ਸੱਸ ਨੂੰ ਨੌਂ ਵੇਖ ਕੇ, ਨੌਂ ਨੂੰ ਸੱਸ ਵੇਖ ਕੇ, ਘਰ ਦੇ ਜੀਆਂ ਵੱਲ ਵੇਖ ਕੇ ਮੱਥੇ ਤੇ ਤਿਉੜੀਆਂ ਪੈਂਦੀਆਂ। ਫਿਰ ਪਾਰਕਾਂ 'ਚ ਜਾ ਜਾ ਕੇ ਨਕਲੀ ਹਾਸੇ ਹੱਸ ਰਹੇ ਹਾਂ। ਹੱਸਣ ਨਾਲ ਸਿਹਤ ਠੀਕ ਰਹਿੰਦੀ ਹੈ, ਰਾਈਟ? ਹੱਸਣ ਨਾਲ ਸਿਹਤ ਠੀਕ ਰਹਿੰਦੀ ਹੈ, ਪਰ ਨਕਲੀ ਹੱਸਣ ਨਾਲ ਨਹੀਂ। ਹਾਸਾ ਵੀ ਤਾਂ ਹੀ ਹੈ ਜੇ ਅੰਦਰੋਂ ਨਿਕਲੇ ਤੇ ਜੇ ਉਦਾਂ ਹੀ ਹਾ 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 ਕਰਕੇ ਹੱਸਣਾ ਪਵੇ, ਨਕਲੀ ਜਿਹਾ ਹਾਸਾ, ਉਹਨੇ ਤੁਹਾਡੀਆਂ ਅੰਦਰਾਂ ਨਹੀਂ ਖੋਲਣੀਆਂ। ਅੰਦਰ ਤੇ ਬੁੱਗ ਬੁਲਾਟ ਉਦਾਂ ਹੀ ਬਣਿਆ ਰਹਿਣਾ, ਅੰਦਰਲੀਆਂ ਨਾੜਾਂ ਤੇ ਖੁੱਲਣੀਆਂ ਹੀ ਨਹੀਂ। ਤਾਂ ਜਪਜੀ ਸਾਹਿਬ 'ਚ ਗੁਰੂ ਸਾਹਿਬ ਰੋਜ਼ ਕਹਿੰਦੇ ਆ ਸਾਨੂੰ, ਉਹ ਭਾਈ ਹੱਸਦਾ ਰਿਹਾ ਕਰ, ਨਾਨਕ ਭਗਤਾਂ ਸਦਾ ਵਿਗਾਸ, ਨਾਨਕ ਭਗਤਾਂ ਸਦਾ ਵਿਗਾਸ, ਨਾਨਕ ਭਗਤਾਂ ਸਦਾ ਵਿਗਾਸ। ਵਿਗਾਸ ਦਾ ਅਰਥ ਹੈ ਕਿਹੜਾ? ਹੱਸਣਾ। ਸੋ ਇਹ ਚੀਜ਼ਾਂ ਜਦੋਂ ਅਸੀਂ ਸਮਝਾਂਗੇ ਫਿਰ ਸਾਨੂੰ ਪਤਾ ਲੱਗਣਾ। ਗੁਰੂ ਸਾਹਿਬ ਜੀ ਕਹਿੰਦੇ ਜੋਤਾਂ ਜਗਾਉਣੀਆਂ, ਟੱਲ ਖੜਕਾਉਣੇ। ਟੱਲ ਖੜਕਾਉਣੇ ਸਾਡੀ ਗੁਰਮਤ ਨਹੀਂ ਆ, ਆਦਿ ਕਰਮ ਗੁਰਮਤ ਅਨੁਸਾਰ ਨਹੀਂ। ਹਾਂ, ਸਥਾਨ ਨੂੰ ਜਿੱਥੇ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਉਹਨੂੰ ਸੁਗੰਧਿਤ ਕਰਨ ਲਈ ਫੁੱਲ, ਧੂਪ ਆਦਿ ਸੁਗੰਧੀਆਂ ਵਰਤਣੀਆਂ ਵਿਵਰਜਿਤ ਨਹੀਂ। ਹਾਂ, ਲੋੜ ਮੁਤਾਬਕ ਮੰਨ ਲਓ ਵੀ ਤੁਸੀਂ ਕਮਰੇ ਦੇ ਵਿੱਚ ਇੱਕ ਅਗਰਬੱਤੀ ਜਗਾ ਦਿੱਤੀ ਸਾਰਾ ਦਿਨ, ਠੀਕ ਹੈ, ਥੋੜ੍ਹੀ ਜਿਹੀ ਉਹਦੀ ਵਾਤਾਵਰਨ, ਇਨਵਾਇਰਮੈਂਟ ਚੰਗਾ ਰਹੇ,
ਪਰ ਆਹ ਜਿਹੜਾ ਵੀ ਇੱਕ ਲਾ ਦੇਣੀ ਤੇ ਉਹਦੀ ਬੁਝਣ ਤੋਂ ਪਹਿਲਾਂ ਪਹਿਲਾਂ ਦੂਜੀ ਲਾਉਣੀ, ਬੁਝਣ ਨਹੀਂ ਦੇਣੀ, ਇਹ ਪਤਾ ਨਹੀਂ ਕਿੱਥੋਂ ਆਈ। ਤੁਸੀਂ ਆਪਣੇ ਘਰਾਂ 'ਚ ਵੀ ਸਫਾਈ ਰੱਖਦੇ ਆ ਆਪਾਂ, ਤੇ ਘਰਾਂ 'ਚ ਵੀ ਐਂ ਹੀ ਸਫਾਈ ਰੱਖਦੇ ਆ ਨਾ। ਇੱਕ ਬੰਦੇ ਦੀ ਪਰਮਾਨੈਂਟ ਡਿਊਟੀ ਲਾ ਦੇਣੀ ਉੱਥੇ ਵੀ ਤੂੰ ਜੋਤ 'ਚ ਘਿਓ ਨਹੀਂ ਘਟਣ ਦੇਣਾ, ਤੇ ਅਗਰਬੱਤੀ ਵੇਖੋ ਸਾਲ 'ਚ ਇੱਕ ਵਾਰ ਪਾਠ ਕਰਾਇਆ, ਇੱਕ ਵਾਰੀ ਕਰਾਉਨੇ ਆ ਜਾਂ 2 ਸਾਲਾਂ ਬਾਅਦ ਕਿਤੇ ਕਰਾਇਆ, ਤੇ ਪਾਠ ਕਰਾ ਕੇ ਪਾਠ ਸੁਣਨ ਵਾਲੀ ਡਿਊਟੀ ਕਿਸੇ ਦੀ ਨਹੀਂ ਲਾਈ ਕਿਸੇ ਦੀ। ਕਾਹਦੀ ਲਾਈ? ਕਮਾਲ ਹੈ ਵੀ ਅਗਰਬੱਤੀਆਂ ਜਗਾਉਣ ਲਈ ਪਾਠ ਕੀਤਾ ਆ। ਤੇ ਇਹ ਪਲੈਨਿੰਗ ਤਹਿਤ ਆਉਂਦੀਆਂ ਚੀਜ਼ਾਂ, ਸਾਨੂੰ ਨਹੀਂ ਸਮਝ ਲੱਗ ਰਹੀਆਂ ਵੀ ਇਹ ਕਿੱਦਾਂ ਆ ਗਈਆਂ, ਪਰ ਇਹ ਪਲੈਨਿੰਗ ਨਾਲ ਆਈਆਂ। ਜਿਹੜਾ ਬੰਦਾ ਅੱਛਾ ਅਗਰਬੱਤੀ ਲਾਉਣ ਲਈ ਵੀ ਆਪਾਂ ਬੰਦਾ ਪਤਾ ਕਿਹੜਾ ਲੱਭਦੇ ਆ? ਪਹਿਲਾਂ ਹੀ ਅਖੰਡ ਪਾਠ ਰੱਖਣ ਤੋਂ ਪਹਿਲਾਂ ਸਾਡੇ ਦਿਮਾਗ 'ਚ ਇੱਕ ਸਰਚ ਚੱਲ ਰਹੀ ਹੁੰਦੀ ਹੈ ਵੀ ਕਿਹੜਾ ਬੁੱਢਾ ਬਾਪੂ ਲਿਆਈਏ ਜਿਹਨੂੰ ਨਾ ਸੁਣਦਾ ਹੋਵੇ ਤੇ ਨਾ ਜਿਹਨੂੰ ਬਹੁਤਾ ਦਿਖਦਾ ਹੋਵੇ, ਅੱਖਾਂ ਤੇ ਐਨਕ ਹੋਵੇ ਤੇ ਕੰਨਾਂ 'ਚ ਸੁਣਨ ਵਾਲੀ ਮਸ਼ੀਨ ਲੱਗੀ ਹੋਵੇ। ਪਾਠੀ ਜੋ ਪੜ੍ਹਦਾ ਉਹਦੇ ਕੰਨੀ ਵੀ ਨਹੀਂ ਪੈਣੀ ਚਾਹੀਦੀ ਗੱਲ, ਉਹਨੂੰ ਉਨਾ ਕੁ ਲਾਗੇ ਪਾ ਦਿੰਦੇ ਅਗਰਬੱਤੀ ਤੇ ਜਿਹੜਾ ਬਸ ਦਿਖ ਜਾਏ ਵੀ ਉਹ ਲਾਲ ਜਿਹਾ ਦੇਣੋਂ ਹਟ ਗਿਆ, ਲਾ ਦੋ ਨਵੀਂ ਅਗਰਬੱਤੀ। ਘਿਓ ਮਾੜਾ ਜਿਹਾ ਘਟਿਆ, ਪਾ ਦੋ ਚਮਚਾ ਹੋਰ। ਤੇ ਪਾਠੀ 3 ਦਿਨ ਕੀ ਪੜ੍ਹਦਾ, ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਸੋ ਇਸ ਲਈ ਮੈਨੂੰ ਐਂ ਲੱਗਦਾ ਵੀ ਇਹ ਸਾਰੀਆਂ ਗੱਲਾਂ ਸਾਨੂੰ ਸਮਝ ਲੈਣੀਆਂ ਚਾਹੀਦੀਆਂ। ਕਮਰੇ ਅੰਦਰ ਰੌਸ਼ਨੀ ਲਈ ਤੇਲ, ਘੀ ਜਾਂ ਮੋਮਬੱਤੀ, ਬਿਜਲੀ, ਲੈਂਪ ਆਦਿ ਜਗਾ ਲੈਣੇ ਚਾਹੀਦੇ ਆ। ਵੇਖੋ ਕੱਲੀ ਕੱਲੀ ਚੀਜ਼ ਲਿਖੀ ਆ ਕਮਰੇ ਦੇ ਅੰਦਰ ਰੌਸ਼ਨੀ ਲਈ। ਰੌਸ਼ਨੀ ਲਈ ਭਾਵੇਂ ਘਿਓ ਦਾ ਦੀਵਾ ਬਾਲ ਲਓ, ਪਰ ਜੇ ਲਾਈਟ ਹੈਗੀ ਹੈ ਫਿਰ ਘਿਓ ਦਾ ਦੀਵਾ ਬਾਲਣ ਦੀ ਲੋੜ ਨਹੀਂ ਹੈ। ਲੈਂਪ ਬਾਲ ਲਓ। ਪੁਰਾਣੇ ਸਮੇਂ ਇਹ ਕਿਉਂ ਸੀ? ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਇੱਦਾਂ ਦੀ ਰੌਸ਼ਨੀ ਨਹੀਂ ਹੁੰਦੀ ਸੀ, ਤੇ ਗੁਰੂ ਗ੍ਰੰਥ ਸਾਹਿਬ ਜਿੱਥੇ ਪ੍ਰਕਾਸ਼ ਕੀਤਾ ਜਾਂਦਾ ਸੀ, ਤੁਹਾਨੂੰ ਪਤਾ ਪਹਿਲਾਂ ਸਾਫ਼ ਸੁਥਰਾ ਕਰਦੇ ਸੀ ਕਮਰੇ ਨੂੰ। ਹੁਣ ਉੱਥੇ ਜਿਹੜੇ ਤੇਲ ਵਾਲੀਆਂ ਲੈਂਪ ਹੈਗੀਆਂ ਨਾ, ਉਹ ਤਾਂ ਮਿੰਟੋ ਮਿੰਟੀ ਥਾਂ ਕਾਲਾ ਕਰ ਦਿੰਦੀਆਂ ਸਾਰਾ, ਉਹ ਨਹੀਂ ਜਗਾਈਆਂ ਜਾ ਸਕਦੀਆਂ ਸੀ। ਫਿਰ ਸਾਡੇ ਸਿਆਣੇ ਬੰਦਿਆਂ ਨੇ ਕਿਹਾ, ਉਹ ਸੁਗੰਧੀ ਵਾਲੀਆਂ ਚੀਜ਼ਾਂ ਵੀ ਨਹੀਂ ਸੀ ਹੁੰਦੀਆਂ ਉਸ ਵੇਲੇ ਜਿੱਦਾਂ ਦੀਆਂ ਅੱਜ ਸਾਫ਼ ਸੁਥਰੀ ਜਗ੍ਹਾ ਸੁਗੰਧੀ ਵਾਲੀ ਤੁਸੀਂ ਵਰਤ ਲੈਂਦੇ ਹੋ। ਤੇ ਫਿਰ ਘਿਓ ਦਾ ਦੀਵਾ ਇੱਕ ਤਾਂ ਅੰਦਰ ਕਾਲਖ ਨਹੀਂ ਪੈਦਾ ਕਰਦਾ ਉਹ, ਤੇ ਦੂਜਾ ਉਹਦੀ ਸਮੈਲ ਚੰਗੀ ਹੁੰਦੀ ਹੈ, ਉਹਦੀ ਖੁਸ਼ਬੂ ਚੰਗੀ ਹੁੰਦੀ ਹੈ, ਤੇ ਉਹਦੀ ਖੁਸ਼ਬੂ ਵਾਸਤੇ ਘਿਓ ਦਾ ਦੀਵਾ ਜਗਾ ਲੈਂਦੇ ਸੀ। ਹਾਂ ਜੀ, ਅੱਜ ਲਾਈਟ ਲੱਗੀ ਹੈ ਤੇ ਫਿਰ ਵੀ ਥੱਲੇ ਦੀਵਾ ਜਗਾ ਰਹੇ ਹੋ, ਤੇ ਫਿਰ ਉਹ ਸਾਡੀ ਬੇਸਮਝੀ ਦਾ ਪ੍ਰਤੀਕ ਹੀ ਹੋਊਗਾ। ਸੋ ਇਹ ਕੁਝ ਪੱਖ ਆ ਜਿਹੜੇ ਆਪਾਂ ਅੱਜ ਸਮਝੇ ਆ। ਬਹੁਤ ਸਾਰੇ ਹੋਰ ਪੱਖ ਵੀ, ਇਹਨੂੰ ਸਾਰੇ ਨੂੰ ਅੱਗੇ ਪੜ੍ਹ ਲਿਓ। ਆਪਣੇ ਕੋਲ ਟਾਈਮ ਨਹੀਂ ਇੰਨਾ ਵੀ ਆਪਾਂ ਇਹਦੇ ਡਿਟੇਲ 'ਚ ਜਾ ਸਕੀਏ। ਇਹ ਰਹਿਤ ਮਰਿਆਦਾ ਸਾਰੇ ਆਪਣੇ ਆਪਣੇ ਘਰ ਲੈ ਜਾਓ। ਅਸੀਂ ਗੁਰਦੁਆਰਾ ਸਾਹਿਬ ਵੀ ਰੱਖ ਜਾਵਾਂਗੇ ਇੱਥੇ ਰਹਿਤ ਮਰਿਆਦਾ, ਵਿਜੀ ਹੋਣਾ ਕੋਲ ਹੋਣੀਆਂ ਵੀ ਆ, ਤੇ ਗਾਏ ਬਗਾਏ ਲੈ ਜਾਇਆ ਕਰੋ। ਇਹ ਪੰਜਾਬੀ 'ਚ ਲਿਖੀਆਂ ਆ, ਇਹਨੂੰ ਘਰ ਜਾ ਕੇ ਪੜ੍ਹੋ, ਬੱਚਿਆਂ 'ਚ ਬਹਿ ਕੇ ਪੜ੍ਹੋ, ਬੱਚਿਆਂ ਨੂੰ ਵੀ ਦੱਸੋ, ਤਾਂ ਕਿ ਹੋਰ ਵੀ ਜਦੋਂ ਕਿਤੇ ਉਹ ਜਾਣ ਤੇ ਇਹਨਾਂ ਸਾਰੀਆਂ ਗੱਲਾਂ ਨੂੰ ਸਮਝਣ ਦਾ ਯਤਨ ਕਰਨ। ਧੰਨਵਾਦ ਤੁਹਾਡਾ ਸਾਰਿਆਂ ਦਾ। ਜੇ ਕਿਸੇ ਦੇ ਜ਼ਿਹਨ ਵਿੱਚ ਕੋਈ ਸਵਾਲ ਹੈਗਾ, ਤੁਸੀਂ ਕੋਈ ਗੱਲ ਕਰਨੀ ਚਾਹੁੰਦੇ ਆ, ਕੁਝ ਪੁੱਛਣਾ ਚਾਹੁੰਦੇ ਹੋ, ਜਿਹੜੀ ਗੱਲ ਆਪਾਂ ਕੀਤੀ ਹੈ ਇਹਦੇ ਨਾਲ ਸੰਬੰਧਿਤ ਹੋਵੇ ਜਾਂ ਬਾਣੀ ਨਾਲ ਸੰਬੰਧਿਤ ਹੋਵੇ, ਕੋਈ ਸਵਾਲ ਕਿਸੇ ਵੀ ਤਰ੍ਹਾਂ ਦਾ, ਤਾਂ ਉਹ ਤੁਸੀਂ ਕਰ ਸਕਦੇ ਹੋ, ਤੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਹਾਂਜੀ, ਹੈ ਸਵਾਲ ਕੋਈ ਕਿਸੇ ਦਾ ਕਿ ਸਮਾਪਤੀ ਕਰੀਏ ਆਪਾਂ? ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।